दानियल दी पोथी दानियल ते ओदे साथियां दी सिक्ख्या। चैप्टर 1 यहूदा दे राजा यहोयाकीम दे राज दे तीजे वरे विच बाबल दे राजा नबूकदनस्सर ने यरूशलेम उत्ते चढ़ाई करके उहदे आले दुआले घेरा पाया और प्रभु ने यहूदा दे राजा यहोयाकीम नूं उत्ते परमेशर दे घर दे कुछ भांडिਆਂ ਨੂੰ ਉਹਦੇ ਹੱਥ ਵਿੱਚ ਕਰ ਦਿੱਤਾ। ਉਹ ਉਹਨਾਂ ਨੂੰ ਸ਼ਨਾਰ ਦੀ ਧਰਤੀ ਵਿੱਚ ਆਪਣੇ ਦੇਵਤਿਆਂ ਦੇ ਘਰ ਲੈ ਆਇਆ ਅਤੇ ਉਹ ਭਾਂਡਿਆਂ ਨੂੰ ਆਪਣੇ ਦੇਵਤੇ ਦੇ ਭੰਡਾਰ ਵਿੱਚ ਰੱਖਤਾ। ਔਰ ਰਾਜੇ ਨੇ ਖੁਸਰਿਆਂ ਦੇ ਸਰਦਾਰ ਅਸਪਨਜ ਨੂੰ ਹੁਕਮ ਦਿੱਤਾ ਕਿ ਉਹ ਇਸਰਾਈਲੀਆਂ ਵਿੱਚੋਂ ਤੇ ਰਾਜੇ ਦੇ ਅੰਸ਼ ਵਿੱਚੋਂ ਤੇ ਕੁਲੀਨਾਂ ਵਿੱਚੋਂ ਲੋਕਾਂ ਨੂੰ ਲਿਆ ਕੇ ਪੇਸ਼ ਕਰੇ। ਉਹ ਨਿਰਮਲ ਜਵਾਨ ਸਗੋਂ ਰੂਪਵਾਨ ਤੇ ਸਾਰੀ ਮੱਤ ਵਿੱਚ ਹੁਸ਼ਿਆਰ ਤੇ ਗਿਆਨਵੰਤ ਤੇ ਵਿਦਿਆਵਾਨ ਹੋਣ, ਜਿਨ੍ਹਾਂ ਦੇ ਵਿੱਚ ਇਹ ਸ਼ਕਤੀ ਹੋਵੇ ਵੀ ਪਾਤਸ਼ਾਹੀ ਮਹਿਲ ਦੇ ਵਿੱਚ ਖੜੇ ਰਹਿ ਸਕਣ ਅਤੇ ਉਹਨਾਂ ਨੂੰ ਕਸਦੀਆਂ ਦੀ ਵਿਦਿਆ ਤੇ ਉਹਨਾਂ ਦੀ ਬੋਲੀ ਸਿਖਾਵੇ। ਤੇ ਰਾਜੇ ਨੇ ਉਹਨਾਂ ਦੇ ਲਈ ਆਪਣੇ ਸਵਾਦਲੇ ਭੋਜਨ ਵਿੱਚੋਂ ਤੇ ਆਪਣੇ ਪੀਣ ਦੀ ਸ਼ਰਾਬ ਵਿੱਚੋਂ ਨਿਤ ਦਿਹਾੜੇ ਦਾ ਹਿੱਸਾ ਠਹਿਰਾਇਆ। 3 ਵਰ੍ਹਿਆਂ ਵਿੱਚ ਉਹ ਪਾਲੇ ਜਾਣਗੇ ਤਾਂ ਉੜਕ ਨੂੰ ਰਾਜੇ ਦੀ ਦਰਗਾਹੇ ਖੜੇ ਹੋਣਗੇ। ਅਤੇ ਉਹਨਾਂ ਵਿੱਚ ਯਹੂਦਾ ਦੇ ਵੰਸ਼ ਵਿੱਚੋਂ ਦਾਨੀਏਲ, ਹਨਨਿਆ, ਮਿਸ਼ਾਇਲ ਤੇ ਅਜ਼ਰਿਆ ਸਨ। ਤੇ ਖੁਸਰਿਆਂ ਦੇ ਸਰਦਾਰ ਨੇ ਉਹਨਾਂ ਦੇ ਨਾਂ ਰੱਖੇ। ਉਹਨੇ ਦਾਨੀਏਲ ਦੇ ਨਾਂ ਨੂੰ ਬੇਲਤਸ਼ੱਸਰ ਔਰ ਹਨਨਿਆ ਦੇ ਨਾਂ ਨੂੰ ਸ਼ਦਰਕ ਅਤੇ ਮਿਸ਼ਾਇਲ ਨੂੰ ਮੇਸ਼ਕ ਅਤੇ ਅਜ਼ਰਿਆ ਨੂੰ ਅਬੇਦਨਗੋ ਕਿਹਾ। ਪਰ ਦਾਨੀਏਲ ਆਪਣੇ ਦਿਲ ਵਿੱਚ ਮਨਸ਼ਾ ਬੰਨੀ ਅਰਜ਼ਾ ਲਈ ਆਪਣੇ ਤਾਈਂ ਰਾਜੇ ਦੇ ਸਵਾਦਲੇ ਭੋਜਨ ਨਾਲ ਤੇ ਉਹਦੀ ਸ਼ਰਾਬ ਨਾਲ ਜਿਹੜੀ ਉਹ ਪੀਂਦਾ ਸੀ ਨਪਾਕ ਨਾ ਕਰੇ। ਇਸ ਕਰਕੇ ਉਹਨੇ ਖੁਸਰਿਆਂ ਦੇ ਸਰਦਾਰ ਅੱਗੇ ਬੇਨਤੀ ਕੀਤੀ ਵੀ ਉਹ ਆਪਣੇ ਆਪ ਨੂੰ ਨਪਾਕ ਕਰਨ ਤੋਂ ਮੁਆਫ ਕੀਤਾ ਜਾਵੇ। ਤੇ ਪਰਮੇਸ਼ਰ ਨੇ ਅਜਿਹਾ ਕੀਤਾ ਕਿ ਖੁਸਰਿਆਂ ਦੇ ਸਰਦਾਰ ਦੀ ਕਿਰਪਾ ਤੇ ਪ੍ਰੇਮ ਦੀ ਨਿਗਾਹ ਦਾਨੀਏਲ ਉੱਤੇ ਰਹੀ। ਤੇ ਖੁਸਰਿਆਂ ਦੇ ਸਰਦਾਰ ਨੇ ਦਾਨੀਏਲ ਨੂੰ ਕਿਹਾ ਕਿ ਮੈਂ ਆਪਣੇ ਸਵਾਮੀ ਮਹਾਰਾਜੇ ਤੋਂ ਜਿਹਨੇ ਤੁਹਾਡੇ ਪੀਣੇ ਖਾਣੇ ਨੂੰ ਠਹਿਰਾਇਆ ਹੈ ਡਰਦਾ ਹਾਂ। ਤੁਹਾਡਾ ਮੂੰਹ ਉਹਦੀ ਨਿਗਾਹ ਵਿੱਚ ਤੁਹਾਡੇ ਹਾਣੀਆਂ ਦੇ ਮੂੰਹਾਂ ਨਾਲੋਂ ਕਾਹਨੂੰ ਮਾੜਾ ਦਿਖੇ ਤੇ ਤੁਸੀਂ ਲਿੱਸੇ ਕਿਉਂ ਲੱਗੋ? ਤੁਸੀਂ ਮੇਰਾ ਸਿਰ ਰਾਜੇ ਦੇ ਦਰਬਾਰ ਵਿੱਚ ਖਤਰੇ 'ਚ ਨਾ ਪਾਵੋ। ਤਾਂ ਦਾਨੀਏਲ ਨੇ ਦਰੋਗੇ ਨੂੰ, ਜਿਹਨੂੰ ਖੁਸਰਿਆਂ ਦੇ ਸਰਦਾਰ ਨੇ ਦਾਨੀਏਲ, ਹਨਨਿਆ, ਮਿਸ਼ਾਇਲ ਤੇ ਅਜ਼ਰਿਆ ਤੇ ਥਾਪਿਆ ਸੀ, ਆਖਿਆ ਬਈ ਤੂੰ 10 ਦਿਨਾਂ ਤੀਕਰ ਆਪਣੇ ਬੰਦਿਆਂ ਨੂੰ ਪਰਖ ਕੇ ਤੇ ਵੇਖਣਾ, ਖਾਣ ਲਈ ਦਾਲ ਤੇ ਪੀਣ ਲਈ ਪਾਣੀ ਤੇ ਸਾਨੂੰ ਦੇਣਾ। ਬਸ ਸਾਡੇ ਮੂੰਹ ਤੇ ਉਹਨਾਂ ਜਵਾਨਾਂ ਦੇ ਮੂੰਹ ਜਿਨ੍ਹਾਂ ਦਾ ਰਾਜੇ ਦਾ ਸਵਾਦਲਾ ਭੋਜਨ ਜਿਹੜਾ ਖਾਂਦੇ ਹਨ ਤੇਰੇ ਸਾਹਮਣੇ ਵੇਖੇ ਜਾਣਗੇ। ਫਿਰ ਆਪਣੇ ਬੰਦਿਆਂ ਨਾਲ ਜੋ ਠੀਕ ਸਮਝੇ ਕਰੀ। ਸੋ ਉਸਨੇ ਉਹਨਾਂ ਦੀ ਇਹ ਗੱਲ ਮੰਨੀ ਤੇ 10 ਦਿਨਾਂ ਤੀਕਰ ਉਹਨਾਂ ਨੂੰ ਪਰਖਿਆ। ਤੇ 10 ਦਿਨਾਂ ਦੇ ਮਗਰੋਂ ਉਹਨਾਂ ਸਾਰਿਆਂ ਜਵਾਨਾਂ ਦੇ ਨਾਲੋਂ ਜਿਹੜੇ ਰਾਜੇ ਦਾ ਸਵਾਦਲਾ ਭੋਜਨ ਖਾਂਦੇ ਸਨ ਤੇ ਉਹਨਾਂ ਦੇ ਮੂੰਹ ਵਧੇਕ ਸੁੰਦਰ ਅਤੇ ਸਰੀਰ ਮੋਟੇ ਦਿਸਦੇ ਸਨ। ਅਤੇ ਤਦ ਦਰੋਗੇ ਨੇ ਉਹਨਾਂ ਦਾ ਸਵਾਦਲਾ ਭੋਜਨ ਅਤੇ ਸ਼ਰਾਬ ਜਿਹੜੀ ਉਹਨਾਂ ਨੇ ਪੀਣ ਦੇ ਲਈ ਥਾਪੀ ਹੋਈ ਸੀ ਬੰਦ ਕਰ ਦਿੱਤੀ ਤੇ ਉਹਨਾਂ ਨੂੰ ਦਾਲ ਦਿੱਤੀ। ਹੁਣ ਰਹੇ ਉਹ 4 ਜਵਾਨ ਪਰਮੇਸ਼ਰ ਇਹਨਾਂ ਨੂੰ ਗਿਆਨ ਤੇ ਸਾਰੀ ਵਿਦਿਆ ਦੇ ਮੱਤ ਵਿੱਚ ਬੁੱਧੀ ਦਿੱਤੀ ਤੇ ਦਾਨੀਏਲ ਵਿੱਚ ਹਰ ਤਰ੍ਹਾਂ ਦੇ ਦਰਸ਼ਨਾਂ ਤੇ ਸੁਪਨਿਆਂ ਦੀ ਸਮਝ ਵੀ ਸੀ। ਔਰ ਜਦ ਉਹ ਦਿਨ ਹੋ ਚੁੱਕੇ ਜਿਨ੍ਹਾਂ ਦੇ ਮਗਰੋਂ ਰਾਜੇ ਦੇ ਹੁਕਮ ਅਨੁਸਾਰ ਉਹਨਾਂ ਨੇ ਉਹਦੇ ਸਾਹਮਣੇ ਆਉਣਾ ਸੀ, ਤਦ ਖੁਸਰਿਆਂ ਦਾ ਸਰਦਾਰ ਉਹਨਾਂ ਨੂੰ ਨਬੂਕਦਨਸਰ ਦੇ ਦਰਬਾਰ ਵਿੱਚ ਲਿਆਇਆ ਤੇ ਰਾਜੇ ਨੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਤੇ ਉਹਨਾਂ ਵਿੱਚ ਦਾਨੀਏਲ, ਹਨਨਿਆ, ਮਿਸ਼ਾਇਲ ਅਤੇ ਅਜ਼ਰਿਆ ਵਾਂਗੂ ਕੋਈ ਨਹੀਂ ਸੀ। ਇਸ ਲਈ ਉਹ ਰਾਜੇ ਦੇ ਦਰਬਾਰ 'ਚ ਖੜੇ ਰਹਿਣ ਲੱਗੇ ਤੇ ਬੁੱਧ ਤੇ ਸ਼ਨਾਸ ਦੀ ਹਰ ਇੱਕ ਗੱਲ ਵਿੱਚ ਜਿਹਦੇ ਵਿਖੇ ਰਾਜੇ ਨੇ ਉਹਨਾਂ ਕੋਲ ਸਵਾਲ ਕੀਤਾ ਸੀ, ਉਸਨੇ ਉਹਨਾਂ ਨੂੰ ਜਾਦੂਗਰਾਂ ਦੇ ਜੋਤਸ਼ੀਆਂ ਨਾਲੋਂ ਜਿਹੜੇ ਉਹਦੇ ਸਾਰੇ ਦੇਸ਼ ਵਿੱਚ ਸਨ 10 ਗੁਣਾ ਅੱਛਾ ਪਾਇਆ। ਤੇ ਦਾਨੀਏਲ ਖੋਰਸ ਰਾਜੇ ਦੇ ਪਹਿਲੇ ਵਰ੍ਹੇ ਤੀਕਰ ਰਿਹਾ। ਚੈਪਟਰ 2 ਰਾਜਾ ਦਾ ਸੁਪਨਾ ਤੇ ਉਹਦਾ ਅਰਥ। ਨਬੂਕਦਨਸਰ ਆਪਣੇ ਰਾਜ ਦੇ ਦੂਜੇ ਵਰ੍ਹੇ ਵਿੱਚ ਅਜਿਹੇ ਸੁਪਨੇ ਵੇਖੇ ਉਹਨੇ ਕਿ ਜਿਨ੍ਹਾਂ ਤੋਂ ਉਹਦੀ ਜਾਨ ਘਬਰਾ ਗਈ। ਨਬੂਕਦਨਸਰ ਨੇ ਆਪਣੇ ਰਾਜ ਦੇ ਦੂਜੇ ਵਰ੍ਹੇ ਵਿੱਚ ਕੁਝ ਅਜਿਹੇ ਸੁਪਨੇ ਵੇਖੇ ਜਿਨ੍ਹਾਂ ਤੋਂ ਉਹਦੀ ਜਾਨ ਘਬਰਾ ਗਈ ਤੇ ਉਸਦੀ ਨੀਂਦ ਜਾਂਦੀ ਰਹੀ। ਤਦ ਰਾਜੇ ਨੇ ਹੁਕਮ ਦਿੱਤਾ ਕਿ ਜਾਦੂਗਰਾਂ, ਜੋਤਸ਼ੀਆਂ, ਮੰਤਰੀਆਂ, ਕਸਦੀਆਂ ਨੂੰ ਸੱਦੋ ਵੀ ਉਹ ਰਾਜੇ ਦਾ ਸੁਪਨਾ ਉਹਨੂੰ ਦੱਸਣ। ਉਹ ਆਏ ਤੇ ਉਹਨਾਂ ਨੇ ਰਾਜੇ ਦੇ ਦਰਬਾਰ ਵਿੱਚ ਆਪਣੇ ਆਪ ਨੂੰ ਪੇਸ਼ ਕੀਤਾ। ਤਾਂ ਰਾਜੇ ਨੇ ਉਹਨਾਂ ਨੂੰ ਆਖਿਆ ਕਿ ਮੈਂ ਇੱਕ ਸੁਪਨਾ ਵੇਖਿਆ ਹੈ, ਪਰ ਸੁਪਨਾ ਮੇਰਾ ਆਤਮਾ ਉਸ ਸੁਪਨੇ ਨੂੰ ਸਮਝਣ ਦੇ ਲਈ ਘਬਰਾਇਆ ਹੋਇਆ ਹੈ। ਸੋ ਕਸਦੀਆਂ ਨੇ ਰਾਜੇ ਦੇ ਦਰਬਾਰ ਵਿੱਚ ਆਰਾਮੀ ਬੋਲੀ ਵਿੱਚ ਅਰਦਾਸ ਕੀਤੀ ਵੀ ਇਹ ਪਾਤਸ਼ਾਹ ਸਦਾ ਦੇ ਜਿਉਂਦੇ ਰਹੋ, ਆਪਣੇ ਬੰਦਿਆਂ ਨੂੰ ਸੁਪਨਾ ਸੁਣਾਓ ਤੇ ਅਸੀਂ ਉਹਦਾ ਅਰਥ ਦੱਸਾਂਗੇ। ਰਾਜੇ ਨੇ ਕਸਦੀਆਂ ਨੂੰ ਉੱਤਰ ਦਿੱਤਾ ਕਿ ਗੱਲ ਮੇਰੇ ਚਿੱਤ ਵਿੱਚੋਂ ਜਾਂਦੀ ਰਹੀ ਹੈ। ਜੇ ਤੁਸੀਂ ਸੁਪਨਾ ਨਾ ਦੱਸੋ ਤੇ ਉਹਦਾ ਅਰਥ ਨਾ ਸੁਣਾਓ ਤਾਂ ਤੁਸੀਂ ਟੁਕੜੇ ਟੁਕੜੇ ਕੀਤੇ ਜਾਓਗੇ।
ਤੁਹਾਡੇ ਘਰ ਕੂੜੇ ਦੀਆਂ ਢੇਰੀਆਂ ਬਣਨਗੀਆਂ, ਪਰ ਜੇ ਤੁਸੀਂ ਸੁਪਨਾ ਤੇ ਉਹਦਾ ਅਰਥ ਦੱਸੋ ਤਾਂ ਮੇਰੇ ਕੋਲ ਦਾਤਾ ਦੇ ਨਾਮ ਤੇ ਬਹੁਤ ਕੁਛ ਤੇ ਬਹੁਤ ਆਦਰ ਪਾਵੋਗੇ। ਸੋ ਸੁਪਨਾ, ਉਹਦਾ ਅਰਥ ਮੈਨੂੰ ਦੱਸੋ, ਸੁਪਨਾ ਅਤੇ ਉਹਦਾ ਅਰਥ ਮੈਨੂੰ ਦੱਸੋ। ਉਹਨਾਂ ਨੇ ਫਿਰ ਦੂਜੀ ਵਾਰ ਅਰਦਾਸ ਕਰਕੇ ਕਿਹਾ, ਮਹਾਰਾਜ ਆਪਣੇ ਬੰਦਿਆਂ ਨੂੰ ਸੁਪਨਾ ਸੁਣਾਓ ਤਾਂ ਹੀ ਅਸੀਂ ਉਹਦਾ ਅਰਥ ਦੱਸਾਂਗੇ। ਰਾਜੇ ਨੇ ਉੱਤਰ ਦਿੱਤਾ, ਮੈਂ ਨਿਸ਼ਾਂਕ ਜਾਣਦਾ ਕਿ ਤੁਸੀਂ ਟਾਲਣਾ ਚਾਹੁੰਦੇ ਹੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਗੱਲ ਮੇਰੇ ਚਿੱਤੋਂ ਜਾਂਦੀ ਰਹੀ, ਪਰ ਜੇ ਤੁਸੀਂ ਮੈਨੂੰ ਸੁਪਨਾ ਨਹੀਂ ਦੱਸੋਗੇ ਤਾਂ ਤੁਹਾਡੇ ਲਈ ਇਹੋ ਹੀ ਹੁਕਮ ਹੈ। ਜੇ ਤੁਸੀਂ ਝੂਠ ਅਤੇ ਵਿਗਾੜ ਦੀਆਂ ਗੱਲਾਂ ਬਣਾਈਆਂ ਹਨ ਤਾਂ ਮੇਰੇ ਅੱਗੇ ਸੁਣਾਈ ਜਾਂਦੇ ਹੋ ਅਤੇ ਤਾਂ ਕਿ ਵਕਤ ਟਲ ਜਾਵੇ ਤੇ ਤੁਸੀਂ ਸੁਪਨਾ ਸੁਣਾਓ ਤੇ ਮੈਂ ਜਾਣ ਲਵਾਂਗੀ ਕਿ ਤੁਸੀਂ ਉਹਦਾ ਅਰਥ ਵੀ ਜਾਣ ਸਕਦੇ ਹੋ। ਤਾਂ ਕਸਤੀਆਂ ਤੇ ਰਾਜੇ ਨੇ ਦਰਬਾਰ ਵਿੱਚ ਉਤਰਦਾ ਕਿ ਧਰਤੀ ਉੱਤੇ ਕੋਈ ਆਦਮੀ ਨਹੀਂ ਜਿਹੜਾ ਰਾਜੇ ਦੀ ਗੱਲ ਦੱਸੇ, ਜਾਂ ਕੁਛ ਵੀ ਕੋਈ ਰਾਜਾ ਜਾਂ ਕੋਈ ਸਰਦਾਰ ਜਾਂ ਕੋਈ ਹਾਕਮ ਅਜਿਹਾ ਨਹੀਂ ਹੋਇਆ, ਫਿਰ ਨਾ ਹੀ ਕਿਸੇ ਜਾਦੂਗਰ, ਜੋਤਸ਼ੀ ਜਾਂ ਕਸਤੀ ਕੋਲੋਂ ਜਿਹੀ ਗੱਲ ਅੱਜ ਤੱਕ ਪੁੱਛੀ ਹੋਵੇ। ਜਿਹੜੀ ਰਾਜਾ ਗੱਲ ਪੁੱਛਦਾ ਹੈ ਬਹੁਤੀ ਅਨੋਖੀ ਹੈ ਤੇ ਦੇਵਤਿਆਂ ਜੋ ਦੇਹਧਾਰੀਆਂ ਦੇ ਨਾਲ ਨਹੀਂ ਵਸਦੇ, ਕੋਈ ਰਾਜੇ ਦੇ ਦਰਬਾਰ ਵਿੱਚ ਉਹਨੂੰ ਇਹ ਨਹੀਂ ਦੱਸ ਸਕਦਾ। ਇਸ ਕਾਰਨ ਰਾਜਾ ਵੱਡਾ ਕ੍ਰੋਧਵਾਨ ਹੋ ਕੇ ਅਤ ਗਰਮ ਹੋ ਗਿਆ। ਉਹਨੇ ਹੁਕਮ ਦਿੱਤਾ ਕਿ ਬਾਬਲ ਦੇ ਸਾਰੇ ਗਿਆਨੀਆਂ ਨੂੰ ਨਾਸ ਕਰ ਦਿੱਤਾ ਜਾਵੇ। ਸੋ ਹੁਕਮ ਨਿਕਲਿਆ ਕਿ ਗਿਆਨੀਆਂ ਨੇ ਮਾਰੇ ਜਾਣਾ ਸੀ ਤੇ ਉਹਨਾਂ ਨੇ ਦਾਨੀਅਲ ਤੇ ਉਸਦੇ ਸਾਥੀਆਂ ਨੂੰ ਵੀ ਮਾਰੇ ਜਾਣ ਲਈ ਪਾਲਿਆ। ਉਹਦੀ ਪਰਖ ਪੜਤਾਲ ਕੀਤੀ। ਜਦੋਂ ਦਾਨੀਅਲ ਰਾਜੇ ਦੇ ਜਲਾਦਾਂ ਦੇ ਸਰਦਾਰ ਅਰਯੂਕ ਨੂੰ, ਜਿਹੜਾ ਕਿ ਬਾਬਲ ਦੇ ਗਿਆਨੀ ਨੂੰ ਮਾਰ ਸੁੱਟਣ ਲਈ ਨਿਕਲਿਆ ਸੀ, ਮੱਤ ਤੇ ਬੁੱਧ ਨਾਲ ਬੋਲਿਆ ਤੇ ਉਸਨੇ ਰਾਜੇ ਦੇ ਜਲਾਦਾਂ ਦੇ ਸਰਦਾਰ ਅਰਯੋਕ ਤੋਂ ਪੁੱਛਿਆ ਕਿ ਰਾਜੇ ਦੇ ਹੁਕਮ ਵਿੱਚ ਇੰਨੀ ਕਾਹਲੀ ਕਾਹਨੂੰ ਹੁੰਦੀ ਹੈ। ਤਦ ਅਰਯੋਕ ਨੇ ਦਾਨੀਅਲ ਨੂੰ ਗੱਲ ਸੁਣਾਈ ਅਤੇ ਦਾਨੀਅਲ ਨੇ ਅੰਦਰ ਜਾ ਕੇ ਰਾਜੇ ਅੱਗੇ ਅਰਦਾਸ ਕੀਤੀ ਵੀ ਮੈਨੂੰ ਵਕਤ ਦਿਓ ਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ। ਤਦ ਦਾਨੀਅਲ ਨੇ ਘਰ ਜਾ ਕੇ ਹਨਾਨਿਆ, ਮਿਸ਼ਾਇਲ, ਅਜ਼ਰਿਆ ਤੇ ਆਪਣੇ ਸਾਥੀਆਂ ਨੂੰ ਪਤਾ ਦਿੱਤਾ ਤਾਂ ਜੋ ਇਸ ਭੇਦ ਦੇ ਵਿਖੇ ਆਕਾਸ਼ ਦੇ ਪਰਮੇਸ਼ਰ ਤੋਂ ਦਇਆ ਮੰਗਣ ਕਿ ਦਾਨੀਅਲ ਤੇ ਉਹਦੇ ਸਾਥੀ ਬਾਬਲ ਦੇ ਦੂਜੇ ਗਿਆਨੀਆਂ ਦੇ ਨਾਲ ਨਾਸ਼ ਨਾ ਹੋਣ। ਪਰ ਰਾਤ ਨੂੰ ਦਰਸ਼ਨ ਵਿੱਚ ਦਾਨੀਅਲ ਉਹਦੇ ਭੇਦ ਖੁੱਲ ਗਿਆ ਅਤੇ ਦਾਨੀਅਲ ਨੇ ਆਕਾਸ਼ ਦੇ ਪਰਮੇਸ਼ਰ ਦਾ ਧੰਨਵਾਦ ਕੀਤਾ ਤੇ ਦਾਨੀਅਲ ਨੇ ਉੱਠ ਕੇ ਉੱਤਰ ਦੇ ਕੇ ਆਖਿਆ, ਪਰਮੇਸ਼ਰ ਦਾ ਨਾਮ ਸਦਾ ਤੱਕ ਮੁਬਾਰਕ ਹੋਵੇ, ਕਿਉਂ ਜੋ ਬੁੱਧ ਅਤੇ ਸ਼ਕਤੀ ਉਸੇ ਦੀ ਹੈ। ਉਹੀ ਸਮੇਂ ਅਤੇ ਵੇਲਿਆਂ ਨੂੰ ਬਦਲਦਾ ਹੈ, ਉਹੀ ਰਾਜਿਆਂ ਨੂੰ ਹਟਾਉਂਦਾ ਤੇ ਅਸਥਾਪਦਾ ਹੈ, ਉਹੀ ਬੁੱਧਵਾਨਾਂ ਨੂੰ ਬੁੱਧ ਤੇ ਗਿਆਨੀ ਨੂੰ ਗਿਆਨ ਦਿੰਦਾ ਹੈ, ਉਹੀ ਡੂੰਘੀਆਂ ਅਤੇ ਛੁਪੀਆਂ ਹੋਈਆਂ ਗੱਲਾਂ ਦਾ ਅਰਥ ਕਰਦਾ ਹੈ, ਉਹਨਾਂ ਨੂੰ ਪ੍ਰਗਟ ਕਰਦਾ ਹੈ। ਜੋ ਕੁਝ ਹਨੇਰੇ ਵਿੱਚ ਹੈ ਉਹਨੂੰ ਜਾਣਦਾ ਹੈ ਤੇ ਚਾਨਣ ਉਸੇ ਨਾਲ ਵਸਦਾ ਹੈ। ਮੈਂ ਤੇਰਾ ਸ਼ੁਕਰ ਅਤੇ ਤੇਰੀ ਉਸਤਤ ਕਰਦਾ ਹਾਂ, ਮੇਰੇ ਪਿਓ ਦਾਦਿਆਂ ਦੇ ਪਰਮੇਸ਼ਰ, ਜਿਹਨੇ ਮੈਨੂੰ ਬੁੱਧ ਤੇ ਸ਼ਕਤੀ ਦਿੱਤੀ, ਕਿਉਂ ਜੋ ਅਸੀਂ ਤੇਥੋਂ ਜੋ ਕੁਝ ਮੰਗਿਆ ਤੂੰ ਮੇਰੇ ਉੱਤੇ ਪ੍ਰਗਟ ਕਰ ਦਿੱਤਾ, ਕਿਉਂ ਜੋ ਰਾਜੇ ਦੀ ਗੱਲ ਸਾਡੇ ਉੱਤੇ ਤੈਂ ਪ੍ਰਗਟ ਕੀਤੀ। ਸੋ ਦਾਨੀਅਲ ਅਰਯੋਕ ਕੋਲ ਗਿਆ, ਜਿਹਨੂੰ ਰਾਜੇ ਨੇ ਬਾਬਲ ਤੇ ਗਿਆਨੀ ਦੇ ਨਾਸ਼ ਕਰਨ ਲਈ ਥਾਪਿਆ ਸੀ। ਇਉਂ ਉਸਨੂੰ ਬੋਲਿਆ ਕਿ ਬਾਬਲ ਦੇ ਗਿਆਨੀਆਂ ਨੂੰ ਨਾਸ਼ ਨਾ ਕਰੀ, ਮੈਨੂੰ ਰਾਜੇ ਦੇ ਦਰਬਾਰ ਵਿੱਚ ਲੈ ਚੱਲ ਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ। ਤਦ ਅਰਯੋਕ ਦਾਨੀਅਲ ਨੂੰ ਛੇਤੀ ਨਾਲ ਰਾਜੇ ਦੇ ਦਰਬਾਰ 'ਚ ਲੈ ਗਿਆ ਤੇ ਅਰਦਾਸ ਕੀਤੀ ਗਈ ਕਿ ਮੈਨੂੰ ਯਹੂਦਾ ਦੇ ਬੰਧੂਆਂ ਵਿੱਚ ਇੱਕ ਬੰਦਾ ਮਿਲਿਆ ਹੈ ਜਿਹੜਾ ਮਹਾਰਾਜ ਨੂੰ ਅਰਥ ਦੱਸੇਗਾ। ਤੇ ਰਾਜੇ ਨੇ ਦਾਨੀਅਲ ਤੋਂ, ਜਿਹਦਾ ਨਾਂ ਖੁਸਰੇ ਨੇ ਬੇਲਟ ਸ਼ਸਤਰ ਰੱਖਿਆ ਸੀ, ਪੁੱਛਿਆ ਕਿ ਕੀ ਤੂੰ ਸੁਪਨੇ ਨੂੰ ਜੋ ਮੈਂ ਦੇਖਿਆ ਔਰ ਉਹਦਾ ਅਰਥ ਦੱਸ ਸਕਦਾ ਹੈ? ਤਾਂ ਦਾਨੀਅਲ ਨੇ ਰਾਜੇ ਦੇ ਦਰਬਾਰ 'ਚ ਉਤਰਦੇ ਕੇ ਆਖਿਆ, ਉਹ ਭੇਤ ਜੋ ਮੇਰਾ ਮਹਾਰਾਜ ਪੁੱਛਦਾ ਹੈ, ਨਾ ਤੇ ਗਿਆਨੀ, ਨਾ ਤੇ ਜਾਦੂਗਰ, ਨਾ ਮੰਤਰੀ, ਨਾ ਅਗੰਮ ਵਾਖਣ ਜਾਣੀ ਮਹਾਰਾਜ ਨੂੰ ਦੱਸ ਸਕਦੇ ਨੇ, ਪਰ ਆਕਾਸ਼ ਉਤੇ ਇੱਕ ਹੈ ਜੋ ਪਰਮੇਸ਼ਰ ਜਿਹੜਾ ਭੇਤਾਂ ਦੀਆਂ ਗੱਲਾਂ ਪ੍ਰਗਟ ਕਰਦਾ ਹੈ। ਉਹਨੇ ਮਹਾਰਾਜ ਨਬੂਕਦਨਸਰ ਉੱਤੇ ਜੋ ਪ੍ਰਗਟ ਕੀਤਾ ਹੈ, ਅੰਤ ਦੇ ਦਿਨਾਂ ਵਿੱਚ ਕੀ ਕੁਝ ਹੋ ਜਾਵੇਗਾ। ਤੁਹਾਡਾ ਸੁਪਨਾ ਅਤੇ ਤੁਹਾਡੇ ਸਿਰ ਦੇ ਦਰਸ਼ਨ ਜਿਹੜੇ ਤੁਸੀਂ ਆਪਣੇ ਪਲੰਗ ਉੱਤੇ ਵੇਖੇ ਇਹ ਹਨ। ਹੇ ਮਹਾਰਾਜ, ਤੁਸੀਂ ਆਪਣੇ ਪਲੰਗ ਉੱਤੇ ਪਏ ਹੋਏ ਖਿਆਲ ਕੀਤਾ ਕਿ ਅਗੰਮ ਨੂੰ ਕੀ ਹੋਵੇਗਾ। ਸੋ ਉਹ ਜਿਹੜਾ ਭੇਤਾਂ ਦਾ ਖੋਲਣ ਵਾਲਾ ਹੈ ਤੁਹਾਡੇ ਉੱਤੇ ਪ੍ਰਗਟ ਕਰਦਾ ਹੈ ਕਿ ਕੀ ਕੁਛ ਹੋਵੇਗਾ। ਪਰ ਰਿਹਾ ਬੰਦਾ, ਇਸ ਵਿੱਚ ਮੇਰੇ ਉੱਤੇ ਪ੍ਰਗਟ ਹੋਣ ਦਾ ਕਾਰਨ ਇਹ ਨਹੀਂ ਕਿ ਮੇਰੇ ਵਿੱਚ ਕਿਸੇ ਹੋਰ ਜੀਵ ਨਾਲੋਂ ਵਧੇਰੇ ਬੁੱਧ ਹੈ, ਸਗੋਂ ਇਹ ਕਿ ਇਹਦਾ ਅਰਥ ਮਹਾਰਾਜ ਨੂੰ ਦੱਸਿਆ ਜਾਵੇ ਤਾਂ ਤੁਸੀਂ ਆਪਣੇ ਦਿਲ ਦੇ ਖਿਆਲ ਪਛਾਣੋ। ਹੇ ਮਹਾਰਾਜ, ਤੁਸੀਂ ਨਿਗਾਹ ਕੀਤੀ ਤਾਂ ਕੀ ਵੇਖਿਆ ਕਿ ਇੱਕ ਬਹੁਤ ਵੱਡੀ ਮੂਰਤ ਹੈ ਸੀ। ਉਹ ਮੂਰਤ ਜਿਹੜੀ ਬਲਵੰਤ ਸੀ, ਜਿਹਦੀ ਚਮਕ ਅਤ ਉੱਤਮ ਸੀ, ਤੁਹਾਡੇ ਸਾਹਮਣੇ ਖੜੀ ਹੋਈ ਤੇ ਉਹਦਾ ਰੂਪ ਭਿਆਨਕ ਸੀ। ਰਹੀ ਉਹ ਮੂਰਤ, ਉਹਦਾ ਸਿਰ ਚੋਖੇ ਸੋਨੇ ਦਾ ਸੀ, ਉਹਦੀ ਹਿੱਕ ਤੇ ਉਹਦੀਆਂ ਬਾਹਾਂ ਚਾਂਦੀ ਦੀਆਂ ਸਨ, ਉਹਦਾ ਢਿੱਡ ਤੇ ਉਹਦੇ ਪੱਟ ਪਿੱਤਲ ਦੇ, ਉਹਦੀਆਂ ਲੱਤਾਂ ਲੋਹੇ ਦੀਆਂ ਤੇ ਉਹਦੇ ਪੈਰ ਕੁਝ ਲੋਹੇ ਦੇ ਤੇ ਕੁਝ ਮਿੱਟੀ ਦੇ ਸਨ।
ਤੁਸੀਂ ਉਹਨੂੰ ਵੇਖਦੇ ਰਹੇ ਇੱਥੋਂ ਤੱਕ ਕਿ ਇੱਕ ਪੱਥਰ ਬਿਨਾਂ ਹੱਥ ਲਾਏ ਵੱਢ ਕੇ ਕੱਢਿਆ ਗਿਆ, ਜਿਹਨੇ ਉਸ ਮੂਰਤ ਨੂੰ ਉਹਦੇ ਪੈਰਾਂ ਉੱਤੇ ਜਿਹੜੇ ਲੋਹੇ ਤੇ ਮਿੱਟੀ ਦੇ ਸਨ ਮਾਰਿਆ ਤੇ ਉਹਨੂੰ ਟੋਟੇ ਟੋਟੇ ਕਰ ਦਿੱਤਾ। ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ ਟੋਟੇ ਕਰ ਦਿੱਤੇ ਗਏ ਤੇ ਗਰਮੀ ਦੀ ਰੁੱਤ ਤੇ ਪੇੜ ਦੀ ਤੂੜੀ ਵਾਂਗੂ ਹੋ ਗਏ ਅਤੇ ਵਾਹ ਉਹਨਾਂ ਨੂੰ ਉਡਾ ਕੇ ਲੈ ਗਈ, ਇੱਥੋਂ ਤਾਈਂ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਿਹਾ। ਤੇ ਉਹ ਪੱਥਰ ਜਿਹਨੇ ਉਸ ਮੂਰਤ ਨੂੰ ਮਾਰਿਆ ਇੱਕ ਵੱਡਾ ਪਹਾੜ ਬਣ ਗਿਆ ਤੇ ਸਾਰੀ ਧਰਤੀ ਨੂੰ ਭਰ ਦਿੱਤਾ। ਸੁਪਨਾ ਇਹੀ ਹੈ ਅਤੇ ਉਹਦਾ ਅਰਥ ਮਹਾਰਾਜ ਦੇ ਦਰਬਾਰ ਵਿੱਚ ਦੱਸਦੇ ਆ। ਇਹ ਮਹਾਰਾਜ, ਤੁਸੀਂ ਰਾਜਾ ਮਹਾਰਾਜ ਹੋ ਜਿਹਨੂੰ ਆਕਾਸ਼ ਦੇ ਪਰਮੇਸ਼ਰ ਨੇ ਰਾਜ, ਸ਼ਕਤੀ ਤੇ ਬਲ ਤੇ ਤੇਜ ਦੇ ਦਿੱਤਾ ਹੈ। ਜਿੱਥੇ ਕਿਤੇ ਮਨੁੱਖ ਦੀ ਵੰਸ ਵਸਦੀ ਹੈ ਉਸਨੇ ਖੇਤ ਦੇ ਜਾਨਵਰ ਤੇ ਆਕਾਸ਼ ਦੇ ਪੰਛੀ ਤੁਹਾਡੇ ਹੱਥ ਵਸ ਕਰ ਦਿੱਤੇ ਹਨ। ਤੁਹਾਨੂੰ ਉਹਨਾਂ ਸਭਨਾਂ ਦਾ ਮਾਲਕ ਬਣਾਇਆ ਹੈ। ਉਹੀ ਸੋਨੇ ਦਾ ਸਿਰ ਤੁਸੀਂ ਹੋ ਅਤੇ ਤੁਹਾਡੇ ਪਿੱਛੋਂ ਇੱਕ ਹੋਰ ਰਾਜ ਉੱਠ ਖੜਾ ਹੋਵੇਗਾ ਜਿਹੜਾ ਤੁਹਾਡੇ ਤੋਂ ਛੋਟਾ ਹੋਵੇਗਾ, ਤੇ ਫਿਰ ਤੀਜਾ ਰਾਜ ਪਿੱਤਲ ਦਾ ਜਿਹੜਾ ਸਾਰੀ ਧਰਤੀ ਤੇ ਰਾਜ ਕਰੇਗਾ, ਤੇ ਚੌਥਾ ਰਾਜ ਲੋਹੇ ਵਰਗਾ ਕਰੜਾ ਹੋਵੇਗਾ ਅਤੇ ਜਿਵੇਂ ਲੋਹਾ ਤੋੜ ਕੇ ਟੋਟੇ ਟੋਟੇ ਕਰਦਾ ਹੈ, ਸਾਰੀਆਂ ਚੀਜ਼ਾਂ ਨੂੰ ਜਿੱਤ ਲੈਂਦਾ ਹੈ, ਹਾਂ ਜਿਵੇਂ ਲੋਹਾ ਇਹਨਾਂ ਸਭਨਾਂ ਨੂੰ ਕੁਚਲਦਾ ਹੈ ਤਿਵੇਂ ਉਹ ਤੋੜ ਕੇ ਚੂਰ ਚੂਰ ਕਰੇਗਾ ਤੇ ਕੁਚਲ ਦੇਵੇਗਾ। ਅਤੇ ਜੋ ਤੁਸੀਂ ਵੇਖਿਆ ਹੈ ਕਿ ਉਹ ਪੈਰ ਤੇ ਉਂਗਲੀਆਂ ਕੁਝ ਤਾਂ ਘੁਮਿਆਰਾਂ ਦੀ ਮਿੱਟੀ ਦੀਆਂ ਅਤੇ ਕੁਝ ਲੋਹੇ ਦੀਆਂ ਸਨ, ਸੋ ਉਸ ਰਾਜ ਵਿੱਚ ਵੰਡ ਪੈ ਜਾਵੇਗੀ। ਤੇ ਜਿਵੇਂ ਤੁਸੀਂ ਵੇਖਿਆ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ ਤਿਵੇਂ ਉਸ ਵਿੱਚ ਲੋਹੇ ਦੀ ਤਕੜਾਈ ਹੋਵੇਗੀ, ਅਤੇ ਜਿਵੇਂ ਪੈਰਾਂ ਦੀਆਂ ਉਂਗਲੀਆਂ ਕੁਝ ਲੋਹੇ ਦੀਆਂ ਤੇ ਕੁਝ ਮਿੱਟੀ ਦੀਆਂ ਸਨ ਤਿਵੇਂ ਰਾਜ ਕੁਝ ਤਕੜਾ ਤੇ ਕੁਝ ਕਮਜ਼ੋਰ ਹੋਵੇਗਾ। ਜਿਵੇਂ ਤੁਸੀਂ ਵੇਖਿਆ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ ਤਿਵੇਂ ਮਨੁੱਖ ਦੀ ਅੰਸ਼ ਨਾਲ ਉਹ ਮਿਲਣਗੇ, ਪਰ ਜਿਵੇਂ ਲੋਹਾ ਮਿੱਟੀ ਨਾਲ ਰਲਦਾ ਨਹੀਂ ਤਿਵੇਂ ਉਹਨਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੋਵੇਗਾ। ਉਹਨਾਂ ਰਾਜਾਂ ਦੇ ਦਿਨਾਂ ਵਿੱਚ ਆਕਾਸ਼ ਦਾ ਪਰਮੇਸ਼ਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੀਸ ਨਾ ਹੋਵੇਗਾ ਤੇ ਉਹਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਊਗੀ, ਸਗੋਂ ਉਹ ਇਹਨਾਂ ਸਾਰੀਆਂ ਪਾਸਿਆਂ ਨੂੰ ਚੂਰ ਚੂਰ ਕਰਕੇ ਸਤਿਆਨਾਸ਼ ਕਰੇਗਾ ਤੇ ਆਪ ਸਦਾ ਲਈ ਖੜਾ ਰਹੇਗਾ। ਅਤੇ ਜਿਹਾ ਤੁਸੀਂ ਵੇਖਿਆ ਹੈ ਕਿ ਉਹ ਪੱਥਰ ਬਿਨਾਂ ਹੱਥ ਲਾਏ ਪਹਾੜ ਵਿੱਚੋਂ ਵੱਢ ਕੇ ਕੱਢਿਆ ਗਿਆ ਤੇ ਉਹਨੇ ਲੋਹੇ, ਪਿੱਤਲ, ਮਿੱਟੀ, ਚਾਂਦੀ ਤੇ ਸੋਨੇ ਨੂੰ ਚੂਰ ਚੂਰ ਕੀਤਾ। ਮਹਾਪਰਮੇਸ਼ਰ ਨੇ ਉਹ ਸਭ ਕੁਝ ਰਾਜੇ ਨੂੰ ਵਿਖਾਇਆ ਤੇ ਅੱਗੇ ਨੂੰ ਉਹ ਹੋਣ ਵਾਲਾ ਹੈ। ਇਹ ਸੁਪਨਾ ਪੱਕਾ ਹੈ ਤੇ ਇਹਦਾ ਅਰਥ ਵੀ ਪੱਕਾ। ਤਦ ਨਬੂਕਦਨਸਰ ਰਾਜਾ ਨੇ ਮੂੰਹ ਦੇ ਭਾਰ ਡਿੱਗ ਕੇ ਦਾਨੀਏਲ ਦੀ ਪੂਜਾ ਕੀਤੀ ਤੇ ਆਗਿਆ ਦਿੱਤੀ ਕਿ ਉਹਨੂੰ ਚੜਾਵਾ ਦੇਣ ਤੇ ਉਹਦੇ ਅੱਗੇ ਧੂਪ ਧੁਆਉਣ। ਰਾਜੇ ਨੇ ਦਾਨੀਏਲ ਨੂੰ ਆਖਿਆ, ਨਿਸ਼ੰਗ ਤੇਰਾ ਪਰਮੇਸ਼ਰ ਦੇਵਤਿਆਂ ਦਾ ਦੇਵਤਾ ਹੈ, ਰਾਜਿਆਂ ਦਾ ਰਾਜਾ, ਪ੍ਰਭੂ ਦਾ ਪ੍ਰਭੂ ਤੇ ਭੇਤ ਖੋਲਣ ਵਾਲਾ ਹੈ, ਕਿਉਂਕਿ ਤੂੰ ਇਸ ਭੇਤ ਨੂੰ ਖੋਲ ਸਕਿਆ। ਤਦ ਰਾਜੇ ਨੇ ਦਾਨੀਏਲ ਨੂੰ ਉੱਚਾ ਕੀਤਾ ਤੇ ਉਹਨੂੰ ਬਹੁਤ ਵੱਡੀਆਂ ਦਾਤਾਂ ਦਿੱਤੀਆਂ ਤੇ ਉਹਨੂੰ ਰਾਜੇ ਦੇ ਬਾਬਲ ਦੇ ਸਾਰੇ ਸੂਬੇ ਉੱਤੇ ਹੁਕਮਰਾਨੀ ਦੇ ਦਿੱਤੀ। ਬਾਬਲ ਦੇ ਸਾਰੇ ਗਿਆਨੀਆਂ ਉੱਤੇ ਸਰਦਾਰ ਬਣਾਇਆ। ਤਦ ਦਾਨੀਏਲ ਨੇ ਰਾਜੇ ਅੱਗੇ ਅਰਦਾਸ ਕੀਤੀ। ਉਹਨੇ ਸ਼ਦਰਕ, ਮੇਸ਼ਕ ਤੇ ਅਬਦਨਗੋ ਨੂੰ ਬਾਬਲ ਦੇ ਸੂਬੇ ਦੇ ਵਿਹਾਰਾਂ ਉੱਤੇ ਥਾਪਿਆ, ਪਰ ਦਾਨੀਏਲ ਰਾਜੇ ਦੀ ਡਿਊਟੀ ਵਿੱਚ ਰਿਹਾ। ਚੈਪਟਰ 3 ਅੱਗ ਦੀ ਬਲਦੀ ਹੋਈ ਭੱਠੀ। ਨਬੂਕਦਨਸਰ ਰਾਜਾ ਨੇ ਇੱਕ ਸੋਨੇ ਦੀ ਮੂਰਤ ਬਣਵਾਈ ਜਿਹਦੀ ਉਚਾਈ 60 ਹੱਥ ਤੇ ਚੌੜਾਈ 6 ਹੱਥ ਸੀ। ਉਹਨੂੰ ਦੂਰਾ ਦੇ ਮੈਦਾਨ ਬਾਬਲ ਦੇ ਸੂਬੇ ਵਿੱਚ ਖੜਾ ਕੀਤਾ ਗਿਆ। ਤਦ ਨਬੂਕਦਨਸਰ ਰਾਜਾ ਨੇ ਲੋਕਾਂ ਨੂੰ ਘੱਲਿਆ ਕਿ ਸ਼ਹਿਜ਼ਾਦਿਆਂ, ਦੀਵਾਨਾਂ, ਸਰਦਾਰਾਂ, ਨਿਉਂਕਾਰਾਂ, ਭੰਡਾਰੀਆਂ, ਸਲਾਹਕਾਰਾਂ, ਕਪਤਾਨਾਂ ਤੇ ਸੂਬਿਆਂ ਦੇ ਸਭਨਾਂ ਹਾਕਮਾਂ ਨੂੰ ਇਕੱਠਾ ਕਰਨ ਤਾਂ ਜੋ ਉਹ ਉਸ ਮੂਰਤ ਨੂੰ ਪਵਿੱਤਰ ਕਰਕੇ ਥਾਪਣ ਜਿਹੜੀ ਨਬੂਕਦਨਸਰ ਰਾਜਾ ਨੇ ਖੜੀ ਕੀਤੀ ਸੀ। ਤਾਂ ਸ਼ਹਿਜ਼ਾਦੇ, ਦੀਵਾਨ, ਸਰਦਾਰ, ਨਿਉਂਕਾਰ, ਭੰਡਾਰੀ, ਸਲਾਹਕਾਰ, ਕਪਤਾਨ ਤੇ ਸੂਬਿਆਂ ਦੇ ਸਾਰੇ ਹਾਕਮ ਉਸ ਮੂਰਤ ਦੀ ਚੱਠ ਲਈ ਜਿਹੜੀ ਨਬੂਕਦਨਸਰ ਨੇ ਖੜੀ ਕੀਤੀ ਸੀ ਇਕੱਠੇ ਹੋਏ। ਉਹ ਉਸ ਮੂਰਤ ਦੇ ਅੱਗੇ ਜਿਹੜੀ ਨਬੂਕਦਨਸਰ ਨੇ ਖੜੀ ਕੀਤੀ ਸੀ ਖਲੋ ਗਏ। ਤਦ ਇੱਕ ਢੰਡੋਰੀਏ ਨੇ ਉੱਚੀ ਹਾਕ ਦੇ ਕੇ ਪੁਕਾਰਿਆ, ਹੇ ਲੋਕੋ, ਹੇ ਕੌਮੋ, ਹੇ ਭਾਖਿਓ, ਤੁਹਾਨੂੰ ਇਹ ਹੁਕਮ ਹੈ ਕਿ ਜਿਸ ਵੇਲੇ ਤੁਰੀ, ਬਾਂਸਰੀ, ਤਾਉ, ਸਰੰਗੀ, ਬਰਬਤ, ਬੀਨ ਤੇ ਹਰ ਤਰ੍ਹਾਂ ਦੇ ਵਾਜਿਆਂ ਦੀ ਆਵਾਜ਼ ਸੁਣੋ। ਤਦ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਹਨੂੰ ਨਬੂਕਦਨਸਰ ਰਾਜਾ ਨੇ ਖੜਾ ਕੀਤਾ ਡਿੱਗ ਕੇ ਮੱਥਾ ਟੇਕਣਾ ਤੇ ਜਿਹੜਾ ਕੋਈ ਅੱਗੇ ਡਿੱਗ ਕੇ ਮੱਥਾ ਨਾ ਟੇਕੇ ਉਹ ਉਸੇ ਘੜੀ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟਿਆ ਜਾਵੇਗਾ। ਇਸ ਲਈ ਜਿਸ ਵੇਲੇ ਸਭਨਾਂ ਲੋਕਾਂ ਨੇ ਤੁਰੀ, ਬਾਂਸਰੀ, ਤਾਉ, ਸਰੰਗੀ, ਬਰਬਤ ਅਤੇ ਹਰ ਪ੍ਰਕਾਰ ਦੇ ਵਾਜੇ ਦੀ ਆਵਾਜ਼ ਸੁਣੀ ਤਦ ਸਾਰੇ ਲੋਕਾਂ ਕੌਮਾਂ ਦੇ ਭਾਖਿਆਂ ਨੇ ਡਿੱਗੇ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਹੜੀ ਨਬੂਕਦਨਸਰ ਰਾਜਾ ਨੇ ਖੜੀ ਕੀਤੀ ਸੀ ਮੱਥਾ ਟੇਕਿਆ। ਉਪਰੰਤ ਉਸੇ ਵੇਲੇ ਕਈ ਕਸਦੀਆਂ ਨੇ ਨੇੜੇ ਆ ਕੇ ਯਹੂਦੀਆਂ ਦੇ ਉੱਤੇ ਦੋਸ਼ ਲਾਇਆ।
उन्होंने नबूकदनस्सर राजा नूं आख्या कि हे महाराज सदा सदाई जिउंदे रहो। हे महाराज तुसीं इक आग्या दित्ती सी कि बई हरेक आदमी जो तुरी बांसरी ताव सरंगी बरबत बीन ते हर प्रकार दे वाजां दी आवाज सुने तां डिग के सोने दी मूर्ति नूं मत्था टेके, ते जो कोई डिग के मत्था ना टेके ਉਹ ਬਲਦੀ ਅੱਗ ਦੀ ਭੱਠੀ ਵਿੱਚ ਸੁੱਟਿਆ ਜਾਵੇਗਾ। ਹੁਣ ਕਈ ਯਹੂਦੀ ਹਨ ਜਿਨ੍ਹਾਂ ਨੂੰ ਤੁਸੀਂ ਬਾਬਲ ਦੇ ਸੂਬੇ ਦੇ ਵਿਹਾਰ ਉੱਤੇ ਥਾਪਿਆ ਹੋਇਆ ਅਰਥਾਤ ਸ਼ਦਰਕ, ਮੇਸ਼ਕ ਤੇ ਅਬਦਨਗੋ, ਇਹਨਾਂ ਮਨੁੱਖਾਂ ਨੇ ਮਹਾਰਾਜ ਤੁਹਾਡਾ ਆਦਰ ਨਹੀਂ ਕੀਤਾ। ਨਾ ਤਾਂ ਉਹ ਤੁਹਾਡੇ ਦੇਵਤਿਆਂ ਦੀ ਸੇਵਾ ਕਰਦੇ ਹਨ ਤੇ ਨਾ ਉਹ ਉਸ ਸੋਨੇ ਦੀ ਮੂਰਤੀ ਦੇ ਅੱਗੇ ਜਿਹਨੂੰ ਤੁਸੀਂ ਖੜੇ ਕੀਤਾ ਸੀ ਮੱਥਾ ਟੇਕਦੇ ਹਨ। ਤਦ ਨਬੂਕਦਨੱਸਰ ਨੇ ਵੱਡੇ ਕ੍ਰੋਧ ਤੇ ਗੁੱਸੇ ਨਾਲ ਆਗਿਆ ਕੀਤੀ कि शदरक, मेशक ते अबदनगो नूं हाजिर करो। तद उन्होंने उन्हां आदमियों नूं जिहड़े राजे दे दरबार विच सन हाजिर किया। नबूकदनस्सर ने उन्होंने आख्या, हे शदरक, मेशक ते अबदनगो, की ये सच है कि तुसीं मेरे देवतियां दी सेवा नहीं करदे ते ना ही उस सोने दी मूर्ति नूं जिहनूं मैं खड़ा किया ते मत्था टेकदे हो? हुण जे तुसीं तैयार हो भी जिस वेले तुसीं तुरी बांसरी, ताव, सरंगी, बरबत बीन ते हर प्रकार दे वाजां दी आवाज सुनो तो तुसीं डिग के मूर्ति नूं जिहनूं मैं खड़ा कीता है मत्था टेको तो चंगा है, पर जेकर तुसीं मत्था ना टेकिया तो उसे घड़ी तुसीं अग दी बलदी भट्ठी विच सुੱਟ दित्ते जाओगे ते ओह देवता किहड़ा है जिहड़ा तुहानूं मेरे हत्थों छुड़ा लवे? तां शदरक, मेशक ते अबदनगो ने कहा, राजे नूं उत्तर दिता ते आख्या, हे राजन नबूकदनस्सर, असीं इस गल विच तुहानूं उत्तर देना जरूरी नहीं समझदे। साडा परमेश्वर जिहदी असीं सेवा करदे हां सानूं अग दी बलदी होई भट्ठी तो छुडाउण दी ताकत रखदा है, शक्तिवान है। ये महाराज जी ओही सानूं तुहाडे हत्थों छुड़ावेगा। नहीं तां ये महाराज तुहानूं पता होवे कि असीं तुहाडे देवतियां दी सेवा नहीं करांगे ते ना ही उस सोने दी मूरत दी अगे जिहदे तुसीं खड़े कीता है सानूं मत्था टेकांगे। तद नबूकदनस्सर ने अपने आप विच ताऊ खाधा ते उहने मूँह दा रंग शदरक, मेशक ते अबदनगो उत्ते बदल गया। तां उहने हुक्म दिता कि भट्ठी नूं दस्तूर नालों 7 गुना होर ताऊ दे दिओ अते उहने अपनी फौज विच तकड़े तकड़े पहलवानां नूं हुक्म दिता कि शदरक, मेशक ते अबदनगो नूं बन के अग दी बलदी भट्ठी विच सुੱਟ दिता जावे। ते वो आदमी अपने झग्गियां कुटनिया, पग्गां लीड़िया, कपड़ियां सने बन्ने गए ते अग दी बलदी हुई भट्ठी विच सुटे गए। इसलिए बई राजे दा हुक्म वड्डी तगीर नाल मन्निया जावे। क्यों राजे दा हुक्म वड्डी तगीर नाल सी? भट्ठी दा ताव अत वधीक सी, इस कारण अग दी लौ ने शदरक, मेशक, अबदनगो दे चुकण वालियां नूं साड़ सुट्टिया। ये तिन्ने आदमी अर्थात शदरक, मेशक ते अबदनगो दे बधे हुए अग दी बलदी भट्ठी विच पै गए। तां नबूकदनस्सर राजा हक्का बक्का होके झटपट खलो गया। वो बोल के अपने सलाहकार नूं कहण लगा कि असीं तिन्नां बंदियां नूं बनवा के अग विच नहीं सी सुटवाया। उन्होंने हुक्म दिता, जी हाँ राजन सच है। तो उसने उत्तर दे के कहा, भी वेखो आ चौथा आदमी अग विच खुले फिरदा कौन है जिन्हों मैं खुला फिरदा वेखदा ते उन्हां नूं दुख नहीं है ते चौथे दा स्वरूप भी देवतियां दे पुत्तरां वर्गा। तां नबूकदनस्सर अग दी बलदी हुई भट्ठी दे बूहे दे नेड़े आया ते बोलिया, शदरक, मेशक ते अबदनगो, अत महान परमेश्वर दे बंदेओ, बाहर निकल के इधर आओ। तां शदरक, मेशक ते अबदनगो अग विचों निकल आए ते शहजादियां, दीवाना, सरदारां ते राजे दे सलाहकारां ने इकट्ठे होके उन्हां मनुक्खां नूं देखिया। अग दा उन्हां दे शरीरां उत्ते कुछ भी वस नहीं सी चलिया। तां उन्हां दे सिर दे वाल ना झुलसे, उन्हां दे झग्गियां विचों कुछ फर्क नहीं पिया ते ना ही उन्हां नूं अग दे जलन दी बू आई। नबूकदनस्सर ने पुकार के आख्या, शदरक, मेशक, अबदनगो दा परमेश्वर मुबारक होवे जिन्हें अपने दूत नूं भेजिया ते अपने बंदियां नूं छुड़ा लिया, जिन्हें उन्हां दे उत्ते निश्चय कीती अते राजे दे हुक्म नूं नहीं मन्निया, राजे दे हुक्म नूं टाल दिता, अपने शरीरां नूं नजर कीता ते परमेश्वर दे बिना किसी होर देवते दी बंदगी जां सेवा नहीं कीती। इस करके मैं ये हुक्म जारी करदा हां कि ये लोक जां कौम जो भाख्या शदरक, मेशक ते अबदनगो दे परमेश्वर दे विरुद्ध कोई बुरी गल आखणगियां, उन्हां दे टुकड़े टुकड़े कर दिते जाणगे अते उन्हां नूं उन्हां दे घर कूड़ियां दे ढेर हो जाणगे। क्यों जो होर
कोई देवता नहीं जिहड़ा इस प्रकार बचा सके। तो फिर राजे ने शदरक, मेशक अते अबदनगो नूं बाबल दे सूबे उत्ते उच्चियां कीता। चैप्टर 4 नबूकदनसर दा पागल हो जाना। नबूकदनसर राजा दे वल्लों सारे लोकां कौमां दे भाखियां उत्ते जिहड़ियां कुल धरती विच वसदियां सन तुहाडी शांति वाफर होवे। मैं अच्छा समझा भी उन्हां निशानियां ते अचंभे नूं प्रगट करां जिहड़े आत्महान परमेश्वर ने मेरे नाल करके विखाए। उहदियां निशानियां किहो जिहियां ਵੱਡੀਆਂ ਤੇ ਉਹਦੇ ਅਚੰਭੇ ਕਿਹੋ ਜਿਹੇ ਸ਼ਕਤੀਵਾਨ ਹਨ। ਉਹਨਾਂ ਦਾ ਰਾਜ ਸੀਬਕ ਰਾਜ ਹੈ ਅਤੇ ਉਹਦੀ ਸਰਦਾਰੀ ਪੀੜ੍ਹੀਓਂ ਪੀੜ੍ਹੀ ਤੀਕ। ਮੈਂ ਨਬੂਕਦਨਸਰ ਆਪਣੇ ਘਰ ਵਿੱਚ ਆਰਾਮ ਨਾਲ ਆਪਣੇ ਮਹਿਲ ਵਿੱਚ ਭਾਗਵਾਨ ਸਾਂ ਤੇ ਮੈਂ ਇੱਕ ਸੁਪਨਾ ਵੇਖਿਆ ਜਿਹਦੇ ਕਾਰਨ ਮੈਂ ਡਰਿਆ ਤੇ ਮੈਂ ਉਹਨਾਂ ਖਿਆਲਾਂ ਦੇ ਸਬਬੋਂ ਆਪਣੇ ਪਾਲੰਗ ਉੱਤੇ ਕੀਤੇ ਆਪਣੇ ਸਿਰ ਦੀਆਂ ਦ੍ਰਿਸ਼ਟੀਆਂ ਤੋਂ ਘਬਰਾ ਗਿਆ। ਇਸ ਲਈ ਮੈਂ ਆਗਿਆ ਕੀਤੀ ਕਿ ਬਾਬਲ ਦੇ ਸਾਰੇ ਗਿਆਨੀ ਮੇਰੇ ਦਰਬਾਰ 'ਚ ਪੇਸ਼ ਕੀਤੇ ਜਾਣ। ਤਾਂ ਸੁਪਨੇ ਦਾ ਅਰਥ ਦੱਸਣ। ਤਦ ਜਾਦੂਗਰ ਜੋਤਸ਼ੀ ਕਸਦੀ ਗਮ ਨਿਜ਼ਾਮੀ ਹਾਜ਼ਰ ਹੋਏ ਤੇ ਮੈਂ ਉਹਨਾਂ ਅੱਗੇ ਸੁਪਨਾ ਸੁਣਾਇਆ, ਪਰ ਉਹਨਾਂ ਨੇ ਮੈਨੂੰ ਉਹਦਾ ਅਰਥ ਨਾ ਦੱਸਿਆ। ਔੜਕ ਨੂੰ ਦਾਨੀਅਲ, ਜਿਹਦਾ ਨਾਮ ਮੇਰੇ ਦੇਵਤੇ ਤੇ ਨਾਂ ਦੇ ਅਨੁਸਾਰ ਬੇਲਸ਼ਸਰ ਹੈ, ਮੇਰੇ ਦਰਬਾਰ ਵਿੱਚ ਆਇਆ ਤੇ ਉਸਨੇ ਮੈਨੂੰ ਉਸ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ। ਉਹਨੇ ਉਹਦੇ ਅੱਗੇ ਜਦੋਂ ਮੈਂ ਸੁਪਨਾ ਸੁਣਾਇਆ ਤਾਂ ਮੈਨੂੰ ਆਖਿਆ, ਹੇ ਬੇਲਸ਼ਸਰ, ਜਾਦੂਗਰਾਂ ਦੇ ਸਰਦਾਰ, ਇਸ ਲਈ ਜੋ ਮੈਂ ਜਾਣਦਾ ਕਿ ਤੂੰ ਪਵਿੱਤਰ ਦੇਵਤਿਆਂ ਦਾ ਆਤਮਾ ਤੇਰੇ ਵਿੱਚ ਹੈ, ਤੂੰ ਕਿਸੇ ਭੇਦ ਦੇ ਸਬਬੋਂ ਨਹੀਂ ਘਬਰਾਉਂਦਾ। ਤੂੰ ਮੇਰੇ ਸੁਪਨੇ ਦੀਆਂ ਦ੍ਰਿਸ਼ਟਾਂ ਜੋ ਮੈਂ ਡਿੱਠੀਆਂ ਤੈਨੂੰ ਦਾ ਅਰਥ ਮੈਨੂੰ ਦੱਸਦਾ। ਮੇਰੇ ਸਿਰ ਦੀਆਂ ਦ੍ਰਿਸ਼ਟਾਂ ਜੋ ਮੈਂ ਆਪਣੇ ਪਾਲੰਗ ਉੱਤੇ ਡਿੱਠੀਆਂ ਇਉਂ ਹਨ। ਮੈਂ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ ਕਿ ਧਰਤੀ ਦੇ ਵਿਚਕਾਰ ਇੱਕ ਰੁੱਖ ਹੈ ਜਿਹਦੀ ਉਚਾਈ ਬਹੁਤ ਵੱਡੀ ਹੈ। ਉਹ ਰੁੱਖ ਵਧਿਆ ਤੇ ਤਕੜਾ ਹੋ ਗਿਆ, ਉਹਦੀ ਚੋਟੀ ਆਕਾਸ਼ ਤੇ ਕੱਪੜ ਪਈ ਤੇ ਉਹ ਧਰਤੀ ਦੇ ਕੰਢਿਆਂ ਤੀਕ ਵਿਖਾਈ ਦੇਣ ਲੱਗਾ। ਉਹਦੇ ਪੱਤੇ ਸੋਹਣੇ ਅਤੇ ਉਹਦਾ ਫਲ ਬਹੁਤ ਸੀ। ਉਹਦੇ ਵਿੱਚ ਸਭਨਾਂ ਲਈ ਭੋਜਨ ਸੀ। ਜੰਗਲੀ ਜਨੌਰ ਉਹਦੀ ਛਾਂ ਵਿੱਚ ਸਨ। ਆਕਾਸ਼ ਤੇ ਪੰਛੀ ਉਹਦੀਆਂ ਟਹਿਣੀਆਂ ਉੱਤੇ ਬਸੇਰਾ ਕਰਦੇ ਸਨ ਅਤੇ ਸਾਰੇ ਬਸ਼ਰ ਉਸ ਤੋਂ ਪਾਲੇ ਜਾਂਦੇ ਸਨ। ਮੈਂ ਆਪਣੇ ਪਲੰਗ ਉੱਤੇ ਆਪਣੇ ਸਿਰ ਦੀਆਂ ਦ੍ਰਿਸ਼ਟਾਂ ਵਿੱਚ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ ਕਿ ਇੱਕ ਰਾਖਾ ਹਾਂ, ਇੱਕ ਪਵਿੱਤਰ ਜਨ ਆਕਾਸ਼ੋਂ ਉਤਰਿਆ। ਉਹਨੇ ਉੱਚੀ ਹਾਕ ਮਾਰ ਕੇ ਇਉਂ ਕਿਹਾ ਕਿ ਰੁੱਖ ਨੂੰ ਕੱਟ ਕੇ ਢਾਹ ਦਿਓ ਤੇ ਉਹਦੀਆਂ ਟਹਿਣੀਆਂ ਵਾਂਗ ਛਾਂਗ ਸੁੱਟੋ ਅਤੇ 2 ਪੱਤੇ ਝਾੜ ਲਓ ਅਤੇ ਉਹਦਾ ਫਲ ਖਿਲਾਰ ਦਿਓ। ਉਹਦੇ ਪੱਤੇ ਝਾੜ ਲਓ, ਉਹਦਾ ਫਲ ਖਿਲਾਰ ਦਿਓ। ਜਨੌਰ ਉਹਦੇ ਹੇਠੋਂ ਪੰਛੀ ਦੀਆਂ ਟਹਿਣੀਆਂ ਦੇ ਉੱਤੋਂ ਚਲੇ ਜਾਣ ਤੇ ਉਹਦੀਆਂ ਜੜ੍ਹਾਂ ਦਾ ਮੁੱਢ ਜ਼ਮੀਨ ਵਿੱਚ ਛੱਡ ਦਿਓ। ਸਗੋਂ ਲੋਹੇ ਤੇ ਪਿੱਤਲ ਦੇ ਥੰਮਾਂ ਨਾਲ ਬੰਨਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਉਹਨੂੰ ਰਹਿਣ ਦਿਓ। ਉਹ ਆਕਾਸ਼ ਦੀ ਤਰੇਲ ਨਾਲ ਤਰ ਹੋਵੇ ਤੇ ਉਹਦਾ ਹਿੱਸਾ ਜ਼ਮੀਨ ਦੇ ਘਾਹ ਵਿੱਚ ਪਸ਼ੂਆਂ ਦੇ ਨਾਲ ਹੋਵੇ। ਉਹਦਾ ਦਿਲ ਮਨੁੱਖ ਦਾ ਦਿਲ ਨਾ ਰਹੇ ਬਲਕਿ ਉਹਨੂੰ ਪਸ਼ੂ ਦਾ ਦਿਲ ਦਿੱਤਾ ਜਾਵੇ ਅਤੇ ਉਸ ਉੱਤੇ 7 ਸਮੇਂ ਬੀਤ ਜਾਣ। ਇਹ ਹੁਕਮ ਰਾਖਿਆਂ ਦੇ ਫੈਸਲੇ ਤੋਂ ਹੈ ਅਤੇ ਪਵਿੱਤਰ ਜਨਾਂ ਦੇ ਵਚਨ ਤੋਂ ਹੈ, ਤਾਂ ਜੋ ਸਾਰੇ ਜੀਵ ਜਾਣ ਲੈਣ ਕਿ ਆਤਮਹਾਨ ਰੁੱਖਾਂ ਦੇ ਵਿੱਚ ਸਰਦਾਰੀ ਕਰਦਾ ਹੈ। ਜਦ ਕਿਸੇ ਨੂੰ ਚਾਹੁੰਦਾ ਹੈ ਉਹਨੂੰ ਦਿੰਦਾ ਹੈ ਤੇ ਸਭਨਾਂ ਤੋਂ ਨੀਵੇਂ ਆਦਮੀ ਨੂੰ ਉਸ ਉੱਤੇ ਖੜਾ ਕਰ ਦਿੰਦਾ ਹੈ। ਮੈਂ ਨਬੂਕਦਨਸਰ ਰਾਜਾ ਨੇ ਇਹ ਸੁਪਨਾ ਵੇਖਿਆ। ਸੋ ਤੂੰ ਹੈ ਬੇਲਤਸ਼ਸਰ, ਉਹਦਾ ਅਰਥ ਦੱਸ, ਕਿਉਂ ਜੋ ਮੇਰੇ ਰਾਜ ਦੇ ਸਭ ਗਿਆਨੀ ਮੈਨੂੰ ਇਹਦਾ ਅਰਥ ਨਹੀਂ ਦੱਸ ਸਕੇ, ਪਰ ਤੂੰ ਦੱਸ ਸਕਦਾ ਹੈ ਕਿਉਂਕਿ ਤੂੰ ਪਵਿੱਤਰ ਦੇਵਤਿਆਂ ਦਾ ਆਤਮਾ ਤੇਰੇ ਉੱਤੇ ਹੈ, ਤੇਰੇ ਵਿੱਚ ਹੈ। ਤਾਂ ਦਾਨੀਅਲ, ਜਿਹਦਾ ਨਾਮ ਬੇਲਸ਼ਸਰ ਹੈ, ਕੁਝ ਚਿਰ ਤੱਕ ਚੁੱਪ ਰਿਹਾ ਤੇ ਆਪਣੇ ਖਿਆਲਾਂ ਤੋਂ ਘਬਰਾਇਆ। ਰਾਜੇ ਨੇ ਉੱਤਰ ਦੇ ਕੇ ਉਹਨੂੰ ਆਖਿਆ, ਹੇ ਬੇਲਸ਼ਸਰ, ਸੁਪਨੇ ਤੋਂ ਉਹਦੇ ਅਰਥ ਤੋਂ ਨਾ ਘਬਰਾ। ਬੇਲਸ਼ਸਰ ਨੇ ਉੱਤਰ ਦੇ ਕੇ ਆਖਿਆ, ਹੇ ਮੇਰੇ ਪ੍ਰਿਥਵੀਰਾਜ, ਸੁਪਨਾ ਤੇਰੇ ਨਾਲ ਵੈਰ ਰੱਖਣ ਵਾਲਿਆਂ ਦੇ ਲਈ ਅਤੇ ਉਹਦਾ ਅਰਥ ਤੇਰੇ ਵਿਰੋਧੀਆਂ ਲਈ ਹੋਵੇ। ਉਹ ਰੁੱਖ ਜੋ ਤੁਸੀਂ ਦੇਖਿਆ ਉਹ ਵਧਿਆ ਤੇ ਤਕੜਾ ਹੋਇਆ, ਜਿਹਦੀ ਚੋਟੀ ਆਕਾਸ਼ ਤੱਕ ਕੱਪੜੀ ਤੇ ਉਹਦੇ ਧਰਤੀ ਦੇ ਕੰਢਿਆਂ ਤੀਕ ਵਿਖਾਈ ਦਿੱਤਾ। ਉਹਦੇ ਪੱਤੇ ਸੋਹਣੇ ਸਨ ਤੇ ਫਲ ਬਹੁਤ ਸੀ, ਜਿਹਦੇ ਵਿੱਚ ਸਭਨਾਂ ਲਈ ਭੋਜਨ ਸੀ, ਜਿਹਦੇ ਹੇਠ ਜੰਗਲੀ ਜਨੌਰ ਬਹਿੰਦੇ ਤੇ ਜਿਹਦੀਆਂ ਟਾਹਣੀਆਂ ਵਿੱਚ ਆਕਾਸ਼ ਤੇ ਪੰਛੀ ਬਸੇਰਾ ਕਰਦੇ। ਹੇ ਰਾਜਨ, ਉਹ ਤੁਸੀਂ ਹੋ, ਉਹ ਤੁਸੀਂ ਹੀ ਹੋ ਜਿਹੜੇ ਵਧੇ ਤੇ ਤਕੜੇ ਹੋਏ ਅਤੇ ਆਕਾਸ਼ ਤੱਕ ਕੱਪੜ ਪਏ। ਤੁਹਾਡਾ ਰਾਜ ਧਰਤੀ ਦੇ ਕੰਢਿਆਂ ਤੀਕ ਪਹੁੰਚਾ ਅਤੇ ਜੋ ਮਹਾਰਾਜ ਨੇ ਇੱਕ ਰਾਖੇ, ਇੱਕ ਪਵਿੱਤਰ ਜਨ ਨੂੰ ਆਕਾਸ਼ੋਂ ਉਤਰਦੇ ਵੇਖਿਆ ਤੇ ਇਹ ਆਖਦੇ ਹੋਏ ਵੇਖਿਆ ਕਿ ਰੁੱਖ ਨੂੰ ਕੱਟ ਦਿਓ, ਢਾਹ ਦਿਓ ਤੇ ਉਹਦਾ ਸਤਿਆਨਾਸ਼ ਕਰ ਸੁੱਟੋ, ਤਾਂ ਵੀ ਜ਼ਮੀਨ ਵਿੱਚ ਉਹਦੀਆਂ ਜੜ੍ਹਾਂ ਦਾ ਮੁੱਢ ਛੱਡ ਦਿਓ। ਸਗੋਂ ਉਹਨੂੰ ਪਿੱਤਲ ਤੇ ਲੋਹੇ ਦੇ ਸਪਮਿਆਂ ਨਾਲ ਬੰਨਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ
ਤੇ ਉਹ ਆਕਾਸ਼ ਦੀ ਜ਼ਰੇਲ ਨਾਲ ਤਰ ਹੋਵੇ ਤੇ ਜਦ ਤੱਕ 7 ਸਮੇਂ ਉਹਦੇ ਉੱਤੇ ਨਾ ਬੀਤਣ ਉਹਦਾ ਹਿੱਸਾ ਖੇਤ ਦੇ ਪਸ਼ੂਆਂ ਨਾਲ ਹੋਵੇ। हे ਰਾਜਨ, ਉਹਦਾ ਅਰਥ ਤੇ ਆਤਮਹਾਨ ਦਾ ਹੁਕਮ ਹੈ ਜੋ ਮਹਾਰਾਜ ਮੇਰੇ ਪ੍ਰਿਥਵੀ ਰਾਜ ਲਈ ਹੋਇਆ ਹੈ ਉਹ ਇਹ ਹੈ ਕਿ ਤੁਸੀਂ ਮਨੁੱਖਾਂ ਵਿੱਚੋਂ ਹੱਕੇ ਜਾਵੋਗੇ, ਖੇਤ ਦੇ ਵਿੱਚ ਪਸ਼ੂਆਂ ਵਿੱਚ ਵਸੋਗੇ, ਤੁਹਾਨੂੰ ਘਾਹ ਖਵਾਇਆ ਜਾਵੇਗਾ ਜਿਵੇਂ ਬਲਦਾਂ ਨੂੰ ਖਵਾਈਦਾ ਹੈ, ਆਕਾਸ਼ ਦੀ ਜ਼ਰੇਲ ਦੇ ਨਾਲ ਤਰ ਕੀਤੇ ਜਾਵੋਗੇ, ਤੁਹਾਡੇ ਉੱਤੇ 7 ਸਮੇਂ ਬੀਤ ਜਾਣਗੇ, ਤਦ ਤੁਸੀਂ ਜਾਣੋਗੇ ਕਿ ਆਤਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ, ਜਿਹਨੂੰ ਚਾਹੁੰਦਾ ਹੈ ਉਹਨੂੰ ਦਿੰਦਾ ਹੈ। ਤੇ ਜੋ ਉਹਨਾਂ ਨੇ ਹੁਕਮ ਕੀਤਾ ਕਿ ਰੁੱਖ ਦੀਆਂ ਜੜ੍ਹਾਂ ਦਾ ਮੁੱਢ ਛੱਡ ਦਿਓ, ਇਹਦਾ ਅਰਥ ਇਹ ਹੈ ਵੀ ਤੁਹਾਨੂੰ ਪਤਾ ਲੱਗੇਗਾ ਕਿ ਰਾਜ ਦਾ ਅਧਿਕਾਰ ਅਸਮਾਨੋਂ ਹੁੰਦਾ ਹੈ ਤੇ ਤੁਹਾਡਾ ਰਾਜ ਤੁਹਾਡੇ ਲਈ ਫਿਰ ਪੱਕਾ ਕੀਤਾ ਜਾਵੇਗਾ। ਇਸੇ ਕਾਰਨ ਇਹ ਰਾਜ ਮੇਰੀ ਸਲਾਹ ਮੇਰੇ ਮਨਪਸੰਦ ਹੋਵੇ, ਮੇਰੀ ਸਲਾਹ ਤੁਹਾਡੇ ਮਨਪਸੰਦ ਹੋਵੇ। ਤੁਸੀਂ ਆਪਣੇ ਪਾਪਾਂ ਨੂੰ ਧਰਮ ਨਾਲ ਤੇ ਆਪਣੀਆਂ ਬਦੀਆਂ ਨੂੰ ਗਰੀਬਾਂ ਉੱਤੇ ਦਇਆ ਕਰਨ ਨਾਲ ਢਾਲ ਦਿਓ, ਸ਼ਾਇਦ ਤੁਹਾਡਾ ਸੁੱਖ ਕੁਝ ਚਿਰਾਂ ਤੱਕ ਬਣਿਆ ਰਵੇ। ਇਹ ਸਭੋ ਕੁਝ ਨਬੂਕਦਨਸਰ ਰਾਜਾ ਉੱਤੇ ਬੀਤਿਆ। 12 ਮਹੀਨਿਆਂ ਦੇ ਮਗਰੋਂ ਉਹ ਬਾਬਲ ਦੇ ਸ਼ਾਹੀ ਮਹਿਲ ਵਿੱਚ ਟਹਿਲ ਰਿਹਾ ਸੀ ਕਿ ਰਾਜੇ ਨੇ ਆਖਿਆ, ਇਹ ਕੀ ਉਹ ਵੱਡਾ ਬਾਬਲ ਨਹੀਂ ਜਿਹਨੂੰ ਮੈਂ ਸ਼ਕਤੀ ਦੇ ਬਲ ਨਾਲ ਮਹਾਰਾਜੇ ਦੇ ਵਾਸ ਲਈ ਬਣਾਇਆ? ਮੇਰੀ ਮਹਿਮਾ ਦੀ ਵਡਿਆਈ ਹੋਵੇ। ਰਾਜਾ ਹਜੇ ਇਹ ਗੱਲ ਕਰ ਹੀ ਰਿਹਾ ਸੀ ਕਿ ਆਕਾਸ਼ੋਂ ਇੱਕ ਆਵਾਜ਼ ਆਈ ਕਿ ਇਹ ਨਬੂਕਦਨਸਰ ਰਾਜਾ, ਤੇਰੇ ਵਿਖੇ ਇਹ ਹੁਕਮ ਹੋਇਆ ਕਿ ਰਾਜ ਤੇਥੋਂ ਲੈ ਲਿਆ ਜਾਵੇ ਅਤੇ ਮਨੁੱਖਾਂ ਵਿੱਚੋਂ ਤੂੰ ਹੱਕਿਆ ਜਾਵੇਂ, ਤੇਰਾ ਵਾਸ ਖੇਤ ਦੇ ਪਸ਼ੂਆਂ ਨਾਲ ਹੋਵੇ, ਪਸ਼ੂਆਂ ਨਾਲ ਤੈਨੂੰ ਘਾਹ ਖਵਾਇਆ ਜਾਵੇਗਾ ਅਤੇ ਬਲਦਾਂ ਨੂੰ ਜਿਵੇਂ ਖਵਾਈਦਾ। 7 ਸਮੇਂ ਤੇਰੇ ਤੇ ਬੀਤਣਗੇ ਤੇ ਤੈਨੂੰ ਪਤਾ ਲੱਗੇਗਾ ਕਿ ਆਤਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ, ਜਿਹਨੂੰ ਚਾਹੁੰਦਾ ਹੈ ਉਹਨੂੰ ਦਿੰਦਾ ਹੈ। ਉਸੇ ਘੜੀ ਉਹ ਗੱਲ ਨਬੂਕਦਨਸਰ ਤੇ ਪੂਰੀ ਹੋਈ। ਉਹ ਮਨੁੱਖਾਂ ਵਿੱਚੋਂ ਹੱਕਿਆ ਗਿਆ, ਬਲਦਾਂ ਵਿੱਚ ਧੱਕਿਆ ਗਿਆ, ਘਾਹ ਖਾਣ ਲੱਗਿਆ, ਉਹਦੀ ਦੇਹ ਆਕਾਸ਼ ਦੀ ਤਰੇਲ ਨਾਲ ਤਰ ਹੋਈ, ਇੱਥੋਂ ਤੱਕ ਕਿ ਉਹਦੇ ਵਾਲ ਉਹ ਕਾਬਾਂ ਦੇ ਪਰਾਂ ਵਾਂਗੂ ਅਤੇ ਉਹਦੇ 9 ਪੰਛੀਆਂ ਦੇ 9 ਵਰਗੇ ਵੱਧ ਗਏ। ਉਹਨਾਂ ਦਿਨਾਂ ਦੇ ਬੀਤਣ ਉੱਤੇ ਮੈਂ ਨਬੂਕਦਨਸਰ ਨੇ ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕੀਆਂ। ਮੇਰੀ ਸਮਝ ਫੇਰ ਮੇਰੇ ਵਿੱਚ ਮੁੜ ਕੇ ਆਈ ਤਾਂ ਮੈਂ ਧੰਨਵਾਦ ਨਾਲ ਆਤਮਹਾਨ ਦਾ ਧੰਨਵਾਦ ਕੀਤਾ ਤੇ ਉਹਦਾ ਜੋ ਸਦਾ ਜਿਉਂਦਾ ਹੈ ਵਡਿਆਈ ਤੇ ਆਦਰ ਕੀਤਾ, ਜਿਹਦੀ ਵਫਾਦਾਰੀ ਸਰਦਾਰੀ ਸਦੀਪਕ, ਜਿਹਦਾ ਰਾਜ ਪੀੜੀ ਹੈ। ਧਰਤੀ ਦੇ ਸਾਰੇ ਵਸਨੀਕ ਕੁਝ ਨਹੀਂ ਗਿਣੇ ਜਾਂਦੇ। ਉਹ ਸੁਰਗ ਦੀਆਂ ਫੌਜਾਂ ਵਿੱਚ ਜਗਤ ਦੇ ਸਾਰੇ ਵਸਨੀਕਾਂ ਨਾਲ ਜੋ ਕੁਝ ਚਾਹੁੰਦਾ ਹੈ ਕਰਦਾ ਹੈ ਅਤੇ ਕੋਈ ਨਹੀਂ ਜੋ ਉਹਦੇ ਹੱਥ ਨੂੰ ਰੋਕ ਸਕੇ ਜਾਂ ਉਹਨੂੰ ਆਖੇ ਕਿ ਤੂੰ ਕੀ ਕਰਦਾ ਹੈ। ਉਸੇ ਵੇਲੇ ਮੇਰੀ ਸਮਝ ਮੇਰੇ ਵਿੱਚ ਫੇਰ ਮੁੜ ਆਈ ਤੇ ਮੇਰੇ ਰਾਜ ਦੇ ਪ੍ਰਤਾਪ ਲਈ ਮੇਰਾ ਆਦਰ ਤੇ ਮੇਰਾ ਦਬਕਾ ਫੇਰ ਮੇਰੇ ਵਿੱਚ ਆ ਗਿਆ ਤੇ ਮੇਰੇ ਸਲਾਹਕਾਰਾਂ ਨੇ ਤੇ ਪ੍ਰਧਾਨਾਂ ਨੇ ਮੈਨੂੰ ਫੇਰ ਲੱਭ ਲਿਆ ਤੇ ਆਪਣੇ ਰਾਜ ਵਿੱਚ ਮੈਂ ਫਿਰ ਕਾਇਮ ਹੋ ਗਿਆ ਤੇ ਚੰਗਾ ਪ੍ਰਤਾਪ ਮੈਨੂੰ ਮਿਲਿਆ। ਮੈਂ ਨਬੂਕਦਨਸਰ ਆਕਾਸ਼ ਦੇ ਰਾਜੇ ਦੀ ਵਡਿਆਈ ਤੇ ਮਹਿਮਾ ਤੇ ਆਦਰ ਕਰਦਾ ਹਾਂ, ਆਕਾਸ਼ ਦੇ ਮਹਾਰਾਜੇ ਦੀ, ਕਿਉਂ ਜੋ ਉਹ ਆਪਣੇ ਸਭਨਾਂ ਕੰਮਾਂ ਵਿੱਚ ਸੱਚ ਤੇ ਆਪਣੇ ਸਾਰੇ ਰਾਹਾਂ ਵਿੱਚ ਨਿਉਕਾਰ ਹੈ। ਜਿਹੜੇ ਘੁਮੰਡ ਨਾਲ ਚੱਲਦੇ ਹਨ ਉਹ ਉਹਨਾਂ ਨੂੰ ਨੀਵਾਂ ਕਰ ਸਕਦਾ ਹੈ। ਚੈਪਟਰ 5 ਕੰਧ ਉੱਤੇ ਅਗੰਮ ਲਿਖਤ। ਬੇਲਸ਼ਸਰ ਰਾਜਾ ਨੇ ਆਪਣੇ 1000 ਪ੍ਰਧਾਨਾਂ ਦੀ ਵੱਡੀ ਦਾਵਤ ਕੀਤੀ ਅਤੇ ਉਸ 1000 ਦੇ ਸਾਹਮਣੇ ਉਸਨੇ ਨਸ਼ਾ ਪੀਤਾ। ਬੇਲਸ਼ਸਰ ਨੇ ਨਸ਼ਾ ਚੱਖਦੇ ਹੋਏ ਨੇ ਆਗਿਆ ਦਿੱਤੀ ਕਿ ਸੋਨੇ ਤੇ ਚਾਂਦੀ ਦੇ ਭਾਂਡੇ ਜਿਹੜੇ ਨਬੂਕਦਨਸਰ ਉਹਦੇ ਪਿਤਾ ਨੇ ਜਰੂਸ਼ਲਮ ਦੀ ਹੈਕਲ ਵਿੱਚੋਂ ਕੱਢੇ ਸਨ ਲਿਆਂਦੇ ਜਾਣ ਤਾਂ ਕਿ ਰਾਜਾ ਤੇ ਉਹਦੇ ਪ੍ਰਧਾਨ ਉਹਨਾਂ ਤੇ ਉਹਨਾਂ ਦੀਆਂ ਰਾਣੀਆਂ ਤੇ ਉਹਦੀਆਂ ਰਖੇਲਾਂ ਤੇ ਉਹਨਾਂ ਦੀਆਂ ਸਰੀਤਾਂ ਉਹਨਾਂ ਵਿੱਚ ਨਸ਼ਾ ਪੀਣ। ਤਾਂ ਸੋਨੇ ਦੇ ਭਾਂਡਿਆਂ ਨੂੰ ਜਿਹੜੇ ਪਰਮੇਸ਼ਰ ਦੇ ਭਵਨ ਦੀ ਹੈਕਲ ਵਿੱਚੋਂ ਜਾ ਕੇ ਯਰੂਸ਼ਲਮ ਵਿੱਚ ਕੱਢੇ ਗਏ ਲਿਆਂਦੇ ਅਤੇ ਰਾਜਾ ਤੇ ਉਹਨਾਂ ਦੇ ਪ੍ਰਧਾਨਾਂ ਤੇ ਉਹਦੀਆਂ ਰਾਣੀਆਂ ਤੇ ਉਹਨਾਂ ਦੀਆਂ ਰਖੇਲਾਂ ਨੇ ਉਹਨਾਂ ਵਿੱਚ ਪੀਤਾ ਅਤੇ ਸ਼ਰਾਬ ਪੀਤੀ ਤੇ ਸੋਨੇ ਚਾਂਦੀ ਪਿੱਤਲ ਲੋਹੇ ਕਾਠ ਤੇ ਪੱਥਰ ਦੇ ਦੇਵਤਿਆਂ ਦੀ ਵਡਿਆਈ ਕੀਤੀ। ਉਸੇ ਘੜੀ ਵਿੱਚ ਮਨੁੱਖ ਦੇ ਹੱਥ ਦੀਆਂ ਕੁਝ ਉਂਗਲੀਆਂ ਪ੍ਰਗਟ ਹੋਈਆਂ। ਉਹਨਾਂ ਨੇ ਸ਼ਮੋਦਾਨ ਦੇ ਅੱਗੇ ਰਾਜੇ ਦੇ ਮਹਿਲ ਦੀ ਚੂਨੇ ਗੱਜ ਕੰਧ ਉੱਤੇ ਲਿਖਿਆ ਅਤੇ ਰਾਜੇ ਨੇ ਹੱਥ ਦਾ ਉਹ ਹਿੱਸਾ ਜੋ ਲਿਖਦਾ ਸੀ ਦੇਖਿਆ ਤਾਂ ਰਾਜੇ ਦਾ ਚਿਹਰਾ ਬਦਲ ਗਿਆ। ਉਸ ਦੀ ਚਿੰਤਾ ਨੇ ਉਹਨੂੰ ਉਧਰਾ ਦਿੱਤਾ, ਇੱਥੋਂ ਤੱਕ ਕਿ ਉਹਦੇ ਲੱਕ ਦੇ ਜੋੜ ਢਿੱਲੇ ਪੈ ਗਏ, ਉਹਦੇ ਗੋਡੇ ਇੱਕ ਦੂਜੇ ਨਾਲ ਭਿੜਨ ਲੱਗੇ। ਰਾਜੇ ਨੇ ਉੱਚੀ ਦਿੱਤੀ ਆਵਾਜ਼ ਨਾਲ ਚਲਾ ਕੇ ਆਖਿਆ ਕਿ ਜੋਤਸ਼ੀਆਂ ਕਸਦੇ ਅਗੰਮ ਗਿਆਨੀਆਂ ਨੂੰ ਸਾਹਮਣੇ ਕਰੋ। ਰਾਜੇ ਨੇ ਬਾਬਲ ਦੇ ਗਿਆਨੀਆਂ ਨੂੰ ਆਖਿਆ,
ਬਈ ਕੋਈ ਜੋ ਕੁਝ ਇਸ ਲਿਖਤ ਨੂੰ ਪੜ੍ਹੇ ਤੇ ਇਹਦਾ ਅਰਥ ਮੈਨੂੰ ਦੱਸੇ, ਉਹਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਵੇਗਾ ਤੇ ਉਹਦੇ ਗਲ ਵਿੱਚ ਸੋਨੇ ਦਾ ਕਾਂਟਾ ਪਵਾਇਆ ਜਾਏਗਾ। ਰਾਜ ਵਿੱਚ ਤੀਜੇ ਦਰਜੇ ਦਾ ਉਹ ਹਾਕਮ ਬਣੇਗਾ। ਤਦ ਰਾਜੇ ਨੇ ਸਾਰੇ ਗਿਆਨੀ ਸਾਹਮਣੇ ਆਏ, ਪਰ ਕੋਈ ਉਸ ਲਿਖਤ ਨੂੰ ਨਾ ਪੜ੍ਹ ਸਕਿਆ ਨਾ ਰਾਜੇ ਨੂੰ ਉਹਦਾ ਅਰਥ ਦੱਸ ਸਕਿਆ। ਤਾਂ ਬੇਲਸ਼ੱਸਰ ਰਾਜਾ ਬਹੁਤ ਘਬਰਾ ਗਿਆ, ਉਹਦਾ ਚਿਹਰਾ ਬਦਲ ਗਿਆ ਤੇ ਉਹਦੇ ਪ੍ਰਧਾਨ ਹੱਕੇ ਬੱਕੇ ਰਹਿ ਗਏ। ਫਿਰ ਰਾਜੇ ਤੇ ਪ੍ਰਧਾਨਾਂ ਦੀਆਂ ਗੱਲਾਂ ਸੁਣ ਕੇ ਰਾਜੇ ਦੀ ਮਾਤਾ ਦਾਵਤ ਦੇ ਘਰ ਵਿੱਚ ਆਈ ਤੇ ਮਹਾਰਾਣੀ ਜੀ ਆਖਣ ਲੱਗੀ, ਹੇ ਰਾਜਾ, ਜੁਗੋ ਜੁਗ ਜਿਉਂਦਾ ਰਹੋ। ਤੇਰੀਆਂ ਚਿੰਤਾਵਾਂ ਨੇ ਤੈਨੂੰ ਹੱਕਾ ਬੱਕਾ ਕਰਨ ਲਈ ਤੇਰਾ ਚਿਹਰਾ ਨਾ ਬਦਲੇ। ਤੇਰੇ ਰਾਜ ਵਿੱਚ ਇੱਕ ਆਦਮੀ ਹੈ ਜਿਸ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ। ਤੇਰੇ ਪਿਤਾ ਦੇ ਦਿਨਾਂ ਵਿੱਚ ਚਾਨਣ ਸਮਝ ਤੇ ਬੁੱਧ ਤੇ ਦੇਵਤਿਆਂ ਵਰਗੀ ਬੁੱਧ ਉਹਦੇ ਵਿੱਚ ਪਾਈ ਜਾਂਦੀ ਰਹੀ, ਜਿਸ ਨੂੰ ਤੇਰੇ ਪਿਤਾ ਮਹਾਰਾਜਾ ਨਬੂਕਦਨਸਰ ਨੇ, ਤੇਰੇ ਪਿਤਾ ਮਹਾਰਾਜੇ ਨੇ ਜਾਦੂਗਰਾਂ, ਜੋਤਸ਼ੀਆਂ, ਕਸਤੀਆਂ ਤੇ ਅਗੰਮ ਗਿਆਨੀਆਂ ਦਾ ਸਰਦਾਰ ਬਣਾਇਆ ਹੋਇਆ ਸੀ। ਕਿਉਂ ਜੋ ਉਸ ਵਿੱਚ ਇੱਕ ਚੰਗਾ ਆਤਮਾ ਤੇ ਗਿਆਨ ਤੇ ਸਮਝ ਤੇ ਸੁਪਨਿਆਂ ਦੇ ਅਰਥ ਦੱਸਣ ਦੀ ਸ਼ਕਤੀ ਅਤੇ ਔਖੀਆਂ ਗੱਲਾਂ ਦੇ ਭੇਤ ਖੋਲਣ ਤੇ ਵਹਿਮਾਂ ਨੂੰ ਹੱਲ ਕਰਨ ਦੀ ਵੀ ਸਮਰੱਥਾ ਸੀ। ਉਸੇ ਦਾਨੀਅਲ ਜਿਹਦਾ ਨਾਮ ਰਾਜੇ ਨੇ ਬੇਲਸ਼ੱਸਰ ਵੀ ਰੱਖਿਆ ਸੀ, ਹੁਣ ਦਾਨੀਅਲ ਨੂੰ ਸਦਵਾ ਲਿਆ ਤੇ ਉਹ ਅਰਥ ਦੱਸੇਗਾ। ਤੇ ਦਾਨੀਅਲ ਰਾਜੇ ਦੇ ਦਰਬਾਰ ਵਿੱਚ ਲਿਆਂਦਾ ਗਿਆ। ਤਦ ਰਾਜੇ ਨੇ ਦਾਨੀਅਲ ਨੂੰ ਇਉਂ ਆਖਿਆ, ਕੀ ਤੂੰ ਉਹ ਦਾਨੀਅਲ ਹੈ ਜੋ ਯਹੂਦਾ ਦੇ ਕੈਦੀਆਂ ਵਿੱਚੋਂ ਹੈ, ਜਿਨ੍ਹਾਂ ਨੂੰ ਮਹਾਰਾਜਾ ਮੇਰਾ ਪਿਤਾ ਯਹੂਦਾ ਥਾਣੀ ਲਿਆ ਸੀ? ਮੈਂ ਤੇਰੇ ਬਾਰੇ ਸੁਣਿਆ ਹੈ ਕਿ ਦੇਵਤਿਆਂ ਦਾ ਆਤਮਾ ਤੇਰੇ ਵਿੱਚ ਹੈ ਤੇ ਚਾਨਣ ਦੇ ਸਮਝ ਚੰਗੀ ਬੁੱਧ ਤੇਰੇ ਵਿੱਚ ਹੈ। ਤੇ ਹੁਣ ਗਿਆਨੀ ਤੇ ਜੋਤਸ਼ੀ ਮੇਰੇ ਸਾਹਮਣੇ ਕੀਤੇ ਗਏ ਹਨ, ਇਸ ਕਰਕੇ ਜੋ ਉਸ ਲਿਖਤ ਨੂੰ ਪੜ੍ਹਨ ਉਹਦਾ ਅਰਥ ਮੇਰੇ ਤੇ ਪ੍ਰਗਟ ਕਰਨ, ਪਰ ਉਹ ਉਹਦਾ ਅਰਥ ਪ੍ਰਗਟ ਨਹੀਂ ਕਰ ਸਕੇ। ਮੈਂ ਤੇਰੇ ਬਾਰੇ ਸੁਣਿਆ ਹੈ ਜੋ ਤੂੰ ਅਰਥ ਦੱਸ ਸਕਦਾ ਹੈ ਤੇ ਭਰਮ ਹਟਾ ਦਿੰਦਾ ਹੈ। ਹੁਣ ਜੇ ਤੂੰ ਉਸ ਲਿਖਤ ਨੂੰ ਪੜ੍ਹੇ, ਉਹਦਾ ਅਰਥ ਮੈਨੂੰ ਦੱਸੇ, ਤੇ ਤੈਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਵੇਗਾ ਤੇ ਤੇਰੇ ਗਲ ਵਿੱਚ ਸੋਨੇ ਦਾ ਕੈਂਠਾ ਵੀ ਪਵਾਇਆ ਜਾਵੇਗਾ। ਤੂੰ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਜਾਵੇਗਾ। ਤਾਂ ਦਾਨੀਅਲ ਨੇ ਉੱਤਰ ਦੇ ਕੇ ਰਾਜੇ ਦੇ ਸਾਹਮਣੇ ਆਖਿਆ, ਤੇਰੇ ਨਾਮ ਤੇਰੇ ਹੀ ਕੋਲ ਰਹਿਣ, ਆਪਣੀਆਂ ਦਾਤਾਂ ਕਿਸੇ ਹੋਰ ਨੂੰ ਦੇ। ਤਾਂ ਵੀ ਮੈਂ ਰਾਜੇ ਲਈ ਇਸ ਲਿਖਤ ਨੂੰ ਜ਼ਰੂਰ ਪੜਾਂਗਾ, ਉਹਦਾ ਅਰਥ ਜ਼ਰੂਰ ਦੱਸਾਂਗਾ। ਇਹ ਰਾਜਾ ਆਤਮਹਾਨ ਪਰਮੇਸ਼ਰ ਨੇ ਨਬੂਕਦਨਸਰ ਤੇਰੇ ਪਿਤਾ ਨੂੰ ਰਾਜ, ਬਜ਼ੁਰਗੀ, ਮਹਿਮਾ ਤੇ ਪ੍ਰਤਾਪ ਦਿੱਤਾ। ਇਸ ਬਜ਼ੁਰਗੀ ਦੇ ਕਾਰਨ ਜੋ ਉਸਨੇ ਕਿਸ ਨੂੰ ਦਿੱਤੀ ਅਤੇ ਸਾਰੇ ਲੋਕ ਅਤੇ ਕੌਮਾਂ ਤੇ ਭਾਖਿਆ ਉਹਦੇ ਸਾਹਮਣੇ ਕੰਬੀਆਂ ਤੇ ਡਰੀਆਂ। ਜਿਹਨੂੰ ਚਾਹਿਆ ਉਸਨੇ ਮਾਰ ਸੁੱਟਿਆ ਤੇ ਜਿਹਨੂੰ ਚਾਹਿਆ ਉਸਨੇ ਜਿਉਂਦਾ ਰੱਖਿਆ, ਜਿਹਨੂੰ ਚਾਹਿਆ ਉਸਨੇ ਵਧਾਇਆ, ਜਿਹਨੂੰ ਚਾਹਿਆ ਉਸਨੇ ਘਟਾਇਆ। ਪਰ ਜਦੋਂ ਉਸਦਾ ਸੁਭਾਅ ਹੰਕਾਰੀ ਹੋ ਗਿਆ ਤੇ ਉਹਦਾ ਆਤਮਾ ਕਰੜਾ ਹੋਇਆ ਤੇ ਉਦੋਂ ਤੀਕਰ ਘਮੰਡ ਕਰਦਾ ਰਿਹਾ ਤੇ ਆਪਣੇ ਰਾਜ ਸਿੰਘਾਸਨ ਤੋਂ ਲਾਇਆ ਗਿਆ ਤੇ ਉਹਦੀ ਪੱਤ ਪ੍ਰਤੀਤ ਖੁੱਸ ਗਈ ਅਤੇ ਮਨੁੱਖ ਵੰਸ਼ੀਆਂ ਵਿੱਚੋਂ ਧੱਕਿਆ ਗਿਆ ਤੇ ਉਹਦਾ ਮਨ ਪਸ਼ੂਆਂ ਜਿਹਾ ਬਣਿਆ ਤੇ ਉਜਾੜ ਦੇ ਖੋਤਿਆਂ ਵਿੱਚ ਉਹ ਵਸਿਆ ਅਤੇ ਬਲਦਾਂ ਵਾਂਗੂ ਉਹਨੂੰ ਘਾਹ ਖੁਆਇਆ ਅਤੇ ਉਹਦਾ ਸਰੀਰ ਆਕਾਸ਼ ਦੀ ਤੇਲ ਨਾਲ ਨੁਹਾਇਆ ਗਿੱਲਾ ਹੋਇਆ। ਇੱਥੋਂ ਤੱਕ ਕਿ ਉਸਨੇ ਨਹੀਂ ਜਾਣਿਆ ਵੀ ਆਤਮਹਾਨ ਪਰਮੇਸ਼ਰ ਮਨੁੱਖਾਂ ਤੇ ਰਾਜਿਆਂ ਦੇ ਉੱਤੇ ਰਾਜ ਕਰਦਾ ਹੈ, ਜਿਹਨੂੰ ਚਾਹੇ ਉਹਨੂੰ ਦੇ ਕੇ ਉਹਨੂੰ ਅਟਲ ਕਰਦਾ ਹੈ। ਪਰ ਇਹ ਬੇਲਸ਼ੱਸਰ, ਤੂੰ ਜੋ ਉਹਦਾ ਪੁੱਤਰ ਹੈ, ਭਾਵੇਂ ਜੇ ਤੂੰ ਇਸ ਸਾਰੀ ਗੱਲ ਨੂੰ ਜਾਣ ਲਿਆ ਤਦ ਵੀ ਮੈਂ ਆਪਣੇ ਮਨ ਨੂੰ ਨਿਮਾਣਾ ਨਾ ਕੀਤਾ, ਤਦ ਵੀ ਤੈਂ ਆਪਣੇ ਮਨ ਨੂੰ ਨਿਮਾਣਾ ਨਾ ਕੀਤਾ। ਸਗੋਂ ਆਕਾਸ਼ਾਂ ਦੇ ਪ੍ਰਭੂ ਦੇ ਸਨਮੁਖ ਆਪਣੇ ਆਪ ਨੂੰ ਅਕੜਾਇਆ ਤੇ ਉਹਦੇ ਘਰ ਦੇ ਭਾਂਡੇ ਉਹਦੇ ਤੇਰੇ ਅੱਗੇ ਲਿਆਏ ਤੇ ਤੂੰ ਆਪਣੇ ਸਰਦਾਰਾਂ, ਆਪਣੀਆਂ ਰਾਣੀਆਂ, ਆਪਣੀਆਂ ਰਖੇਲੀਆਂ ਦੇ ਨਾਲ ਉਹਨਾਂ ਵਿੱਚ ਨਸ਼ਾ ਪੀਤਾ ਤੇ ਉਹਨਾਂ ਨੂੰ ਵੀ ਪਿਆਇਆ। ਤੇ ਚਾਂਦੀ ਔਰ ਸੋਨੇ ਤੇ ਪਿੱਤਲ, ਲੋਹੇ, ਲੱਕੜੀ ਔਰ ਪੱਥਰ ਦੇ ਦੇਵਤਿਆਂ ਦੀ ਜੋ ਨਾ ਦੇਖਦੇ ਹਨ, ਨਾ ਸੁਣਦੇ ਹਨ, ਨਾ ਜਾਣਦੇ ਹਨ, ਉਹਨਾਂ ਦੀ ਵਡਿਆਈ ਕੀਤੀ। ਉਸ ਪਰਮੇਸ਼ਰ ਦਾ ਜਿਹਦੇ ਹੱਥ ਵਿੱਚ ਤੇਰਾ ਦਮ, ਜਿਹਦੇ ਹੱਥ ਵਿੱਚ ਤੇਰੇ ਰਾਹ, ਉਹਦਾ ਆਦਰ ਨਹੀਂ ਕੀਤਾ। ਸੋ ਉਹਦੇ ਵੱਲੋਂ ਉਹਦੇ ਹੱਥ ਦਾ ਸਿਰਾ ਭੇਜਿਆ ਗਿਆ ਹੈ ਤੇ ਇਹ ਲਿਖਤ ਲਿਖੀ ਗਈ ਹੈ। ਅਤੇ ਲਿਖਤ ਜੋ ਲਿਖੀ ਗਈ ਸੀ ਉਹ ਇਹ ਹੈ, ਮਨੇ ਮਨੇ ਤਕੀਲ ਉਫਰਸੀਨ। ਅਤੇ ਮਨੇ ਪਦ ਦਾ ਇਹ ਅਰਥ ਹੈ, ਪਰਮੇਸ਼ਰ ਨੇ ਤੇਰੇ ਰਾਜ ਦਾ ਲੇਖਾ ਕੀਤਾ ਅਤੇ ਉਹਦਾ ਛੇਕੜ ਕਰ ਦਿੱਤਾ। ਤਕੇਲ ਦਾ ਅਰਥ ਹੈ ਕਿ ਤੂੰ ਤੱਕੜੀ ਵਿੱਚ ਤੋਲਿਆ ਗਿਆ ਤੇ ਘੱਟ ਨਿਕਲਿਆ। ਪਰ ਇਸ ਦਾ ਅਰਥ ਹੈ ਕਿ ਜੋ ਤੇਰਾ ਰਾਜ ਵੰਡਿਆ ਗਿਆ ਤੇ ਮਾਦੀਆਂ ਤੇ ਫਰਾਂਸੀਆਂ ਨੂੰ ਦਿੱਤਾ ਗਿਆ। ਤਦ ਬੇਲਸ਼ੱਸਰ ਨੇ ਆਗਿਆ ਦਿੱਤੀ ਅਤੇ ਉਹਨਾਂ ਨੇ ਦਾਨੀਅਲ ਨੂੰ ਕਿਰਮਚੀ ਚੋਗਾ ਪਹਿਨਾਇਆ ਅਤੇ ਸੋਨੇ ਦਾ ਕੈਂਠਾ ਉਹਦੇ ਗਲ ਵਿੱਚ ਪਵਾਇਆ ਅਤੇ ਉਸਦੇ ਲਈ ਢੰਡੋਰਾ ਪਿਟਵਾਇਆ ਵੀ ਉਹ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣੇ।
ਉਹਨੂੰ ਤੀਜੇ ਦਰਜੇ ਦਾ ਹਾਕਮ ਬਣਾਇਆ। ਉਸੇ ਰਾਤ ਨੂੰ ਬੇਲਸ਼ਸਰ ਜੋ ਕਸੀਆਂ ਦਾ ਰਾਜਾ ਸੀ ਵੱਢਿਆ ਗਿਆ ਤੇ ਦਾਰਾਮਾਦੀ ਨੇ 62 ਵਰਿਆਂ ਦੀ ਉਮਰ ਵਿੱਚ ਰਾਜ ਲੈ ਲਿਆ। ਚੈਪਟਰ 6 ਦਾਨੀਅਲ ਸ਼ੇਰਾਂ ਦੇ ਘੂਰੇ ਵਿੱਚ। ਦਾਰਾ ਨੂੰ ਚੰਗਾ ਲੱਗਿਆ ਜੋ ਰਾਜ ਉਤੇ 120 ਮਨਸਬਦਾਰ ਠਹਿਰਾਏ ਤਾਂ ਕੁੱਲ ਰਾਜ ਉਤੇ ਜੋ ਸਰਦਾਰੀ ਕਰਨ, ਤੇ ਉਹਨੇ 3 ਪ੍ਰਧਾਨਾਂ ਵਿੱਚੋਂ ਇੱਕ ਦਾ ਨਾਂ ਦਾਨੀਅਲ ਸੀ, ਜਿਸ ਕਰਕੇ ਜੋ ਮਨਸਬਦਾਰ ਉਹਨਾਂ ਨੂੰ ਲੇਖਾ ਦੇਣ ਤਾਂ ਜੋ ਰਾਜੇ ਨੂੰ ਘਾਟਾ ਨਾ ਪਵੇ। ਤੇ ਇੱਕ ਚੰਗਾ ਆਦਮੀ ਦਾਨੀਅਲ ਸੀ, ਇਸੇ ਕਰਕੇ ਉਹਨੂੰ ਮਨਸਬਦਾਰਾਂ ਤੇ ਪ੍ਰਧਾਨਾਂ ਨਾਲੋਂ ਵਧੇਰੇ ਵਡਿਆਈ ਮਿਲੀ ਅਤੇ ਰਾਜੇ ਨੇ ਚਾਹਿਆ ਕਿ ਉਹਨੂੰ ਆਪਣੇ ਸਾਰੇ ਰਾਜ ਉੱਤੇ ਮੁਖਤਿਆਰ ਕਰ ਦੇਵੇ। ਤਦ ਉਹਨਾਂ ਮਨਸਬਦਾਰਾਂ ਅਤੇ ਪ੍ਰਧਾਨਾਂ ਨੇ ਚਾਹਿਆ ਵੀ ਕਿਵੇਂ ਨਾ ਕਿਵੇਂ ਰਾਜਕਾਜ ਦੇ ਕਾਰਨ ਦਾਨੀਅਲ ਤੇ ਕੋਈ ਦੋਸ਼ ਲਾਈਏ ਕਿ ਉਹਨਾਂ ਨੂੰ ਕੋਈ ਦੋਸ਼ ਜਾਂ ਖੋਟ ਉਹਦੇ ਵਿੱਚੋਂ ਜਦੋਂ ਨਹੀਂ ਲੱਭਿਆ ਤੇ ਕਿਉਂਕਿ ਉਹ ਵਫਾਦਾਰ ਸੀ ਤੇ ਉਹਦੇ ਵਿੱਚ ਕੋਈ ਔਗਣ ਜਾਂ ਫਿਰ ਹੋਰ ਕੋਈ ਖੋਟ ਨਹੀਂ ਲੱਭਾ, ਤੇ ਉਹਨਾਂ ਆਦਮੀਆਂ ਨੇ ਆਖਿਆ ਕਿ ਅਸੀਂ ਇਸ ਦਾਨੀਅਲ ਨੂੰ ਪਰਮੇਸ਼ਰ ਦੇ ਨਾਲ ਪਿਆਰ ਕਰਨ ਦੇ ਵਿਵਸਥਾ ਤੋਂ ਬਿਨਾਂ ਕਿਸੇ ਹੋਰ ਗੱਲ ਵਿੱਚ ਦੋਸ਼ੀ ਨਹੀਂ ਠਹਿਰਾ ਸਕਦੇ। ਤਾਂ ਪ੍ਰਧਾਨ ਤੇ ਮਨਸਬਦਾਰ ਇਕੱਠੇ ਹੋ ਕੇ ਰਾਜਾ ਕੋਲ ਆਏ ਤੇ ਉਹਨੂੰ ਕਹਿਣ ਲੱਗੇ, ਹੇ ਰਾਜਾ, ਮਹਾਰਾਜਾ ਦਾਰਾ, ਜੁਗੋ ਜੁਗ ਜਿਉਂਦੇ ਰਹੋ। ਰਾਜ ਦੇ ਸਾਰੇ ਪ੍ਰਧਾਨਾਂ, ਦੀਵਾਨਾਂ, ਮਨਸਬਦਾਰਾਂ, ਸਲਾਹਕਾਰਾਂ ਤੇ ਸਰਦਾਰਾਂ ਨੇ ਆਪੋ ਵਿੱਚ ਸਲਾਹ ਕੀਤੀ ਹੈ, ਇੱਕ ਸ਼ਾਹੀ ਵਿਧੀ ਠਹਿਰਾਈ ਜਾਵੇ, ਇੱਕ ਮਨਾਹੀ ਦਾ ਪੱਕਾ ਕਾਨੂੰਨ ਬਣਾਇਆ ਜਾਵੇ ਬਈ ਜਿਹਦੇ ਉੱਤੇ 30 ਦਿਹਾੜਿਆਂ ਤੱਕ ਤੁਹਾਡੇ ਤੋਂ ਬਿਨਾਂ ਕਿਸੇ ਦੇਵਤੇ ਜਾਂ ਕਿਸੇ ਹੋਰ ਦੇ ਅੱਗੇ ਕੋਈ ਬੇਨਤੀ ਨਾ ਕਰੇ। ਜੋ ਕਰੇ ਕਿਸੇ ਹੋਰ ਦੇ ਅੱਗੇ ਬੇਨਤੀ ਕਰੇ, ਕਿਸੇ ਦੇਵਤੇ ਅੱਗੇ, ਤੇ ਉਹ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇ। ਸੋ ਹੁਣ ਰਾਜਨ, ਇਸ ਵਿਧੀ ਨੂੰ ਇਸ ਲੇਖ ਦੇ ਉੱਤੇ ਤੁਸੀਂ ਆਪਣੀ ਸਹੀ ਪਾ ਦਿਓ ਤਾਂ ਕਿ ਬਦਲੀ ਨਾ ਜਾਵੇ ਮਾਦੀਆਂ ਤੇ ਫਾਰਸੀਆਂ ਦੇ ਪੱਕੇ ਕਾਨੂੰਨ ਦੇ ਮੁਤਾਬਿਕ, ਜੋ ਕਿ ਬਦਲਦਾ ਨਹੀਂ ਹੈ। ਸੋ ਦਾਰਾ ਰਾਜਾ ਨੇ ਉਹਨਾਂ ਦੇ ਕਹੇ ਮੁਤਾਬਿਕ ਉਸ ਲਿਖਤ ਤੇ ਉਸ ਵਿਧੀ ਉਤੇ ਸਹੀ ਪਾ ਦਿੱਤੀ। ਜਦੋਂ ਦਾਨੀਅਲ ਨੂੰ ਮਾਲੂਮ ਹੋਇਆ ਕਿ ਉਹ ਉਸ ਲਿਖਤ ਉਤੇ ਸਹੀ ਪੈ ਗਈ ਹੈ ਤਾਂ ਉਹ ਆਪਣੇ ਘਰ ਵਿੱਚ ਆਇਆ ਤੇ ਆਪਣੀ ਕੋਠੜੀ ਦੀ ਬਾਰੀ ਖੋਲ ਕੇ, ਜਿਹੜੀ ਕਿ ਯਰੂਸ਼ਲਮ ਵੱਲ ਸੀ, ਦਿਨ ਵਾਰੀ ਵਿੱਚ 3 ਵਾਰੀ ਗੋਡੇ ਨਵਾ ਕੇ ਉਹ ਪਰਮੇਸ਼ਵਰ ਦੇ ਸਾਹਮਣੇ ਸ਼ੁਕਰ ਮਨਾਉਂਦਾ ਸੀ, ਬੇਨਤੀ ਕਰਦਾ ਸੀ। ਤੇ ਉਸਨੇ ਸ਼ੁਕਰ ਵੀ ਮਨਾਇਆ ਤੇ ਬੇਨਤੀ ਵੀ ਕੀਤੀ। ਅਤੇ ਇਹ ਲੋਕ ਇਕੱਠੇ ਹੋਏ ਤੇ ਦਾਨੀਅਲ ਨੂੰ ਆਪਣੇ ਪਰਮੇਸ਼ਰ ਦੇ ਸਾਹਮਣੇ ਬੇਨਤੀਆਂ ਅਤੇ ਤਰਲੇ ਕਰਦਿਆਂ ਵੇਖ ਕੇ ਉਹਦੇ ਨੇੜੇ ਆਏ ਤੇ ਰਾਜੇ ਦੇ ਸਾਹਮਣੇ ਰਾਜੇ ਦੇ ਪੱਕੇ ਕਾਨੂੰਨ ਲਈ ਆਖਿਆ ਕਿ ਰਾਜਨ, ਕੀ ਤੁਸੀਂ ਉਸ ਵਿਧੀ ਉੱਤੇ ਸਹੀ ਨਹੀਂ ਪਾਈ ਸੀ ਵੀ ਜਿਹੜਾ ਕੋਈ 30 ਦਿਨਾਂ ਤੱਕ ਤੁਹਾਡੇ ਬਿਨਾਂ ਕਿਸੇ ਹੋਰ ਦੇਵਤੇ ਜਾਂ ਮਨੁੱਖ ਦੇ ਅੱਗੇ ਬੇਨਤੀ ਕਰੇ ਉਹਨੂੰ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇਗਾ? ਤਾਂ ਰਾਜੇ ਨੇ ਉੱਤਰ ਦੇ ਕੇ ਗਿਆ, ਹਾਂ, ਇਹ ਗੱਲ ਸੱਚ ਹੈ। ਤੇ ਮਾਦੀਆਂ ਤੇ ਫਰਾਸੀਆਂ ਦੇ ਕਾਨੂੰਨ ਅਨੁਸਾਰ ਜੋ ਬਦਲਦੇ ਨਹੀਂ, ਤਾਂ ਉਹਨਾਂ ਨੇ ਉੱਤਰ ਦਿੱਤਾ ਕਿ ਰਾਜੇ ਦੇ ਅੱਗੇ ਬੇਨਤੀ ਕੀਤੀ ਸੀ ਵੀ ਇਹ ਰਾਜਨ, ਉਹ ਕੋਈ ਹੋਰ ਨਹੀਂ, ਉਹ ਦਾਨੀਅਲ ਹੈ ਜਿਹੜਾ ਯਹੂਦੀਆਂ ਦੇ ਅਸੀਰਾਂ ਵਿੱਚੋਂ ਹੈ, ਤੇ ਉਹਨੇ ਤੁਹਾਨੂੰ ਨਹੀਂ ਮੰਨਿਆ ਤੇ ਉਸ ਕਾਨੂੰਨ ਨੂੰ ਵੀ ਨਹੀਂ ਮੰਨਿਆ ਜਿਹਦੇ ਉੱਤੇ ਤੁਸੀਂ ਸਹੀ ਪਾਈ ਹੈ। ਪਰ ਉਹ ਹਰ ਰੋਜ਼ 3 ਵਾਰੀ ਬੇਨਤੀ ਕਰਦਾ ਹੈ। ਤਦ ਰਾਜੇ ਨੇ ਇਹ ਗੱਲ ਸੁਣੀ, ਤਦ ਆਪਣੇ ਆਪ ਵਿੱਚੋਂ ਵੱਡਾ ਦੁਖੀ ਹੋਇਆ, ਉਹ ਚਿੱਠਾ ਹੋਇਆ। ਉਸਨੇ ਮਨ ਵਿੱਚ ਚਾਹਿਆ ਕਿ ਦਾਨੀਅਲ ਨੂੰ ਛੁਡਾਵੇ ਤੇ ਸੂਰਜ ਦੇ ਅਸਤ ਹੋਣ ਤੀਕ ਉਹਨੂੰ ਛੁਡਾਉਣ ਦੇ ਲਈ ਯਤਨ ਕਰਦਾ ਰਿਹਾ। ਪਰ ਉਹ ਮਨੁੱਖ ਰਾਜੇ ਦੇ ਸਾਹਮਣੇ ਇਕੱਠੇ ਹੋਏ ਤੇ ਰਾਜੇ ਨੂੰ ਕਹਿਣ ਲੱਗੇ, ਹੇ ਰਾਜਨ, ਤੁਸੀਂ ਜਾਣ ਲਓ ਕਿ ਮਾਦੀਆਂ ਤੇ ਫਾਰਸੀਆਂ ਦਾ ਕਾਨੂੰਨ ਹੈ, ਜੋ ਮਨਾਹੀ ਦਾ ਪੱਕਾ ਕਾਨੂੰਨ ਤੇ ਸ਼ਾਹੀ ਵਿਧੀ ਰਾਜਾ ਠਹਿਰਾਵੇ, ਉਹ ਬਦਲੀ ਨਾ ਜਾਵੇ। ਤਾਂ ਰਾਜੇ ਨੇ ਆਗਿਆ ਕੀਤੀ ਕਿ ਉਸ ਦਾਨੀਅਲ ਨੂੰ ਲੈ ਆਓ ਤੇ ਉਹਨੂੰ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿਓ। ਤੇ ਉਹ ਦਾਨੀਅਲ ਨੂੰ ਲੈ ਆਏ ਤਾਂ ਉਸ ਨੂੰ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿੱਤਾ। ਪਰ ਰਾਜੇ ਨੇ ਦਾਨੀਅਲ ਨੂੰ ਆਖਿਆ ਕਿ ਤੇਰਾ ਪਰਮੇਸ਼ਵਰ ਜਿਹਦੀ ਤੂੰ ਸਦਾ ਉਪਾਸਨਾ ਕਰਦਾ ਰਿਹਾ ਹੈ, ਤੈਨੂੰ ਜ਼ਰੂਰ ਛੁਡਾਓ, ਉਹੀ ਤੈਨੂੰ ਛੁਡਾਓ। ਤੇ ਇੱਕ ਪੱਥਰ ਲਿਆਂਦਾ ਗਿਆ ਤੇ ਉਸ ਘੁਰੇ ਦੇ ਮੂੰਹ ਉੱਤੇ ਰੱਖ ਦਿੱਤਾ ਗਿਆ ਅਤੇ ਰਾਜੇ ਨੇ ਆਪਣੀ ਤੇ ਪ੍ਰਧਾਨਾਂ ਦੀ ਮੋਹਰ ਉਹਦੇ ਉੱਤੇ ਲਾ ਦਿੱਤੀ, ਇਸ ਲਈ ਵੀ ਜੋ ਗੱਲ ਦਾਨੀਅਲ ਲਈ ਠਹਿਰਾਈ ਗਈ ਸੀ ਉਹ ਨਾ ਬਦਲੇ। ਤਦ ਰਾਜਾ ਆਪਣੇ ਮਹਿਲ ਵਿੱਚ ਗਿਆ ਤੇ ਉਸਨੇ ਸਾਰੀ ਰਾਤ ਵਰਤ ਰੱਖਿਆ। ਉਸ ਤੇ ਅੱਗੇ ਕੋਈ ਸ਼ੁਗਲ ਵਾਲੀ ਚੀਜ਼ ਨਾ ਲਿਆਂਦੀ ਗਈ ਤੇ ਉਸਦੀ ਨੀਂਦ ਵੀ ਜਾਂਦੀ ਰਹੀ। ਰਾਜਾ ਜਦੋਂ ਮੂੰਹ ਨੇਰੇ ਉੱਠਿਆ, ਛੇਤੀ ਨਾਲ ਸ਼ੇਰਾਂ ਦੇ ਘੁਰੇ ਵੱਲ ਗਿਆ। ਜਦੋਂ ਘੁਰੇ ਮੁੱਢ ਦਾਨੀਅਲ ਦੇ ਕੋਲ ਪਹੁੰਚਾ ਤਾਂ ਉਹ ਚਿੰਤਾ ਦੀ ਆਵਾਜ਼ ਨਾਲ ਪੁਕਾਰਿਆ। ਰਾਜੇ ਨੇ ਦਾਨੀਅਲ ਨੂੰ ਆਖਿਆ, ਇਹ ਦਾਨੀਅਲ, ਜਿਉਂਦੇ ਯਹੋਵਾ ਪਰਮੇਸ਼ਵਰ ਦੇ ਉਪਾਸਕ, ਕੀ ਤੇਰਾ ਪਰਮੇਸ਼ਰ ਜਿਹਦੀ ਤੂੰ ਉਪਾਸਨਾ ਸਦਾ ਕਰਦਾ ਹੈ ਤੈਨੂੰ ਸ਼ੇਰਾਂ ਕੋਲੋਂ ਛੁਡਾਉਣ ਯੋਗ ਹੋਇਆ?
ਤਾਂ ਦਾਨੀਅਲ ਨੇ ਰਾਜੇ ਨੂੰ ਆਖਿਆ, ਹੀ ਰਾਜਨ जुग जुग जी, मेरे परमेश्वर ने अपने दूत ਨੂੰ ਭੇਜਿਆ ਤੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਰੱਖਿਆ ਇੱਥੋਂ ਤੱਕ ਕਿ ਉਹਨਾਂ ਨੇ ਮੈਨੂੰ ਰੱਤੀ ਭਰ ਵੀ ਦੁੱਖ ਨਹੀਂ ਦਿੱਤਾ। ਇਸ ਕਰਕੇ ਜੋ ਉਸਦੇ ਸਨਮੁਖ ਮੇਰੇ ਵਿੱਚ ਬੇਦੋਸ਼ੀ ਪਾਈ ਗਈ ਅਤੇ ਤੇਰੇ ਅੱਗੇ ਵੀ ਰਾਜਨ ਮੈਂ ਦੋਸ਼ ਨਹੀਂ ਕੀਤਾ। ਤਾਂ ਰਾਜਾ ਆਪਣੇ ਆਪ ਵਿੱਚ ਉਹਦੇ ਲਈ ਬਹੁਤ ਖੁਸ਼ ਹੋਇਆ ਤੇ ਆਗਿਆ ਦਿੱਤੀ ਕਿ ਦਾਨੀਅਲ ਨੂੰ ਉਸ ਭੁਰੇ ਤੋਂ ਕੱਢੋ। ਸੋ ਦਾਨੀਅਲ ਨੂੰ ਉਸ ਭੁਰੇ ਤੋਂ ਕੱਢਿਆ ਗਿਆ ਤੇ ਉਸਦੇ ਉੱਤੇ ਰੱਤੀ ਵੀ ਔਖ ਨਾ ਲੱਭਿਆ, ਇਸ ਕਰਕੇ ਜੋ ਉਸਨੇ ਆਪਣੇ ਪਰਮੇਸ਼ਰ ਉੱਤੇ ਪੂਰੀ ਪੱਕੀ ਪ੍ਰਤੀਤ ਕੀਤੀ। ਤਾਂ ਰਾਜੇ ਨੇ ਹੁਕਮ ਦਿੱਤਾ ਵੀ ਉਹ ਉਹਨਾਂ ਮਨੁੱਖਾਂ ਨੂੰ ਜਿਨ੍ਹਾਂ ਨੇ ਦਾਨੀਅਲ ਉੱਤੇ ਦੋਸ਼ ਲਾਇਆ ਸੀ ਲੈ ਕੇ ਆਓ। ਉਹ ਉਹਨਾਂ ਨੂੰ ਲੈ ਕੇ ਆਏ ਤੇ ਉਹਨਾਂ ਦੇ ਬਾਲ ਬੱਚਿਆਂ ਤੇ ਪਤਨੀਆਂ ਔਰਤਾਂ ਸਣੇ ਉਹਨਾਂ ਨੂੰ ਸ਼ੇਰਾਂ ਦੇ ਘੂਰੇ ਵਿੱਚ ਸੁੱਟ ਦਿੱਤਾ। ਤੇ ਸ਼ੇਰ ਉਹਨਾਂ ਉੱਤੇ ਬਲਵਾਨ ਹੋਏ ਤੇ ਘੂਰੇ ਦੇ ਥੱਲੇ ਤੋੜੀ ਉਪੜਨ ਤੋਂ ਪਹਿਲਾਂ ਹੀ ਸ਼ੇਰਾਂ ਨੇ ਉਹਨਾਂ ਦੀਆਂ ਹੱਡੀਆਂ ਤੋੜ ਫੋੜ ਸੁੱਟੀਆਂ। ਤਾਂ ਰਾਜਾ ਦਾਰਾ ਨੇ ਸਾਰੇ ਲੋਕਾਂ ਅਤੇ ਕੌਮਾਂ ਤੇ ਭਾਖਿਆਂ ਨੂੰ ਜੋ ਸੰਸਾਰ ਵਿੱਚ ਵਸਦੇ ਸਨ ਹੁਣ ਇੱਕ ਲਿਖਤ ਹੋਰ ਘੱਲੀ ਕਿ ਤੁਹਾਡੀ ਸੁੱਖ ਸਾਂਦ ਵਧੇ। ਮੈਂ ਇਹ ਆਗਿਆ ਕਰਦਾ ਹਾਂ ਕਿ ਮੇਰੇ ਸਾਰੇ ਸ਼ਾਹੀ ਰਾਜ ਵਿੱਚ ਲੋਕ ਦਾਨੀਅਲ ਦੇ ਪਰਮੇਸ਼ਰ ਅੱਗੇ ਕੰਮ ਬਣ ਤੇ ਉਸ ਕੋਲੋਂ ਡਰਨ, ਕਿਉਂਕਿ ਉਹ ਜਿਉਂਦਾ ਪਰਮੇਸ਼ਰ ਹੈ, ਉਹ ਸਦਾ ਲਈ ਕਾਇਮ ਹੈ, ਉਹਦਾ ਰਾਜ ਅਟਲ ਹੈ ਤੇ ਉਹਦੀ ਬਾਦਸ਼ਾਹੀ ਆਖਿਰ ਤੱਕ ਰਹੇਗੀ। ਉਹੀ ਛੁਡਾਉਂਦਾ ਤੇ ਉਹੀ ਬਚਾਉਂਦਾ ਹੈ, ਉਹ ਆਕਾਸ਼ ਵਿੱਚ ਹੈ, ਉਹ ਧਰਤੀ ਵਿੱਚ ਹੈ, ਉਹੀ ਨਿਸ਼ਾਨ ਉਹੀ ਅਚੰਭੇ ਕਰਦਾ ਹੈ ਜਿਹਨੇ ਦਾਨੀਅਲ ਨੂੰ ਸ਼ੇਰਾਂ ਦੇ ਪਿੰਜਰੇ ਤੋਂ ਛੁਡਾਇਆ ਹੈ। ਤਾਂ ਇਹ ਦਾਨੀਅਲ ਦਾਰਾ ਦੇ ਰਾਜ ਅਤੇ ਖੋਰਸ ਫਾਰਸੀ ਦੇ ਰਾਜ ਵਿੱਚ ਭਾਗਵਾਨ ਹੋਇਆ। 4 ਦਰਿੰਦੇ ਅਤੇ ਪ੍ਰਾਚੀਨ ਮਨੁੱਖ ਦਾ ਪੁੱਤਰ। ਚੈਪਟਰ 7। ਬਾਬਲ ਦੇ ਰਾਜਾ ਬੇਲਸ਼ਸਰ ਦੇ ਪਹਿਲੇ ਵਰੇ ਵਿੱਚ ਦਾਨੀਅਲ ਨੇ ਆਪਣੇ ਪਲੰਗ ਉੱਤੇ ਇੱਕ ਸੁਪਨਾ ਆਪਣੇ ਸਿਰ ਦੀਆਂ ਦ੍ਰਿਸ਼ਟਾਂ ਡਿੱਠੀਆਂ। ਉਹਨੇ ਸੁਪਨੇ ਨੂੰ ਲਿਖਿਆ ਤੇ ਉਹਨਾਂ ਗੱਲਾਂ ਦਾ ਸਾਰਾ ਹਾਲ ਕਥਨ ਵਰਣਨ ਕੀਤਾ। ਦਾਨੀਅਲ ਨੇ ਆਖਿਆ ਕਿ ਮੈਂ ਰਾਤ ਨੂੰ ਇੱਕ ਦ੍ਰਿਸ਼ਟ ਦੇਖੀ ਤੇ ਕੀ ਵੇਖਦਾ ਹੈ ਕਿ ਆਕਾਸ਼ ਦੀਆਂ ਚਾਰੇ ਪੌਣਾ ਵੱਡੇ ਸਮੁੰਦਰ ਤੇ ਜ਼ੋਰ ਨਾਲ ਵਗੀਆਂ। ਸਮੁੰਦਰ ਵਿੱਚੋਂ 4 ਵੱਡੇ ਵੱਡੇ ਦਰਿੰਦੇ ਜੋ ਇੱਕ ਦੂਜੇ ਨਾਲੋਂ ਵੱਖੋ ਵੱਖ ਸਨ ਨਿਕਲੇ। ਪਹਿਲਾ ਬੱਬਰ ਸ਼ੇਰ ਵਰਗਾ, ਦੂਜਾ ਉਕਾਬ ਵਰਗਾ, ਅਤੇ ਮੈਂ ਵੇਖਦਾ ਸਾਂ ਕਿ ਉਹਦੇ ਖੰਭ ਨਾ ਪੁੱਟੇ ਗਏ ਤੇ ਉਹ ਧਰਤੀ ਤੋਂ ਚੁੱਕਿਆ ਗਿਆ ਤੇ ਮਨੁੱਖ ਵਾਂਗੂ ਪੈਰਾਂ ਦੇ ਭਾਰ ਖੜਾ ਕੀਤਾ ਗਿਆ ਤੇ ਮਨੁੱਖ ਦਾ ਦਿਲ ਉਹਨੂੰ ਦੇ ਦਿੱਤਾ ਗਿਆ। ਫਿਰ ਕੀ ਵੇਖਦਾ ਆ ਕਿ ਦੂਜਾ ਦਰਿੰਦਾ ਰਿੱਛ ਵਰਗਾ, ਉਹ ਇੱਕ ਪਾਸੇ ਵੱਲ ਖਲੋ ਗਿਆ ਤੇ ਉਹਦੇ ਮੂੰਹ ਵਿੱਚ ਉਹਦੇ ਦੰਦਾਂ ਦੇ ਵਿਚਕਾਰ 3 ਪਸਲੀਆਂ ਸਨ। ਉਹਨਾਂ ਨੇ ਉਸਨੂੰ ਆਖਿਆ ਕਿ ਉੱਠ ਤੇ ਢੇਰ ਸਾਰਾ ਮਾਸ ਖਾ। ਉਹਦੇ ਪਿੱਛੇ ਮੈਂ ਡਿੱਠਿਆ ਤੇ ਕੀ ਵੇਖਦਾ ਆ ਕਿ ਇੱਕ ਹੋਰ ਦਰਿੰਦਾ ਚਿੱਤਰੇ ਵਰਗਾ ਉੱਠਿਆ ਜਿਹਦੇ ਕੰਧ ਉੱਤੇ ਪੰਛੀ ਦੇ 4 ਖੰਭ ਸਨ। ਉਸ ਦਰਿੰਦੇ ਦੇ 4 ਸਿਰ ਸਨ ਤੇ ਉਹਨੂੰ ਰਾਜ ਦਿੱਤਾ ਗਿਆ। ਉਹਦੇ ਪਿੱਛੋਂ ਮੈਂ ਰਾਤ ਦੀਆਂ ਦ੍ਰਿਸ਼ਟੀਆਂ ਵਿੱਚ ਦੇਖਿਆ ਤੇ ਕੀ ਵੇਖਦਾ ਹਾਂ ਕਿ ਚੌਥਾ ਦਰਿੰਦਾ ਭਿਆਨਕ ਅਤੇ ਡਰਾਉਣਾ ਤੇ ਡਾਢਾ ਬਲਵਾਨ। ਉਹਦੇ ਦੰਦ ਲੋਹੇ ਦੇ ਸਨ ਤੇ ਵੱਡੇ ਵੱਡੇ। ਉਹ ਨਿਗਲੀ ਜਾਂਦਾ ਸੀ ਤੇ ਟੋਟੇ ਟੋਟੇ ਕਰੀ ਜਾਂਦਾ ਸੀ, ਵਾਧੇ ਨੂੰ ਆਪਣੇ ਪੈਰਾਂ ਹੇਠ ਲਤਾੜੀ ਜਾਂਦਾ ਸੀ। ਇਹ ਉਹਨਾਂ ਸਭਨਾਂ ਦਰਿੰਦਿਆਂ ਨਾਲ ਜੋ ਪਹਿਲਾਂ ਸਨ ਵੱਖਰਾ ਸੀ। ਇਸ ਦੇ 10 ਸਿੰਘ ਸਨ ਤੇ ਮੈਂ ਉਹਨਾਂ 10 ਸਿੰਘਾਂ ਨੂੰ ਧਿਆਨ ਲਾ ਕੇ ਦੇਖਿਆ ਤੇ ਕੀ ਵੇਖਦਾ ਹੈ ਕਿ ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਜਿਹਾ ਸਿੰਘ ਨਿਕਲਿਆ ਜਿਹਦੇ ਅੱਗੇ ਪਹਿਲਿਆਂ ਨਾਲੋਂ 3 ਸਿੰਘ ਮੁੱਢੋਂ ਹੀ ਪੁੱਟੇ ਗਏ। ਤੇ ਮੈਂ ਕੀ ਵੇਖਦਾ ਹੈ ਕਿ ਉਸ ਸਿੰਘ ਦੀਆਂ ਅੱਖਾਂ ਮਨੁੱਖ ਦੀਆਂ ਅੱਖਾਂ ਵਰਗੀਆਂ ਸਨ ਤੇ ਇੱਕ ਮੂੰਹ ਸੀ ਜੋ ਕਿ ਵੱਡੀਆਂ ਵੱਡੀਆਂ ਗੱਲਾਂ ਬੋਲ ਰਿਹਾ ਸੀ। ਮੈਂ ਇੱਥੋਂ ਤੱਕ ਵੇਖਦਾ ਰਿਹਾ ਕਿ ਸਿੰਘਾਸਣ ਰੱਖੇ ਗਏ, ਅਤ ਪ੍ਰਾਚੀਨ ਬੈਠ ਗਿਆ। ਉਹਦਾ ਬਸਤਰ ਬਰਫ਼ ਵਰਗਾ ਚਿੱਟਾ ਸੀ, ਉਹਦੇ ਸਿਰ ਦੇ ਵਾਲ ਉੱਨ ਵਰਗੇ ਸੁਥਰੇ ਤੇ ਉਹਦਾ ਸਿੰਘਾਸਣ ਅੱਗ ਦੀ ਲਾਟ ਵਰਗਾ ਸੀ। ਉਹਦੇ ਪਹੀਏ ਬਲ ਦੀ ਅੱਗ ਵਰਗੇ ਸਨ। ਉਹ ਇੱਕ ਅੱਗ ਵਾਲੀ ਨਦੀ ਵਾਂਗੂ ਨਿਕਲਿਆ ਅਤੇ ਉਹਦੇ ਅੱਗਰੋਂ ਦੀ ਉਹ ਵਗਦੀ ਸੀ ਇੱਕ ਅੱਗ ਵਾਲੀ ਨਦੀ। ਹਜ਼ਾਰਾਂ ਹੀ ਹਜ਼ਾਰ ਉਹਦੀ ਟਹਿਲ ਕਰਦੇ, ਲੱਖਾਂ ਦਰ ਲੱਖ ਉਹਦੇ ਅੱਗੇ ਖਲੋਤੇ ਸਨ ਤੇ ਨਿਆਂ ਹੁੰਦਾ ਸੀ। ਪੋਥੀਆਂ ਖੁੱਲੀਆਂ ਹੋਈਆਂ ਸਨ। ਉਸ ਵੇਲੇ ਉਹਦੀ ਸਿੰਘ ਦੀ ਆਵਾਜ਼ ਦੇ ਕਾਰਨ ਜੋ ਵੱਡੀਆਂ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਦੇਖਿਆ। ਮੈਂ ਇੱਥੋਂ ਤੱਕ ਵੇਖਿਆ ਕਿ ਉਹ ਦਰਿੰਦਾ ਮਾਰਿਆ ਗਿਆ ਤੇ ਉਹਦਾ ਸਰੀਰ ਨਾਸ਼ ਹੋ ਗਿਆ ਤੇ ਬਲ ਦੇ ਭਾਂਬੜ ਵਿੱਚ ਉਹਨੂੰ ਸੁੱਟਿਆ ਗਿਆ ਤੇ ਬਾਕੀ ਦਰਿੰਦਿਆਂ ਦੇ ਰਾਜ ਵੀ ਉਹਨਾਂ ਤੋਂ ਲੈ ਲਿਆ ਗਿਆ। ਅਤੇ ਇੱਕ ਵੇਲੇ ਇੱਕ ਸਮੇਂ ਤੋੜੀ ਉਹਨੂੰ ਜਿੰਦ ਦਿੱਤੀ ਗਈ। ਮੈਂ ਰਾਤ ਦੀਆਂ ਦ੍ਰਿਸ਼ਟੀਆਂ ਵਿੱਚ ਦੇਖਿਆ ਅਤੇ ਵੇਖਿਆ ਕਿ ਇੱਕ ਜਾਣਾ ਮਨੁੱਖ ਦੇ ਪੁੱਤਰ ਵਰਗਾ ਆਕਾਸ਼ਾਂ ਦੇ ਬੱਦਲਾਂ ਸਣੇ ਆਇਆ, ਅਤ ਪ੍ਰਾਚੀਨ ਤੱਕ ਪਹੁੰਚਿਆ। ਉਹਨੂੰ ਅੱਗ ਦੇ ਉਹਨੂੰ ਉਹਦੇ ਅੱਗੇ ਲੈ ਕੇ ਆਏ
पातशाही और प्रताप और राज उहनूं दिता गया। सभे कौमां और बोलियां उहदी टहल करन। उहदा राज सदा दा राज होया जिहड़ा ना मिटेगा ते उहदा राज अजिहा राज है जो ना टलेगा। मैं दानियल अपने शरीर दे विचकार अपने आत्मा विच उदास होया ते अपने सिर दीआं दृष्टियां ने मैनूं उदरा दिता ते जिहड़े नेड़े तेड़े खलोते सन उन्हां विचों एक जणे कोल गया ते उन्हां नूं इन्हां सारियां गल्लां दी असलियत पुछी। उसने मैनूं दस्सिया ते इन्हां गल्लां दा अर्थ मैनूं समझाया। ये चार वड्डे दरिंदे चार राजे हन जो धरती उत्ते उठणगे, पर आत्महान दे संत राज ले जाणगे जुगां तीकर। हाँ, जुगो जुगी उस राज दे मालिक होणगे। तां मैं चाहया कि चौथे दरिंदे दी वार्ता भी जाना जिहड़ा उन्हां सारियां नालों वखरा सी ते जो डाढा डराउणा सी, जिहदे दंद लोहे दे नौ पित्तल दे भुन्ने दा ते टोटे टोटे करदा जांदा ते वादे नूं पैरां थल्ले लताड़दा जांदा सी ते दसां सिंगां दी जो उहदे सिर उत्ते सन ते उस एक दी जो विचों निकलिया ते उहदे अगे तीन डिग पै सन। हाँ, उस सिंह दी भी जिहदियां अखां सन ते एक मूंह जो वड्डे हंकार दी गल्लां बोलदा सी ते उसदे साथियां नालों वध के डराउणा सी। मैं देखिया कि ਉਹ ਸਿੰਘ ਸੰਤਾਂ ਨਾਲ ਲੜਦਾ ਸੀ ਤੇ ਉਹਨਾਂ ਤੇ ਜ਼ੋਰ ਪਾ ਲੈਂਦਾ ਸੀ। ਜਦ ਤੱਕ ਅਤ ਪ੍ਰਾਚੀਨ ਨਾ ਆਇਆ ਤੇ ਆਤਮਹਾਨ ਦੇ ਸੰਤਾਂ ਦਾ ਨਿਆਂ ਨਾ ਜਦੋਂ ਤੱਕ ਦਿੱਤਾ ਗਿਆ ਤੇ ਵੇਲਾ ਆ ਨਾ ਪਹੁੰਚਿਆ ਤਾਂ ਸੰਤ ਰਾਜ ਵਾਲੇ ਹੁਣ ਇਉਂ ਹੋਇਆ ਕਿ ਚੌਥਾ ਦਰਿੰਦਾ ਉਹ ਚੌਥਾ ਰਾਜਾ ਹੈ ਜਿਹੜਾ ਧਰਤੀ ਵਿੱਚ ਹੋਵੇਗਾ। ਉਹ ਸਭਨਾਂ ਰਾਜਾਂ ਨਾਲੋਂ ਵੱਖਰਾ ਹੋਵੇਗਾ ਤੇ ਸਾਰੀ ਧਰਤੀ ਨੂੰ ਨਿਗਲ ਜਾਵੇਗਾ। ਉਹਨੂੰ ਲਤਾੜੇਗਾ, ਉਹਨੂੰ ਟੋਟੇ ਟੋਟੇ ਕਰੇਗਾ ਤੇ 10 ਸਿੰਘ ਜੋ ਹਨ ਉਹ 10 ਰਾਜੇ ਹਨ ਜੋ ਉਸ ਰਾਜ ਦੇ ਵਿੱਚੋਂ ਉੱਠਣਗੇ। ਉਹਨਾਂ ਦੇ ਪਿੱਛੋਂ ਇੱਕ ਹੋਰ ਉੱਠੇਗਾ ਜੋ ਪਹਿਲਿਆਂ ਨਾਲੋਂ ਵੱਖਰਾ ਹੋਵੇਗਾ। ਉਹਨਾਂ ਤਿੰਨਾਂ ਰਾਜਾਂ ਉੱਤੇ ਜ਼ੋਰ ਪਾ ਲਵੇਗਾ। ਉਹ ਆਤਮਹਾਨ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ, ਆਤਮਹਾਨ ਦੇ ਸੰਤਾਂ ਨੂੰ ਦਿਖਾਵੇਗਾ ਔਰ ਚਾਹੇਗਾ ਕਿ ਮੁਕਰਰ ਸਮਿਆਂ ਤੇ ਵਿਵਸਥਾ ਨੂੰ ਬਦਲ ਦੇਵੇ। ਉਹ ਇਹਦੇ ਹੱਥ ਵਿੱਚ ਦਿੱਤੇ ਜਾਣਗੇ। ਇੱਥੋਂ ਤੱਕ ਕਿ ਇੱਕ ਸਮਾਂ और अद्धा समा लंघ जाएगा, फिर न्याय सभा बैठेगी, उसका राज उस तो ले लवेगी। इसलिए जो ओढ़क तीकर उदा नाश ते निष्ठ कर सुटन ते सारे आकाश दे हेठले सबना देशां दे राजां दा प्रताप और पातशाही ते राज आत्मान दे संतां दे लोकां नूं दे दित्ते जाणगे। उदा राज एक सदा दा राज है ते सारियां पातशाहियां उदी उपासना करनगियां ते आग्याकार होणगियां। ਇਹ ਗੱਲ ਇੱਥੇ ਮੁੱਕ ਗਈ ਤੇ ਮੈਂ ਜੋ ਦਾਨੀਅਲ ਹਾਂ ਮੇਰੀਆਂ ਚਿੰਤਾਵਾਂ ਨੇ ਮੈਨੂੰ ਡਾਢਾ ਉਧਰਾ ਦਿੱਤਾ। ਮੇਰੇ ਮੂੰਹ ਦਾ ਰੰਗ ਬਦਲ ਗਿਆ ਤੇ ਮੈਂ ਇਹ ਗੱਲਾਂ ਆਪਣੇ ਮਨ ਵਿੱਚ ਰੱਖੀਆਂ। ਚੈਪਟਰ 8 ਮੇਢਾ ਅਤੇ ਬੱਕਰਾ। ਬੇਲਸ਼ੱਸਰ ਪਾਤਸ਼ਾਹ ਦੇ ਰਾਜ ਦੇ ਤੀਜੇ ਵਰੇ ਵਿੱਚ ਮੈਨੂੰ ਦਾਨੀਅਲ ਨੂੰ ਜਿਹੜਾ ਕਿ ਪਹਿਲਾਂ ਦਰਸ਼ਨ ਵੇਖਿਆ ਸੀ ਉਹਦੇ ਪਿੱਛੋਂ ਇੱਕ ਹੋਰ ਦਰਸ਼ਨ ਵੇਖਿਆ। ਮੈਂ ਦਰਸ਼ਨ ਵਿੱਚ ਵੇਖਿਆ ਤੇ ਜਿਸ ਵੇਲੇ ਮੈਂ ਵੇਖਿਆ ਤਾਂ ਇਉਂ ਹੋਇਆ ਵੀ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਸਾਂ ਜਿਹੜਾ ਅਲਾਮ ਦੇ ਸੂਬੇ ਵਿੱਚ ਹੈ। ਫਿਰ ਮੈਂ ਦਰਸ਼ਨ ਵਿੱਚ ਵੇਖਿਆ ਵੀ ਮੈਂ ਉਲਾਈ ਨਦੀ ਦੇ ਕੰਢੇ ਉੱਤੇ ਹਾਂ ਤਾਂ ਮੈਂ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਤਾਂ ਵੇਖੋ ਨਦੀ ਦੇ ਅੱਗੇ ਇੱਕ ਮੇਢਾ ਖਲੋਤਾ ਸੀ ਜਿਹਦੇ 2 ਸਿੰਘ ਸਨ ਅਤੇ ਉਹ ਦੋਵੇਂ ਉੱਚੇ ਸਨ ਪਰ ਇੱਕ ਦੂਜੇ ਨਾਲੋਂ ਵੱਡਾ ਸੀ, ਦੂਜਾ ਵੱਡੇ ਨਾਲੋਂ ਉੱਗਿਆ ਹੋਇਆ ਸੀ। ਮੈਂ ਉਸ ਮੇਢੇ ਨੂੰ ਦੇਖਿਆ ਜਿਹੜਾ ਪੱਛਮ ਉੱਤਰ ਦੱਖਣ ਵੱਲ ਸਿੰਘ ਮਾਰਦਾ ਸੀ। ਇੱਥੋਂ ਤੱਕ ਕਿ ਕੋਈ ਦਰਿੰਦਾ ਉਹਦੇ ਸਾਹਮਣੇ ਨਾ ਖਲੋ ਸਕਿਆ, ਨਾ ਕੋਈ ਉਹਦੇ ਹੱਥੋਂ ਛੁਡਾ ਸਕਿਆ। ਪਰ ਉਹ ਚਾਹੁੰਦਾ ਸੀ ਜੋ ਉਹੀ ਕਰਦਾ ਸੀ, ਆਪਣੇ ਆਪ ਨੂੰ ਵੱਡਾ ਬਣਾਉਂਦਾ ਸੀ। ਮੈਂ ਇਸ ਚਿੰਤਾ ਵਿੱਚ ਸਾਂ ਕਿ ਵੇਖੋ ਇੱਕ ਬੱਕਰਾ ਲਹਿੰਦੇ ਪਾਸਿਓਂ ਆਣ ਕੇ ਸਾਰੀ ਧਰਤੀ ਉੱਤੇ ਅਜਿਹਾ ਫਿਰਿਆ ਜੋ ਧਰਤੀ ਨੂੰ ਵੀ ਨਹੀਂ ਛੋਇਆ ਤੇ ਉਸ ਬੱਕਰੇ ਦੀਆਂ ਦੋਵਾਂ ਅੱਖਾਂ ਦੇ ਵਿਚਕਾਰ ਇੱਕ ਅਚਰਜ ਸਿੰਘ ਸੀ ਤੇ ਉਹ ਦੋਵਾਂ ਸਿੰਘਾਂ ਵਾਲੇ ਮੇਢੇ ਦੇ ਕੋਲ ਜਿਹਨੂੰ ਮੈਂ ਨਦੀ ਦੇ ਸਾਹਮਣੇ ਖਲੋਤਾ ਸੀ ਵੇਖਿਆ ਆਇਆ ਤੇ ਆਪਣੇ ਜ਼ੋਰ ਦੇ ਗੁੱਸੇ ਨਾਲ ਉਹਦੇ ਉੱਤੇ ਦੌੜ ਪਿਆ ਅਤੇ ਮੈਂ ਉਹਨੂੰ ਵੇਖਿਆ ਵੀ ਉਹ ਮੇਢੇ ਦੇ ਨੇੜੇ ਪਹੁੰਚਿਆ ਤੇ ਉਹਦਾ ਕ੍ਰੋਧ ਉਹਦੇ ਤੇ ਜਾਗ ਗਿਆ ਅਤੇ ਮੇਢੇ ਨੂੰ ਮਾਰਿਆ। ਉਹਦੇ ਦੋਵੇਂ ਸਿੰਘ ਭੰਨ ਸੁੱਟੇ ਔਰ ਐਡੇ ਮੇਢੇ ਵਿੱਚ ਜ਼ੋਰ ਨਹੀਂ ਸੀ ਤੇ ਉਹਦਾ ਸਾਹਮਣਾ ਕਰੇ, ਸੋ ਉਹਨੇ ਉਸ ਨੂੰ ਧਰਤੀ ਉੱਤੇ ਢਾ ਲਿਆ ਤੇ ਉਹਨੂੰ ਛਤਾੜ ਸੁੱਟਿਆ ਔਰ ਕੋਈ ਨਹੀਂ ਸੀ ਜੋ ਮੇਢੇ ਨੂੰ ਉਹਦੇ ਹੱਥੋਂ ਛੁਡਾ ਸਕੇ। ਉਸ ਬੱਕਰੇ ਨੇ ਆਪਣੇ ਆਪ ਨੂੰ ਬਹੁਤ ਉੱਚਾ ਕੀਤਾ। ਜਦੋਂ ਉਹ ਬਲਵਾਨ ਹੋਇਆ ਤਾਂ ਉਹਦਾ ਮਨ ਸਿੰਘ ਭੱਜ ਗਿਆ। ਜਦੋਂ ਉਹ ਬਲਵਾਨ ਹੋਇਆ ਤਾਂ ਉਹਦਾ ਵੱਡਾ ਸਿੰਘ ਟੁੱਟ ਗਿਆ, ਭੱਜ ਗਿਆ।
ਉਹਦੇ ਥਾਂ 4 ਅਚਰਜ ਸਿੰਘ ਧਰਤੀ ਦੀਆਂ ਆਕਾਸ਼ ਦੀਆਂ 4 ਪੌਣਾਂ ਵੱਲ ਨਿਕਲੇ। ਉਹਨਾਂ ਵਿੱਚੋਂ ਇੱਕ ਨਿੱਕਾ ਸਿੰਘ ਨਿਕਲਿਆ ਜੋ ਦੱਖਣ ਅਤੇ ਚੜ੍ਹਦੇ ਔਰ ਮਨ ਭਾਉਂਦੇ ਦੇਸ਼ ਵੱਲ ਅਤਿਅੰਤ ਵੱਧ ਗਿਆ। ਉਹ ਵੱਧ ਕੇ ਆਕਾਸ਼ ਦੀ ਸੈਨਾ ਤੇ ਪੁੱਜ ਪਿਆ ਔਰ ਉਸ ਸੈਨਾ ਵਿੱਚੋਂ ਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉੱਤੇ ਉਹਨੇ ਡੇਗ ਦਿੱਤਾ ਔਰ ਉਹਨਾਂ ਨੂੰ ਚਤਾੜਿਆ। ਸਗੋਂ ਉਸਨੇ ਸੈਨਾ ਦੇ ਸ਼ਹਿਜ਼ਾਦੇ ਤੀਕ ਆਪਣੇ ਆਪ ਨੂੰ ਉੱਚਾ ਵਧਾਇਆ ਤੇ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ। ਉਸ ਦਾ ਪਵਿੱਤਰ ਥਾਂ ਢਾਇਆ ਗਿਆ ਅਤੇ ਉਹ ਸੈਨਾ ਸਦਾ ਦੀ ਹੋਮ ਦੀ ਭੇਟ ਨਾਲ ਅਪਰਾਧ ਕਰਨ ਕਰਕੇ ਉਹਨੂੰ ਦਿੱਤੀ ਗਈ। ਉਹਨੇ ਸੱਚਾਈ ਨੂੰ ਧਰਤੀ ਉੱਤੇ ਸੁੱਟਿਆ ਤੇ ਉਹ ਇਹ ਕਰਦਾ ਤੇ ਭਾਗਵਾਨ ਹੁੰਦਾ ਰਿਹਾ। ਫਿਰ ਮੈਂ ਇੱਕ ਸੰਤ ਨੂੰ ਬੋਲਦਿਆਂ ਸੁਣਿਆ ਅਤੇ ਦੂਜੇ ਸੰਤ ਨੇ ਉਸ ਸੰਤ ਨੂੰ ਜੋ ਗੱਲਾਂ ਕਰਦਾ ਪਿਆ ਸੀ ਪੁੱਛਿਆ ਕਿ ਉਹ ਦਰਸ਼ਨ ਸਦਾ ਦੇ ਲਈ ਅਤੇ ਉਜਾੜਨ ਵਾਲੇ ਦੇ ਅਪਰਾਧ ਦੇ ਲਈ ਜੋ ਪਵਿੱਤਰ ਥਾਂ ਤੇ ਸੈਨਾ ਦੋਵੇਂ ਦਿੱਤੇ ਗਏ ਵੀ ਛਤਾੜੇ ਜਾਣ, ਇਹ ਕਦੋਂ ਤੀਕਰ ਹੁੰਦਾ ਰਹੇ, ਇਹ ਕਦੋਂ ਤੀਕ ਰਹੇ? ਉਹਨੇ ਮੈਨੂੰ ਆਖਿਆ 2300 ਸ਼ਾਮ ਅਤੇ ਸਵੇਰ ਤੋੜੀ ਇਹ ਪਵਿੱਤਰ ਥਾਂ ਸੁੱਚਾ ਬਣਾਇਆ ਜਾਵੇਗਾ। 2300 ਸੰਝ ਸ਼ਾਮ ਔਰ ਸਵੇਰ ਤੋੜੀ ਹੈ ਇਹ ਥਾਂ ਫਿਰ ਪਵਿੱਤਰ ਥਾਂ ਤੇ ਸੁੱਚਾ ਬਣਾਇਆ ਜਾਵੇਗਾ। ਤਾਂ ਇਹ ਹੋਇਆ ਕਿ ਜਦੋਂ ਮੈਂ ਦਾਨੀਏਲ ਨੇ ਦਰਸ਼ਨ ਦੇਖਿਆ ਤਾਂ ਉਹਦਾ ਅਰਥ ਲੱਭਦਾ ਸਾਂ ਤਾਂ ਵੇਖੋ ਮੇਰੇ ਸਾਹਮਣੇ ਕੋਈ ਖੜੋਤਾ ਸੀ। ਉਹਦਾ ਰੂਪ ਆਦਮੀਆਂ ਵਰਗਾ ਸੀ ਤੇ ਮੈਂ ਇੱਕ ਆਦਮੀ ਦੀ ਆਵਾਜ਼ ਸੁਣੀ ਜਿਹਨੇ ਉਲਾਈ ਦੇ ਵਿਚਕਾਰ ਪੁਕਾਰ ਕੇ ਆਖਿਆ, ਇਹ ਜਬਰਾਇਲ, ਇਸ ਮਨੁੱਖ ਨੂੰ ਇਹਦੇ ਦਰਸ਼ਨ ਦਾ ਅਰਥ ਤਾਂ ਦੱਸ। ਫਿਰ ਜਿੱਥੇ ਮੈਂ ਖਲੋਤਾ ਸਾਂ ਉੱਥੇ ਉਹ ਮੇਰੇ ਨੇੜੇ ਆਇਆ ਤੇ ਜਦੋਂ ਆ ਪਹੁੰਚਿਆ ਤੇ ਮੈਂ ਡਰ ਗਿਆ, ਮੂੰਹ ਭਰਨੇ ਡਿੱਗ ਪਿਆ। ਉਹਨੇ ਮੈਨੂੰ ਆਖਿਆ, ਇਹ ਮਨੁੱਖ ਦੇ ਪੁੱਤਰ ਸਮਝ ਲੈ ਕਿਉਂ ਜੋ ਇਹ ਦਰਸ਼ਨ ਓੜਕ ਦੇ ਸਮੇਂ ਵਿੱਚ ਮੁੱਕ ਜਾਵੇਗਾ। ਜਦ ਮੈਨੂੰ ਉਹ ਆਖਦਾ ਹੀ ਪਿਆ ਸੀ ਤਾਂ ਮੈਂ ਮੂੰਹ ਭਰਨੇ ਵੱਡੀ ਨੀਂਦਰ ਵਿੱਚ ਧਰਤੀ ਉੱਤੇ ਪਿਆ ਸਾਂ। ਉਹਨੇ ਮੈਨੂੰ ਛੋਹਿਆ ਤੇ ਸਿੱਧਾ ਕਰਕੇ ਖੜਾ ਕੀਤਾ ਤੇ ਆਖਿਆ ਕਿ ਵੇਖ, ਮੈਂ ਤੈਨੂੰ ਦੱਸਦਾ ਹਾਂ ਕਿ ਕ੍ਰੋਧ ਦੇ ਅੰਤ ਵਿੱਚ ਕੀ ਹੋਵੇਗਾ, ਕਿਉਂ ਜੋ ਠਹਿਰਾਏ ਹੋਏ ਸਮੇਂ ਉੱਤੇ ਓੜਕ ਹੋਵੇਗਾ। ਉਹ ਮੇਢਾ ਜਿਹਨੂੰ ਤੂੰ ਦੇਖਿਆ ਉਹਦੇ 2 ਸਿੰਘ ਹਨ, ਸੋ ਮਾਦਾ ਅਤੇ ਫਾਰਸ ਦੇ 2 ਰਾਜੇ। ਉਹ ਬਲਵਾਨ ਬੱਕਰਾ ਯੂਨਾਨ ਦਾ ਰਾਜਾ ਤੇ ਉਹ ਵੱਡਾ ਸਿੰਘ ਜੋ ਉਹਦੀਆਂ ਅੱਖਾਂ ਦੇ ਵਿਚਕਾਰ ਹੈ, ਸੋ ਉਹਦਾ ਪਹਿਲਾ ਰਾਜਾ, ਇਸ ਕਰਕੇ ਜੋ ਉਹਦੇ ਟੁੱਟਣ ਦੇ ਪਿੱਛੋਂ ਉਹਦੇ ਰਾਜ ਵਿੱਚ ਹੋਰ 4 ਨਿਕਲੇ। ਸੋ ਇਹ ਉਹ 4 ਰਾਜੇ ਹਨ ਜਿਹੜੇ ਉਸ ਦੇਸ਼ ਦੇ ਵਿੱਚ ਕਾਰ ਉੱਠਣਗੇ, ਪਰ ਉਹਨਾਂ ਦਾ ਵਸ ਉਹਦੇ ਵਰਗਾ ਨਾ ਹੋਵੇਗਾ ਤੇ ਉਹਨਾਂ ਦੇ ਰਾਜ ਦੇ ਛੇਕੜਲੇ ਸਮੇਂ ਜਿਸ ਵੇਲੇ ਅਪਰਾਧੀ ਲੋਕ ਕੰਢਿਆਂ ਤੇ ਪੁੱਜ ਪੈਣਗੇ ਤਾਂ ਇੱਕ ਰਾਜਾ ਕਰੜੇ ਮੂੰਹ ਤੇ ਭੇਤ ਦੀਆਂ ਗੱਲਾਂ ਦੇ ਭੁੱਜਣ ਵਾਲਾ ਉੱਠੇਗਾ। ਇਹ ਵੱਡਾ ਡਾਢਾ ਹੋਵੇਗਾ ਪਰ ਉਹਦਾ ਜ਼ੋਰ ਉਹਦੇ ਬਲ ਉੱਤੇ ਨਾ ਹੋਵੇਗਾ। ਉਹ ਅਚਰਜ ਡੋਲ ਨਾਲ ਮਾਰ ਸੁੱਟੇਗਾ ਤੇ ਭਾਗਵਾਨ ਹੋਵੇਗਾ, ਪਰ ਕੰਮ ਇਹ ਕਰੇਗਾ ਤੇ ਜ਼ੋਰਾਵਰਾਂ ਨੂੰ ਔਰ ਪਵਿੱਤਰ ਲੋਕਾਂ ਨੂੰ ਨਾਸ਼ ਕਰਨ ਵਾਲਾ। ਉਹ ਜ਼ੋਰਾਵਰਾਂ ਨੂੰ ਤੇ ਪਵਿੱਤਰ ਲੋਕਾਂ ਨੂੰ ਨਾਸ਼ ਕਰ ਸੁੱਟੇਗਾ ਤੇ ਆਪਣੀ ਸਿਆਣਪ ਨਾਲ ਚਤਰਾਈ ਨੂੰ ਆਪਣੇ ਹੱਥ ਵਿੱਚ ਭਾਗਵਾਨ ਕਰੇਗਾ। ਆਪਣੇ ਮਨ ਵਿੱਚ ਆਪਣੇ ਆਪ ਨੂੰ ਉੱਚਾ ਕਰੇਗਾ ਤੇ ਮੇਲ ਦੇ ਵੇਲੇ ਬਹੁਤਿਆਂ ਦਾ ਨਾਸ਼ ਕਰੇਗਾ। ਉਹ ਸ਼ਹਿਜ਼ਾਦਿਆਂ ਦੇ ਸ਼ਹਿਜ਼ਾਦੇ ਦੇ ਵਿਰੁੱਧ ਉੱਠ ਖਲੋਵੇਗਾ ਪਰ ਬਿਨਾਂ ਹੱਥ ਲਾਏ ਤੋੜਿਆ ਜਾਵੇਗਾ। ਅਤੇ ਉਸ ਸਾਂਝ ਤੇ ਸਵੇਰ ਦਾ ਦਰਸ਼ਨ ਜੋ ਆਖਿਆ ਗਿਆ ਹੈ ਸੋ ਸੱਚ ਹੈ, ਪਰ ਤੂੰ ਉਸ ਦਰਸ਼ਨ ਨੂੰ ਬੰਦ ਕਰ ਛੱਡ ਕਿਉਂ ਜੋ ਇਹਦੇ ਵਿੱਚ ਅਜੇ ਢੇਰ ਸਾਰਾ ਸਮਾਂ ਪਿਆ ਹੈ। ਅਤੇ ਮੈਂ ਦਾਨੀਏਲ ਨੂੰ ਗਸ਼ ਪੈ ਗਈ, ਮੂਰਛਾ ਪੈ ਗਈ ਤੇ ਕਈਆਂ ਦਿਨਾਂ ਤੱਕ ਮੈਂ ਮੰਨਦਾ ਪਿਆ ਰਿਹਾ। ਫਿਰ ਉਹਦੇ ਪਿੱਛੋਂ ਮੈਂ ਉੱਠਿਆ ਤੇ ਰਾਜੇ ਦਾ ਕੰਮ ਧੰਦਾ ਕਰਨ ਲੱਗਾ ਤੇ ਦਰਸ਼ਨ ਨਾਲ ਘਬਰਾਉਂਦਾ ਵੀ ਰਿਹਾ ਤੇ ਉਹਨੂੰ ਕਿਸੇ ਨੇ ਨਾ ਜਾਣਿਆ। ਚੈਪਟਰ 9 ਦਾਨੀਏਲ ਦੀ ਬੇਨਤੀ ਤੇ 70 ਸਾਤੇ। ਐਸ਼ਵਰੋਸ਼ ਦੇ ਪੁੱਤਰ ਦਾਰਾ ਦੇ ਪਹਿਲੇ ਵਰੇ ਵਿੱਚ ਜੋ ਮਾਦੀ ਵੰਸ਼ ਦਾ ਸੀ, ਕਸਦੀਆਂ ਦੇ ਰਾਜ ਉੱਤੇ ਜੋ ਰਾਜਾ ਠਹਿਰਾਇਆ ਹੋਇਆ ਸੀ, ਉਸ ਦੇ ਰਾਜ ਦੇ ਪਹਿਲੇ ਵਰੇ ਵਿੱਚ ਮੈਂ ਦਾਨੀਏਲ ਨੇ ਪੋਥੀਆਂ ਵਿੱਚੋਂ ਉਹਨਾਂ ਵਰਿਆਂ ਦਾ ਲੇਖਾ ਜਾਣਿਆ ਵੀ ਯਹੋਵਾ ਦੀ ਬਾਣੀ ਜਰਮਿਆ ਨਬੀ ਨੂੰ ਆਈ ਸੀ ਤੇ ਯਰੂਸ਼ਲਮ ਦੇ ਉਜੜਨ ਦੇ 70 ਵਰੇ ਪੂਰੇ ਹੋਣ ਤੱਕ ਮੈਂ ਆਪਣਾ ਮੂੰਹ ਪ੍ਰਭੂ ਪਰਮੇਸ਼ਰ ਵੱਲ ਕੀਤਾ ਤੇ ਬੇਨਤੀਆਂ ਕਰਕੇ ਔਰ ਵਰਤ ਰੱਖ ਕੇ ਤੱਪੜ ਤੇ ਸੁਆਹ ਸਣੇ ਉਹਦੀ ਭਾਲ ਕੀਤੀ। ਮੈਂ ਯਹੋਵਾ ਆਪਣੇ ਪਰਮੇਸ਼ਰ ਅੱਗੇ ਅਰਦਾਸ ਕੀਤੀ ਤੇ ਮੈਂ ਮੰਨ ਲਿਆ ਤੇ ਮੈਂ ਕਿਹਾ ਕਿ ਹੇ ਪ੍ਰਭੂ, ਜਿਹੜਾ ਵੱਡਾ ਤੇ ਭਿਆਨਕ ਪਰਮੇਸ਼ਰ ਹੈ, ਉਸ ਨੇਮ ਨੂੰ ਆਪਣੇ ਪ੍ਰੀਤਮਾਂ ਨਾਲ ਤੇ ਆਪਣੇ
ਜਿਹੜੇ ਤੇਰੇ ਆਗਿਆਕਾਰੀ ਹਨ ਉਹਨਾਂ ਦੇ ਨਾਲ ਚੇਤੇ ਰੱਖਦਾ ਹੈ, ਉਹਨਾਂ ਉੱਤੇ ਦਇਆ ਰੱਖਦਾ ਹੈ। ਅਸੀਂ ਪਾਪ ਕੀਤੇ, ਅਸਾਂ ਟੇਢੇ ਕੰਮ ਕੀਤੇ, ਅਸਾਂ ਬਦੀ ਕੀਤੀ, ਅਸਾਂ ਸਿਰ ਚੁੱਕਿਆ ਜੋ ਅਸਾਂ ਤੇਰੀਆਂ ਆਗਿਆ ਤੇ ਤੇਰੀਆਂ ਨਿਯਮਾਂ ਤੋਂ ਫਿਰ ਗਏ। ਤੇ ਅਸੀਂ ਤੇਰੇ ਸੇਵਕਾਂ ਨਬੀਆਂ ਨੂੰ ਨਹੀਂ ਮੰਨਿਆ ਜਿਨ੍ਹਾਂ ਨੇ ਤੇਰਾ ਨਾਮ ਲੈ ਕੇ ਸਾਡੇ ਪਾਤਸ਼ਾਹਾਂ, ਸਾਡੇ ਸ਼ਹਿਜ਼ਾਦਿਆਂ, ਸਾਡੇ ਪਿਓ ਦਾਦਿਆਂ ਤੇ ਸਾਡੇ ਦੇਸ਼ ਦੇ ਸਾਰਿਆਂ ਲੋਕਾਂ ਨੂੰ ਬਾਣੀ ਸੁਣਾਈ। हे ਪ੍ਰਭੂ, ਧਰਮ ਤੇਰਾ ਹੈ, ਪਰ ਸਾਡੇ ਲਈ ਮੂੰਹ ਚੁਰਾਉਣਾ ਜਿਵੇਂ ਅੱਜ ਦਾ ਦਿਨ ਹੈ। ਹਾਂ, ਯਹੂਦਾ ਦੇ ਲੋਕਾਂ ਤੇ ਸਭਨਾਂ ਇਸਰਾਏਲੀਆਂ ਦੇ ਲਈ ਜੋ ਨੇੜੇ ਹਨ, ਜਿਹੜੇ ਦੂਰ ਹਨ, ਉਹਨਾਂ ਸਭਨਾਂ ਦੇਸ਼ਾਂ ਵਿੱਚ ਇੱਥੇ ਕਿਥੇ ਤੂੰ ਉਹਨਾਂ ਦੇ ਔਗਣਾਂ ਦੇ ਕਾਰਨ ਜੋ ਉਹਨਾਂ ਨੇ ਤੇਰੇ ਅੱਗੇ ਕੀਤੇ ਹਨ, ਤੂੰ ਉਹਨਾਂ ਨੂੰ ਖੰਡਾ ਦਿੱਤਾ। हे ਪ੍ਰਭੂ, ਮੂੰਹ ਚੁਰਾਉਣਾ ਸਾਡੇ ਲਈ, ਸਾਡੇ ਪਾਤਸ਼ਾਹ ਤੇ ਸ਼ਹਿਜ਼ਾਦਿਆਂ ਔਰ ਸਾਡੇ ਪਿਓ ਦਾਦਿਆਂ ਦੇ ਲਈ ਹੈ ਜੋ ਅਸੀਂ ਤੇਰੇ ਪਾਪੀ ਹੋਏ। ਪ੍ਰਭੂ, ਸਾਡੇ ਪਰਮੇਸ਼ਰ ਦੀਆਂ ਦਇਆ ਤੇ ਖਿਮਾ ਹਨ। ਅਸਾਂ ਭਾਵੇਂ ਉਹਦੇ ਅੱਗੇ ਸਿਰ ਚੁੱਕਿਆ, ਅਸਾਂ ਜੋ ਆਪਣੇ ਪਰਮੇਸ਼ਰ ਦਾ ਬੋਲ ਨਾ ਮੰਨਿਆ, ਜੋ ਉਹਦੇ ਕਾਨੂੰਨਾਂ ਉੱਤੇ ਚੱਲੀਏ ਜਿਹਨੂੰ ਉਸਨੇ ਸਾਡੇ ਆਪਣੇ ਨੇਬਕਾਂ, ਸੇਵਕਾਂ, ਨਬੀਆਂ ਤੇ ਦੇ ਰਾਹੀਂ ਸਾਡੇ ਅੱਗੇ ਰੱਖਿਆ। ਹਾਂ, ਸਾਰਾ ਇਸਰਾਇਲ ਤੇਰੀ ਵਿਵਸਥਾ ਤੋਂ ਫਿਰ ਗਿਆ, ਮੁੜ ਗਿਆ, ਤੇਰੇ ਬੋਲਾਂ ਨੂੰ ਨਾ ਮੰਨਿਆ। ਇਸ ਕਰਕੇ ਉਹ ਫਟਕਾਰਾਂ ਸਾਡੇ ਉੱਤੇ ਆਣ ਪਈਆਂ। ਉਹ ਸਹੁੰ ਵੀ ਜੋ ਪਰਮੇਸ਼ਰ ਦੇ ਸੇਵਕ ਮੂਸਾ ਦੀ ਵਿਵਸਥਾ ਵਿੱਚ ਲਿਖੀ ਹੋਈ ਹੈ। ਇਸ ਲਈ ਜੋ ਅਸੀਂ ਉਹਦਾ ਪਾਪ ਕੀਤਾ ਤੇ ਉਹਨੇ ਸਾਰੀਆਂ ਉਹ ਗੱਲਾਂ ਆਪਣੀਆਂ ਜੋ ਅਸਾਂ ਲੋਕਾਂ ਦੇ ਨਾਲ, ਸਾਡੇ ਨਿਆਂਇਆਂ ਦੇ ਨਾਲ, ਜਿਹੜੇ ਸਾਡਾ ਨਿਆਂ ਕਰਦੇ ਹਨ, ਆਖੀਆਂ ਸਾਨੂੰ ਸੋ ਪੂਰੀਆਂ ਕੀਤੀਆਂ, ਤੇ ਉਹਨੇ ਸਾਡੇ ਉੱਤੇ ਵੱਡੀ ਵਿਪਤਾ ਪਾਈ, ਕਿਉਂਕਿ ਸਾਰੇ ਆਕਾਸ਼ ਹੇਠ ਅਜਿਹੀ ਗੱਲ ਨਹੀਂ ਹੋਈ ਜਿਹੀ ਯਰੂਸ਼ਲਮ ਨਾਲ ਹੋਈ। ਜਿਸ ਤਰ੍ਹਾਂ ਮੂਸਾ ਦੀ ਵਿਵਸਥਾ ਵਿੱਚ ਲਿਖਿਆ ਹੈ, ਉਸੇ ਤਰ੍ਹਾਂ ਸਾਰੀਆਂ ਵਿਪਤਾ ਸਾਡੇ ਉੱਤੇ ਆਣ ਪਈਆਂ। ਤਦ ਵੀ ਅਸੀਂ ਆਪਣੇ ਪਰਮੇਸ਼ਰ ਦੀ ਅਰਦਾਸ ਨਹੀਂ ਕੀਤੀ ਕਿ ਆਪਣੇ ਟੇਢੇ ਕੰਮਾਂ ਤੋਂ ਬਚੀਏ, ਤੇਰੀ ਕਚਹਿਰੀ ਵਿੱਚ ਸੁਚੇਤ ਹੋਈਏ। ਇਸ ਲਈ ਜੋ ਬਦੀ ਨੂੰ ਭਟਕਦਾ ਰਿਹਾ, ਉਹਨੇ ਸਾਡੇ ਉੱਤੇ ਉਹ ਪਾ ਵੀ ਦਿੱਤੀ, ਕਿਉਂਕਿ ਜੋ ਸਾਡੇ ਪਰਮੇਸ਼ਰ ਆਪਣੇ ਉਹਨਾਂ ਕੰਮਾਂ ਵਿੱਚ ਕਰਦਾ ਹੈ ਸੋਚਿਆ ਹੈ, ਪਰ ਅਸੀਂ ਉਹਦਾ ਬੋਲ ਨਾ ਮੰਨਿਆ। ਅਤੇ ਹੁਣ ਇਹ ਸਾਡੇ ਪਰਮੇਸ਼ਰ ਜੋ ਬਲ ਵਾਲੀ ਬਾਂਹ ਨਾਲ ਆਪਣੀ ਪਰਜਾ ਨੂੰ ਮਿਸਰ ਦੇ ਦੇਸ਼ ਵਿੱਚੋਂ ਕੱਢ ਲਿਆਇਆ ਤੇ ਆਪਣਾ ਨਾਮ ਵੱਡਾ ਕੀਤਾ, ਜਿੱਦਾਂ ਅੱਜ ਦੇ ਦਿਨ ਹੈ। ਅਸੀਂ ਪਾਪ ਕੀਤੇ, ਅਸੀਂ ਟੇਢੇ ਕੰਮ ਕੀਤੇ, ਪਰ ਪ੍ਰਭੂ ਤੂੰ ਆਪਣੇ ਸਾਰੇ ਧਰਮ ਅਨੁਸਾਰ ਆਪਣੇ ਗੁੱਸੇ ਅਤੇ ਆਪਣੇ ਕ੍ਰੋਧ ਨੂੰ, ਜੋ ਤੇਰੇ ਹੀ ਸ਼ਹਿਰ ਯਰੂਸ਼ਲਮ ਉੱਤੇ ਹੈ, ਪਵਿੱਤਰ ਪਹਾੜ ਹੈ, ਜੋ ਮੂੰਹ ਮੋੜ, ਕਿਉਂ ਜੋ ਸਾਡੇ ਪਾਪਾਂ ਤੇ ਸਾਡੇ ਪਿਓ ਦਾਦਿਆਂ ਦੇ ਟੇਢੇ ਕੰਮਾਂ ਦੇ ਕਾਰਨ ਯਰੂਸ਼ਲਮ ਤੇ ਤੇਰੀ ਪਰਜਾ ਉਹਨਾਂ ਸਭਨਾਂ ਲੋਕਾਂ ਦੇ ਅੱਗੇ ਜੋ ਚੁਫੇਰੇ ਵਸਦੇ ਹਨ ਉਲਾਂਭੇ ਯੋਗ ਹੋਈ। ਹੁਣ ਸਾਡੇ ਪਰਮੇਸ਼ਰ ਆਪਣੇ ਸੇਵਕ ਦੀ ਅਰਦਾਸ ਬੇਨਤੀ ਸੁਣ ਲੈ, ਆਪਣੇ ਮੂੰਹ ਦੇ ਪ੍ਰਕਾਸ਼ ਨੂੰ ਪ੍ਰਭੂ ਦੇ ਲਈ ਆਪਣੇ ਪਵਿੱਤਰ ਥਾਂ ਉੱਤੇ ਜਿਹੜਾ ਉਜੜਿਆ ਪਿਆ ਹੈ ਚਮਕਾ। ਇਹ ਪਰਮੇਸ਼ਰ ਆਪਣਾ ਕੰਨ ਲਾ ਤੇ ਸੁਣ, ਆਪਣੀਆਂ ਅੱਖਾਂ ਖੋਲ ਤੇ ਸਾਡੀਆਂ ਉਜਾੜਾਂ ਨੂੰ, ਉਸ ਸ਼ਹਿਰ ਨੂੰ ਜਿਹੜਾ ਤੇਰੇ ਨਾਂ ਉੱਤੇ ਸਜਾਉਂਦਾ ਹੈ ਵੇਖ, ਜੋ ਅਸੀਂ ਆਪਣੇ ਧਰਮਾਂ ਮੁਤਾਬਿਕ ਨਹੀਂ ਸਗੋਂ ਤੇਰੀ ਅਤਿਅੰਤ ਦਇਆ ਉੱਤੇ ਆਸ ਰੱਖ ਕੇ ਆਪਣੇ ਤਰਲੇ ਕਰਦੇ ਹਾਂ। ਇਹ ਪ੍ਰਭੂ ਸੁਣ, ਪ੍ਰਭੂ ਬਖਸ਼ ਦੇ, ਇਹ ਪ੍ਰਭੂ ਸੁਣ ਲੈ ਤੇ ਕੰਮ ਕਰ। ਇਹ ਪਰਮੇਸ਼ਰ ਆਪਣੇ ਹੀ ਲਈ ਢਿੱਲ ਨਾ ਲਾ। ਇਸ ਲਈ ਜੋ ਤੇਰਾ ਸ਼ਹਿਰ, ਤੇਰੀ ਪਰਜਾ ਤੇਰੇ ਨਾਂ ਦੀ ਅਖਵਾਉਂਦੀ ਹੈ, ਮੈਂ ਕਹਿੰਦਾ ਹੀ ਸਾਂ ਕਿ ਅਰਦਾਸ ਕਰਦਾ ਹੀ ਸਾਂ ਕਿ ਆਪਣੇ ਪਾਪਾਂ ਤੇ ਆਪਣੇ ਲੋਕਾਂ ਇਸਰਾਏਲੀਆਂ ਦੇ ਪਾਪਾਂ ਨੂੰ ਮੰਨਦਾ ਹੀ ਸਾਂ, ਆਪਣੇ ਤੇ ਯਹੋਵਾ ਪਰਮੇਸ਼ਰ ਦੇ ਅੱਗੇ ਆਪਣੇ ਪਵਿੱਤਰ ਦੇਸ਼ ਦੇ ਪਰਮੇਸ਼ਰ ਦੇ ਪਵਿੱਤਰ ਪਹਾੜ ਲਈ ਆਪਣੇ ਤਰਲੇ ਪਾਉਂਦਾ ਹੀ ਸਾਂ। ਅਰਦਾਸ ਕਰਦੇ ਹੀ ਮੇਰੇ ਮੂੰਹੋਂ ਗੱਲਾਂ ਹੋ ਹੀ ਰਹੀਆਂ ਸਨ, ਤੇ ਉਹ ਜਾਣਾ ਅਰਥਾਤ ਜਿਬਰਾਇਲ, ਜਿਹਨੂੰ ਮੈਂ ਪਹਿਲੋਂ ਦਰਸ਼ਨ ਵਿੱਚ ਦੇਖਿਆ ਸੀ, ਆਗਿਆ ਦੇ ਮੁਤਾਬਿਕ ਛੇਤੀ ਉੱਡ ਕੇ ਆਇਆ ਤੇ ਮੈਨੂੰ ਛੋਇਆ। ਇਹ ਤਰਕਾਲਾਂ ਦੀ ਭੇਟ ਚੜਾਉਣ ਦੇ ਵੇਲੇ ਦੇ ਲਗਭਗ ਸੀ। ਉਹਨੇ ਮੈਨੂੰ ਖਬਰ ਦਿੱਤੀ ਤੇ ਮੇਰੇ ਨਾਲ ਗੱਲਾਂ ਕੀਤੀਆਂ ਤੇ ਮੈਨੂੰ ਆਖਿਆ, ਇਹ ਦਾਨੀਅਲ, ਹੁਣ ਮੈਂ ਇਸ ਲਈ ਨਿਕਲ ਆਇਆ ਜੋ ਤੈਨੂੰ ਬੁੱਧਵਾਨ ਤੇ ਸਿਆਣਾ ਬਣਾਵਾਂ। ਜਿਸ ਵੇਲੇ ਤੂੰ ਬੇਨਤੀ ਕਰਨ ਲੱਗਾ ਸੀ, ਉਸੇ ਵੇਲੇ ਆਗਿਆ ਹੋ ਗਈ ਸੀ। ਇਹ ਆਗਿਆ ਨਿਕਲੀ ਤੇ ਮੈਂ ਆਇਆ ਕਿ ਤੈਨੂੰ ਵਿਖਾਵਾਂ, ਕਿਉਂ ਜੋ ਤੂੰ ਵੱਡਾ ਪਿਆਰਾ ਹੈ। ਸੋ ਇਸ ਗੱਲ ਨੂੰ ਜਾਣ ਤੇ ਇਸ ਦਰਸ਼ਨ ਨੂੰ ਸਮਝ, 70 ਸਾਤੇ ਤੇਰੇ ਲੋਕਾਂ ਤੇ ਤੇਰੇ ਪਵਿੱਤਰ ਸ਼ਹਿਰ ਲਈ ਠਹਿਰਾਏ ਗਏ ਹਨ, ਵੀ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਵੇ ਤੇ ਪਾਪਾਂ ਦਾ ਅੰਤ ਕਰੇ ਤੇ ਬੁਰਾਈ ਦਾ ਪ੍ਰਾਸ਼ਚਿਤ ਕਰੇ ਤੇ ਸਦਾ ਦਾ ਧਰਮ ਲਿਆਵੇ ਤੇ ਦ੍ਰਿਸ਼ਟ ਔਰ ਅਗੰਮ ਵਾਕ ਉਤੇ ਮੋਹਰ ਲਾਵੇ ਤੇ ਅਤ ਪਵਿੱਤਰ ਨੂੰ ਮੱਸਾ ਕਰੇ।
सो तू जान लै ते समझ लै ते जिस समय तो यरूशलेम दे दूजी वार उसारन दी आज्ञा निकलेगी, मसीह राज पुत्र तीकर 7 साते होणगे। मसीह राज पुत्र तीकर 7 साते होणगे अते 62 साते ਉਹ ਬਾਜ਼ਾਰ ਧੂੜਕੋਟ ਸਣੇ ਬਣਾਇਆ ਜਾਵੇਗਾ। ਪਰ ਔਖਿਆਈ ਦੇ ਦਿਨਾਂ ਦੇ ਵਿੱਚ ਅਤੇ 62 ਸਾਸਿਆਂ ਦੇ ਮਗਰੋਂ ਮਸੀਹ ਵੱਢਿਆ ਜਾਵੇਗਾ ਤੇ ਉਹਦੇ ਕੋਲ ਕੁਝ ਨਹੀਂ ਹੋਵੇਗਾ। ਜਿਹੜਾ ਪਾਤਸ਼ਾਹ ਆਵੇਗਾ ਉਹਦੇ ਕੋਲ ਸ਼ਹਿਰ ਔਰ ਪਵਿੱਤਰ ਥਾਂ ਨੂੰ ਉਜਾੜੇਗਾ ਤੇ ਹੜ ਦੇ ਜ਼ੋਰ ਨਾਲ ਉਹਦਾ ਛੇਕੜ ਹੋਵੇਗਾ। ਅੰਤ ਤੀਕਰ ਲੜਾਈ ਰਹੇਗੀ ਤੇ ਠਹਿਰਾਈਆਂ ਹੋਈਆਂ ਉਜਾੜਾਂ ਹੋਣਗੀਆਂ ਤੇ ਉਹ ਬਹੁਤਿਆਂ ਦੇ ਨਾਲ ਇੱਕ ਸਾਥੀ ਦੇ ਲਈ ਪੱਕਾ ਨੀਮ ਬੰਨੇਗਾ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਔਰ ਭੇਟਾਂ ਨੂੰ ਮੁਕਾ ਦੇਵੇਗਾ ਤੇ ਘਿਨੌਣੀਆਂ ਵਸਤਾਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ ਤੇ ਪੂਰੇ ਔਰ ਠਹਿਰਾਏ ਹੋਏ ਅੰਤ ਤੀਕਰ ਕ੍ਰੋਧ ਉਜੜੇ ਹੋਇਆ ਉੱਤੇ ਪਾਇਆ ਜਾਵੇਗਾ। ਚੈਪਟਰ 10 ਦਾਨੀਏਲ ਉੱਤੇ ਮਹਾਪੁਰਸ਼ ਦਾ ਦਰਸ਼ਨ। ਫਾਰਸ ਦੇ ਪਾਤਸ਼ਾਹ ਖੋਰਸ ਦੇ ਤੀਜੇ ਵਰੇ ਵਿੱਚ ਦਾਨੀਏਲ ਨੂੰ, ਜਿਹਦਾ ਨਾਮ ਬੇਲਸ਼ੱਸਰ ਵੀ ਕਹੀਦਾ ਹੈ, ਇੱਕ ਗੱਲ ਪ੍ਰਗਟ ਹੋਈ ਤੇ ਉਸ ਗੱਲ ਸੱਚ ਸੀ, ਅਰਥਾਤ ਬੜਾ ਜੰਗ ਸੀ, ਬੜੀ ਲੜਾਈ। ਉਹਨੇ ਉਸ ਗੱਲ ਨੂੰ, ਉਹਦੇ ਦਰਸ਼ਨ ਦੇ ਅਰਥ ਨੂੰ ਸਮਝ ਲਿਆ। ਮੈਂ ਦਾਨੀਏਲ ਉਹਨਾਂ ਦਿਨਾਂ ਵਿੱਚ 3 ਸਾਤਿਆਂ ਥੋੜੀ ਸੋਗ ਕਰਦਾ ਰਿਹਾ। ਮੈਂ ਸਵਾਦ ਦੀ ਰੋਟੀ ਨਾ ਖਾਧੀ, ਮੇਰੇ ਮੂੰਹ ਵਿੱਚ ਮਾਂਸ ਔਰ ਸ਼ਰਾਬ ਨਾ ਪਿਆ, ਮੈਂ ਆਪਣੇ ਉੱਤੇ ਤੇਲ ਨਾ ਮਲਿਆ। ਇੱਥੋਂ ਤੱਕ ਮੈਂ 3 ਸਾਤੇ ਪੂਰੇ ਲੰਘਾ ਲਏ ਅਤੇ ਪਹਿਲੇ ਮਹੀਨੇ ਦੇ 24ਵੇਂ ਦਿਨ ਵਿੱਚ ਮੈਂ ਵੱਡੇ ਦਰਿਆ ਦਜਲੇ ਦੇ ਕੰਢੇ ਉੱਤੇ ਸਾਂ। ਮੈਂ ਅੱਖੀਆਂ ਉਗਾੜ ਕੇ ਦੇਖਿਆ ਤੇ ਕੀ ਵੇਖਦਾ ਹਾਂ, ਜੋ ਇੱਕ ਮਨੁੱਖ ਸੂਤੀ ਕੱਪੜੇ ਪਾਏ ਹੋਏ, ਜਿਹਦੇ ਲੱਕ ਨਾਲ ਉਫਾਜ਼ ਤੇ ਕੁੰਦਨ ਸੋਨੇ ਦੀ ਪੇਟੀ ਬੰਨੀ ਹੋਈ ਹੈ, ਖਲੋਤਾ ਹੈ। ਉਹਦਾ ਸਰੀਰ ਬੈਰੂਜ਼ ਵਰਗਾ ਤੇ ਉਹਦਾ ਮੂੰਹ ਬਿਜਲੀ ਵਰਗਾ ਅਤੇ ਉਹਦੀਆਂ ਅੱਖਾਂ 2 ਜਗਦੇ ਦੀਵਿਆਂ ਵਰਗੀਆਂ। ਉਹਦੀਆਂ ਬਾਹਾਂ ਤੇ ਉਹਦੇ ਪੈਰ ਰੰਗਾਂ ਵਿੱਚ ਲਿਸ਼ਕਦੇ ਪਿੱਤਲ ਜਿਹੇ ਸਨ ਅਤੇ ਉਹਦੀਆਂ ਗੱਲਾਂ ਕਰਨ ਦੀ ਆਵਾਜ਼ ਇਹੋ ਜਿਹੀ ਸੀ ਜਿਵੇਂ ਭੀੜ ਦੀ। ਮੈਂ ਦਾਨੀਏਲ ਨੇ ਕੱਲੇ ਨੇ ਇਹ ਦਰਸ਼ਨ ਦੇਖਿਆ, ਕਿਉਂਕਿ ਜਿਹੜੇ ਮਨੁੱਖ ਮੇਰੇ ਨਾਲ ਸਨ ਉਹਨਾਂ ਨੇ ਇਸ ਦਰਸ਼ਨ ਨੂੰ ਨਹੀਂ ਦੇਖਿਆ, ਪਰ ਉਹਨਾਂ ਨੂੰ ਅਜਿਹੀ ਕੰਬਣੀ ਛਿੜੀ ਜੋ ਆਪਣੇ ਆਪ ਨੂੰ ਲੁਕਾਉਣ ਲਈ ਨੱਠੇ। ਮੈਂ ਇਕੱਲਾ ਮੁਕੱਲਾ ਰਹਿ ਗਿਆ ਅਤੇ ਇਹ ਵੱਡਾ ਦਰਸ਼ਨ ਮੈਂ ਦੇਖਿਆ ਤੇ ਮੇਰੇ ਵਿੱਚ ਸਾਹ ਸੱਤ ਨਾ ਰਿਹਾ, ਕਿਉਂਕਿ ਮੇਰਾ ਰੂਪ ਰੰਗ ਮੇਰੇ ਮੂੰਹ ਦੀ ਪਲੱਤਣ ਨਾਲ ਵੱਟਿਆ ਗਿਆ ਤੇ ਮੇਰੇ ਵਿੱਚ ਕੁਝ ਬਲ ਨਾ ਰਿਹਾ। ਮੈਂ ਉਹਦੀ ਆਵਾਜ਼ ਤੇ ਗੱਲਾਂ ਸੁਣੀਆਂ ਤੇ ਮੈਂ ਉਹਦੀ ਆਵਾਜ਼ ਤੇ ਗੱਲਾਂ ਸੁਣਨ ਦੇ ਵੇਲੇ ਘੂਕ ਨੀਂਦ ਵਿੱਚ ਮੂੰਹ ਭਰਨੇ ਥੱਲੇ ਡਿੱਗ ਪਿਆ ਤੇ ਮੇਰਾ ਮੂੰਹ ਧਰਤੀ ਵੱਲ ਸੀ। ਤੇ ਵੇਖੋ ਇੱਕ ਹੱਥ ਨੇ ਮੈਨੂੰ ਆ ਛੂਹਿਆ ਤੇ ਮੈਨੂੰ ਗੋਡਿਆਂ ਔਰ ਤਲੀਆਂ ਉੱਤੇ ਬਿਠਾ ਦਿੱਤਾ ਤੇ ਮੈਨੂੰ ਆਖਿਆ, ਦਾਨੀਏਲ ਅਤ ਪਿਆਰੇ ਮਨੁੱਖ, ਜੋ ਮੈਂ ਤੈਨੂੰ ਆਖਦਾ ਹਾਂ ਉਹਨਾਂ ਗੱਲਾਂ ਨੂੰ ਸਮਝ ਲੈ ਤੇ ਸਿੱਧਾ ਖਲੋ ਜਾ, ਕਿਉਂ ਜੋ ਮੈਂ ਤੇਰੇ ਕੋਲ ਹੁਣ ਭੇਜਿਆ ਗਿਆ ਹਾਂ। ਅਤੇ ਜਦੋਂ ਉਸਨੇ ਮੈਨੂੰ ਇਹ ਗੱਲ ਕਹੀ ਤਾਂ ਮੈਂ ਕੰਬਦਾ ਖਲੋ ਗਿਆ। ਤਾਂ ਉਸਨੇ ਮੈਨੂੰ ਆਖਿਆ, ਦਾਨੀਏਲ ਨਾ ਡਰ, ਕਿਉਂਕਿ ਪਹਿਲੇ ਹੀ ਦਿਨ ਤੋਂ ਜਦ ਤੂੰ ਆਪਣਾ ਮਨ ਸਮਝਣ ਲਈ ਆਪਣੇ ਪਰਮੇਸ਼ਰ ਦੇ ਅੱਗੇ ਅਧੀਨਗੀ ਕਰਨ ਲਈ ਲਾਇਆ, ਸੋ ਤੇਰੀਆਂ ਗੱਲਾਂ ਸੁਣੀਆਂ ਗਈਆਂ, ਤੇਰੀਆਂ ਗੱਲਾਂ ਦੇ ਲਈ ਹੀ ਮੈਂ ਆਇਆ ਹਾਂ। ਔਰ ਫਾਰਸ ਦੇ ਰਾਜ ਦੇ ਪ੍ਰਧਾਨ ਨੇ ਮੈਨੂੰ 21 ਦਿਨਾਂ ਤੀਕ ਅਟਕਾ ਛੱਡਿਆ। ਵੇਖ, ਮਿਕਾਇਲ ਨੇ, ਜੋ ਪ੍ਰਧਾਨਾਂ ਵਿੱਚੋਂ ਸਭ ਤੋਂ ਵੱਡਾ ਹੈ, ਮੇਰੀ ਸਹਾਇਤਾ ਨੂੰ ਪਹੁੰਚ ਕੇ ਅਤੇ ਮੈਨੂੰ ਫਾਰਸ ਦੇ ਰਾਜਿਆਂ ਨਾਲ ਰੱਖਿਆ। ਮੈਂ ਹੁਣ ਜੋ ਤੇਰੇ ਲੋਕਾਂ ਉੱਤੇ ਆਖਰੀ ਦਿਨਾਂ ਵਿੱਚ ਬੀਤੇਗਾ ਮੈਂ ਤੈਨੂੰ ਦੱਸਣ ਲਈ ਆਇਆ ਹਾਂ, ਕਿਉਂਕਿ ਇਹ ਦਰਸ਼ਨ ਅਜੇ ਢੇਰ ਸਾਰੇ ਦਿਨਾਂ ਦੇ ਲਈ ਹੈ। ਤੇ ਜਦ ਉਸਨੇ ਗੱਲਾਂ ਮੈਨੂੰ ਆਖੀਆਂ, ਮੈਂ ਆਪਣਾ ਮੂੰਹ ਧਰਤੀ ਵੱਲ ਨਵਾਇਆ ਤੇ ਗੂੰਗਾ ਹੋ ਗਿਆ। ਤੇ ਵੇਖੋ, ਕਿਸੇ ਨੇ ਜੋ ਮਨੁੱਖਾਂ ਦੇ ਵਾਂਗੂ ਹੀ ਸੀ ਮੇਰੇ ਹੋਠਾਂ ਨੂੰ ਛੂਹਿਆ। ਤਦ ਮੈਂ ਆਪਣਾ ਮੂੰਹ ਖੋਲਿਆ ਤੇ ਬੋਲ ਪਿਆ ਅਤੇ ਮੇਰੇ ਸਾਹਮਣੇ ਖਲੋਤਾ ਸੀ ਉਹ। ਉਸਨੂੰ ਆਖਿਆ, ਹੀ ਮੇਰੇ ਸੁਆਮੀ, ਉਸ ਦਰਸ਼ਨ ਦੇ ਕਾਰਨ ਮੇਰੇ ਸੋਗਾਂ ਨੇ ਮੇਰੇ ਤੇ ਹੱਲਾ ਕੀਤਾ ਤੇ ਮੇਰੇ ਵਿੱਚ ਰਤਾ ਬਲ ਨਹੀਂ ਰਿਹਾ। ਇਹ ਕਿਵੇਂ ਹੋ ਸਕਦਾ ਜੋ ਮੇਰੇ ਇਹੋ ਜਿਹੇ ਸੁਆਮੀ ਦਾ ਇਹ ਸੇਵਕ ਮੇਰੇ ਜਿਹੇ ਸੁਆਮੀ ਨਾਲ ਗੱਲਾਂ ਕਰੇ? ਪਰ ਮੈਂ ਜੋ ਹਾਂ ਸੋ ਝੱਟ ਮੇਰੇ ਵਿੱਚ ਸ਼ਕਤੀ ਨਾ ਰਹੀ, ਨਾ ਹੀ ਮੇਰੇ ਵਿੱਚ ਸਾਹ ਸੱਤ ਰਿਹਾ। ਤਦ ਇੱਕ ਜਨ ਨੇ, ਜਿਹਦਾ ਰੂਪ ਆਦਮੀ ਵਰਗਾ ਸੀ, ਮੈਨੂੰ ਮੁੜ ਕੇ ਛੂਹਿਆ ਤੇ ਮੈਨੂੰ ਜ਼ੋਰ ਦਿੱਤਾ ਤੇ ਉਹ ਬੋਲਿਆ, ਹੇ ਅਤ ਪਿਆਰੇ ਮਨੁੱਖ, ਨਾ ਡਰ।
ਤੈਨੂੰ ਸੁਖ ਸਾਂਧ ਹੋਵੇ, ਜ਼ੋਰ ਫੜ, ਜ਼ੋਰ ਪਕੜ, ਹਾਂ ਬਲਵਾਨ ਹੋ। ਅਤੇ ਜਦੋਂ ਉਸਨੇ ਮੈਨੂੰ ਇਹ ਆਖਿਆ, ਮੈਂ ਜ਼ੋਰ ਪਾਇਆ ਅਤੇ ਮੈਂ ਬੋਲਿਆ, हे ਮੇਰੇ स्वामी ਹੁਣ ਦੱਸ, क्यों जो तैं ही मैनू जोर दिता है। तद बोलिया कि तू जानदा है मैं तेरे कोल किस लिए आया हाँ। मैं हुण फारस दे प्रधान नाल लड़न नूं फेर जाना है, ਅਤੇ ਜਦੋਂ मैं चलिया जावांगा तां वेख यूनान दा प्रधान आवेगा, पर मैं तेनू दसांगा जो कुछ सच्चाई दी पोथी विच लिखिया होया, ਅਤੇ कोई नहीं जो इन्हां गल्लां विच मेरी सहायता करन लई लक बन्नेगा। एक मिकाएल तो बाजो जिहड़ा तुहाडा प्रधान है। पातशाहियां दी लड़ाई चैप्टर 11। राजा मांदी दे राज दे पहले वरे विच मैं ही सां जो खलोता सां, इस करके ओनू पक्का करां ते जोर देवां। ਅਤੇ ਹੁਣ मैं ਤੈਨੂੰ सच्ची गल दसांगा, वेख फारस विच 3 राजे होर भी उठणगे। चौथा सबना नालों वधीक धनी होवेगा, वो अपने धन करके जोरावर होवेगा ते उन्हें सबना नूं चुकेगा भी यूनान दे राज दा सामना करन। पर एक वड्डा राजा उठेगा ते वड्डी समर्था नाल राज करेगा, जो चाहेगा सोई करेगा। ते जदों उठेगा उहदा राज टुट पवेगा ते आकाश दे 4 पौणा वल वंडिया जावेगा ते ओहदे पंछियां कोल, ओहदे वंशियां कोल ना जावेगा। ओहदी समर्था दे समान जिहदे नाल ओह राज करदा सी भी ना होवेगा, क्योंकि ओहदा राज मुੱਢੋਂ फुटिया जावेगा ते उस थी वखरे जो हन उहनां लई होवेगा। ते दखण दा राजा जोर पावेगा ते ओहदे नाल ਉਹਨਾਂ ਦੇ ਸਰਦਾਰਾਂ ਵਿੱਚ ਇੱਕ ਵਧੇਕ ਜ਼ੋਰਾਵਰ ਹੋਵੇਗਾ ਤੇ ਸਮਰਥਾ ਪਾਵੇਗਾ। ਉਸ ਦਾ ਰਾਜ ਇੱਕ ਵੱਡਾ ਰਾਜ ਹੋਵੇਗਾ ਤੇ ਵਰਿਆਂ ਦੇ ਪਿੱਛੋਂ ਓੜਕ ਨੂੰ ਆਪਸ ਵਿੱਚ ਮੇਲ ਕਰਨਗੇ, ਕਿਉਂ ਜੋ ਦੱਖਣ ਦੇ ਰਾਜੇ ਦੀ ਧੀ ਉੱਤਰ ਦੇ ਰਾਜੇ ਕੋਲ ਆਵੇਗੀ ਤਾਂ ਜੋ ਏਕਤਾ ਕਰੇ, ਪਰ ਉਹ ਆਪਣੀਆਂ ਬਾਹਾਂ ਦੇ ਜ਼ੋਰ ਨੂੰ ਨਾ ਰੱਖੇਗੀ ਤੇ ਉਹ ਵੀ ਨਾ ਖਲੋਵੇਗਾ ਤੇ ਨਾ ਹੀ ਉਹਦੀ ਬਾਂਹ ਉਹ ਜੋ ਉਹਨੂੰ ਲਿਆਏ ਸਨ ਉਹਨਾਂ ਸਣੇ ਉਹਦੇ ਪਿਓ ਸਣੇ ਜਿਸਨੇ ਉਹਨਾਂ ਦਿਨਾਂ ਵਿੱਚ ਉਹਨੂੰ ਜ਼ੋਰ ਦਿੱਤਾ ਸੀ, ਉਸ ਸਮੇਂ ਛੱਡ ਦਿੱਤੀ ਜਾਵੇਗੀ। ਪਰ ਉਹਦੀਆਂ ਜੜ੍ਹਾਂ ਵਿੱਚੋਂ ਦੀ ਟਾਹਣੀ ਤੋਂ ਇੱਕ ਉਹਦੇ ਥਾਂ ਉੱਠੇਗਾ, ਉਹ ਇੱਕ ਫੌਜ ਨਾਲ ਆਵੇਗਾ ਤੇ ਉੱਤਰ ਦੇ ਰਾਜੇ ਦੇ ਗੜ੍ਹ ਵਿੱਚ ਵੜੇਗਾ ਅਤੇ ਹੱਲਾ ਕਰਕੇ ਉਹਨਾਂ ਨੂੰ ਹਰਾਵੇਗਾ। ਉਹ ਉਹਨਾਂ ਦੇ ਦੇਵਤਿਆਂ ਨੂੰ ਉਹਨਾਂ ਦੀਆਂ ਢਾਲੀਆਂ ਹੋਈਆਂ ਮੂਰਤਾਂ ਸਣੇ, ਉਹਨਾਂ ਦੇ ਸੋਨੇ ਚਾਂਦੀ ਦੇ ਚੰਗੇ ਭਾਂਡਿਆਂ ਸਣੇ ਕੈਦ ਕਰਕੇ ਮਿਸਰ ਨੂੰ ਲੈ ਜਾਵੇਗਾ ਤੇ ਕਈਆਂ ਵਰ੍ਹਿਆਂ ਤੱਕ ਉਹ ਉੱਤਰ ਦੇ ਰਾਜੇ ਨੂੰ ਛੇੜਨ ਤੋਂ ਰਹੇਗਾ। ਫਿਰ ਉਹ ਦੱਖਣ ਦੇ ਪਾਤਸ਼ਾਹ ਦੇ ਰਾਜ ਵਿੱਚ ਵੜੇਗਾ ਤੇ ਆਪਣੇ ਦੇਸ਼ ਵਿੱਚ ਮੁੜ ਆਵੇਗਾ ਤੇ ਉਹਦੇ ਪੁੱਤਰ ਯੁੱਧ ਕਰਨਗੇ ਤੇ ਇੱਕ ਵੱਡੀ ਭੀੜ ਵਾਲੀ ਫੌਜ ਇਕੱਠੀ ਕਰਨਗੇ, ਜਿਹੜੀ ਵਗੀ ਆਵੇਗੀ ਤੇ ਫੈਲੇਗੀ ਤੇ ਲੰਘੇਗੀ ਤੇ ਉਹ ਮੁੜਨਗੇ ਤੇ ਇਹਦੇ ਕੋਟ ਤੋੜੀ ਲੜਨਗੇ ਤੇ ਰਾਜੇ ਦੇ ਦੱਖਣ ਦੇ ਰਾਜੇ ਦਾ ਕ੍ਰੋਧ ਜਾਗੇਗਾ ਤੇ ਉਹ ਨਿਕਲ ਕੇ ਉਹਦੇ ਨਾਲ ਉੱਤਰ ਦੇ ਰਾਜੇ ਨਾਲ ਲੜਾਈ ਕਰੇਗਾ। ਵੱਡਾ ਦਲ ਲੈ ਕੇ ਆਵੇਗਾ ਤੇ ਵੱਡਾ ਦਲ ਉਹਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਭੀੜ ਚੁੱਕੀ ਜਾਵੇਗੀ ਤੇ ਉਹਦੇ ਦਿਲ ਵਿੱਚ ਹੰਕਾਰ ਹੋਵੇਗਾ ਤੇ ਉਹ 10,000 ਨੂੰ ਡੇਗੇਗਾ ਪਰ ਉਹ ਜਿੱਤੇਗਾ ਨਾ। ਅਤੇ ਉੱਤਰ ਦਾ ਰਾਜਾ ਮੁੜੇਗਾ ਤੇ ਇੱਕ ਦਲ ਨੂੰ ਜੋ ਪਹਿਲੇ ਨਾਲੋਂ ਡਾਢਾ ਹੋਵੇਗਾ ਇਕੱਠਾ ਕਰੇਗਾ ਤੇ ਕਈ ਵਰ੍ਹਿਆਂ ਪਿੱਛੋਂ ਆਪਣੀ ਵੱਡੀ ਫੌਜ ਤੇ ਢੇਰ ਸਾਰੇ ਮਾਲ ਸਣੇ ਆਵੇਗਾ। ਉਹਨੂੰ ਦਿਨ ਬਥੇਰੇ ਦੱਖਣ ਦੇ ਰਾਜੇ ਦੇ ਵਿਰੁੱਧ ਉੱਠ ਖਲੋਣਗੇ, ਤੇਰਿਆਂ ਲੋਕਾਂ ਦੇ ਧਾੜਵੀ ਵੀ ਉੱਠਣਗੇ ਜੋ ਉਸ ਨੂੰ ਦਰਸ਼ਨ ਨੂੰ ਪੂਰਾ ਕਰਨ, ਉਸ ਦਰਸ਼ਨ ਨੂੰ, ਪਰ ਉਹ ਡਿੱਗ ਪੈਣਗੇ ਕਿਉਂ ਜੋ ਉੱਤਰ ਦਾ ਰਾਜਾ ਆਵੇਗਾ ਤੇ ਦਮਦਮਾ ਬਣਾਵੇਗਾ, ਪੱਕੇ ਪੱਕੇ ਸ਼ਹਿਰਾਂ ਨੂੰ ਲੈ ਲਵੇਗਾ ਤੇ ਦੱਖਣ ਦੀਆਂ ਬਾਵਾਂ ਨਾ ਅੜਨਗੀਆਂ ਤੇ ਨਾ ਹੀ ਉਹਦੇ ਚੁਣੇ ਹੋਏ ਲੋਕਾਂ ਵਿੱਚ ਅੜਨ ਦਾ ਜ਼ੋਰ ਹੋਵੇਗਾ। ਤੇ ਉਹ ਜੋ ਉਸ ਉੱਤੇ ਚੜ ਕੇ ਆਵੇਗਾ ਸੋ ਆਪਣੀ ਇੱਛਾ ਦੇ ਅਨੁਸਾਰ ਕੰਮ ਕਰੇਗਾ, ਉਹਦਾ ਸਾਹਮਣਾ ਕੋਈ ਨਹੀਂ ਕਰ ਸਕੇਗਾ, ਪਰ ਉਹ ਪ੍ਰਤਾਪਵਾਨ ਦੇਸ਼ ਵਿੱਚ ਖਲੋਵੇਗਾ ਤੇ ਉਸਦੇ ਹੱਥ ਵਿੱਚ ਨਾਸ਼ ਹੋਵੇਗਾ ਅਤੇ ਉਹਦੇ ਸਾਰੇ ਰਾਜ ਦੇ ਜ਼ੋਰ ਨਾਲ ਆਉਣ ਨੂੰ ਆਪਣਾ ਮੁਹਾੜਾ ਮੋੜੇਗਾ ਅਤੇ ਉਹਦੇ ਨਾਲ ਸਹੀ ਸ਼ਰਤਾਂ ਹੋਣਗੀਆਂ ਉਹਨਾਂ ਨੂੰ ਪੂਰਾ ਕਰੇਗਾ। ਉਸਨੂੰ ਔਰਤਾਂ ਦੀ ਧੀ ਦੇਵੇਗਾ ਅਤੇ ਉਹ ਉਸ ਨੂੰ ਵਿਗਾੜੇ, ਪਰ ਉਹ ਨਾ ਤਾਂ ਖਲੋਵੇਗੀ ਤੇ ਨਾ ਹੀ ਉਹਦੇ ਲਈ ਹੋਵੇਗੀ। ਉਹਦੇ ਪਿੱਛੋਂ ਉਹ ਆਪਣਾ ਮੂੰਹ ਟਾਪੂਆਂ ਵੱਲ ਕਰੇਗਾ ਅਤੇ ਬਹੁਤਿਆਂ ਨੂੰ ਲੈ ਲਵੇਗਾ, ਪਰ ਇੱਕ ਪ੍ਰਧਾਨ ਉਸ ਉਲਾਂਭੇ ਨੂੰ ਜੋ ਉਸਨੇ ਉਸਦੇ ਵੱਲੋਂ ਲਿਆ ਸੀ ਹਟਾ ਦੇਵੇਗਾ, ਸਗੋਂ ਉਹ ਉਸ ਉਲਾਂਭੇ ਨੂੰ ਉਸੇ ਉੱਤੇ ਫੇਰ ਦੇਵੇਗਾ। ਤਦੋਂ ਆਪਣੇ ਦੇਸ਼ ਦੇ ਕੋਟਾਂ ਵੱਲ ਮੂੰਹ ਮੋੜੇਗਾ ਅਤੇ ਉਹ ਟੱਕਰ ਖਾਏਗਾ ਤੇ ਡਿੱਗ ਪਵੇਗਾ ਤੇ ਉਹ ਫਿਰ ਲੱਭਿਆ ਨਾ ਜਾਏਗਾ। ਉਹਦੇ ਥਾਂ ਉੱਤੇ ਇੱਕ ਹੋਰ ਉੱਠੇਗਾ ਜੋ ਸੋਹਣੇ ਰਾਜ ਦੇ ਵਿਚਕਾਰ ਚੁੰਗੀ ਨੂੰ ਭੇਜੇਗਾ। ਉਹ ਥੋੜ੍ਹੇ ਦਿਨਾਂ ਵਿੱਚ ਹੀ ਨਸ਼ਟ ਹੋ ਜਾਵੇਗਾ, ਨਾ ਕ੍ਰੋਧ ਨਾਲ ਨਾ ਲੜਾਈ ਨਾਲ, ਸਗੋਂ ਫਿਰ ਉਸ ਦੇ ਥਾਂ ਇੱਕ ਪਖੰਡੀ ਉੱਠੇਗਾ ਜਿਸਨੂੰ ਉਸ ਪਾਤਸ਼ਾਹ ਦੀ ਪੱਤ ਨਾ ਦੇਣਗੇ।
ਉਹ ਬਚਾਓ ਦੇ ਵੇਲੇ ਆਵੇਗਾ ਤੇ ਲੱਲੋ ਪੱਤੋ ਕਰਕੇ ਰਾਜ ਲੈ ਲਵੇਗਾ ਅਤੇ ਦਬਾਉਣ ਵਾਲੀ ਫੌਜ ਉਸਦੇ ਅੱਗੋਂ ਦਬਾਈ ਜਾਵੇਗੀ ਤੇ ਤੋੜੀ ਜਾਵੇਗੀ। ਹਾਂ, ਨੇਮ ਦਾ ਸ਼ਹਿਜ਼ਾਦਾ ਵੀ ਨਾਲੇ ਹੀ ਜਦੋਂ ਉਸਦੇ ਨਾਲ ਤਕਰਾਰ ਕੀਤਾ ਜਾਵੇਗਾ ਤਾਂ ਉਹਦੇ ਅੱਗੋਂ ਉਹ ਢੁੱਚਰ ਡਾਹੇਗਾ, ਕਿਉਂ ਜੋ ਉਹ ਚੜਾਈ ਕਰੇਗਾ ਤੇ ਥੋੜੇ ਜਿਹੇ ਲੋਕਾਂ ਦੀ ਸਹਾਇਤਾ ਨਾਲ ਹੀ ਵੱਡਾ ਬਣੇਗਾ। ਉਹਦੇ ਬਚਾਓ ਦੇ ਵੇਲੇ ਜ਼ਿਲ੍ਹੇ ਦੀਆਂ ਚੰਗੀਆਂ ਉਜਲੀਆਂ ਥਾਵਾਂ ਵਿੱਚ ਵੜੇਗਾ ਤੇ ਅਜਿਹਾ ਕੁਝ ਕਰੇਗਾ ਜੋ ਉਸਦੇ ਪਿਓ ਦਾਦਿਆਂ ਨੇ ਤੇ ਉਸਦੇ ਦਾਦਿਆਂ ਦੇ ਪੜਦਾਦਿਆਂ ਨੇ ਵੀ ਨਹੀਂ ਕੀਤਾ ਹੋਵੇਗਾ। ਉਹ ਲੁੱਟ ਪੁੱਟ ਦੇ ਮਾਲ ਨੂੰ ਉਹਨਾਂ ਵਿੱਚ ਵੰਡੇਗਾ ਤੇ ਕੁਝ ਚਿਰ ਤੱਕ ਪੱਕੀਆਂ ਕੋਟਾਂ ਦੇ ਵਿਰੁੱਧ ਆਪਣੀਆਂ ਚਤਰਾਈਆਂ ਵਰਤੇਗਾ ਤੇ ਆਪਣੇ ਜ਼ੋਰ ਨੂੰ ਤੇ ਆਪਣੇ ਹੌਸਲੇ ਨੂੰ ਅਜਿਹਾ ਚੁੱਕੇਗਾ ਜੋ ਵੱਡੀ ਫੌਜ ਲੈ ਕੇ ਦੱਖਣ ਦੇ ਰਾਜੇ ਉੱਤੇ ਚੜੇ। ਔਰ ਦੱਖਣ ਦਾ ਰਾਜਾ ਵੀ ਅੱਤ ਵੱਡੀ ਤੇ ਜ਼ੋਰਾਵਰ ਫੌਜ ਨਾਲ ਯੁੱਧ ਲੜੇਗਾ, ਪਰ ਉਹ ਠਹਿਰੇਗਾ ਨਾ, ਕਿਉਂ ਜੋ ਉਹ ਦੇ ਵਿਰੁੱਧ ਉਪਾਅ ਕਰਨਗੇ। ਹਾਂ, ਉਹ ਜਿਹੜੇ ਸਵਾਦਲੀ ਰੋਟੀ ਵਿੱਚੋਂ ਰਸਤਾ ਖਾਂਦੇ ਹਨ ਉਹ ਉਸ ਨੂੰ ਨਾਸ ਕਰ ਸੁੱਟਣਗੇ ਤੇ ਉਸਦੀ ਫੌਜ ਆਫਰੇਗੀ ਔਰ ਢੇਰ ਸਾਰੇ ਮਾਰੇ ਜਾਣਗੇ ਤੇ ਉਹਨਾਂ ਦੋਹਾਂ ਰਾਜਿਆਂ ਦੇ ਦਿਲ ਖੋਟਿਆਂ ਕੰਮਾਂ ਵੱਲ ਹੋਣਗੇ। ਇੱਕੋ ਹੀ ਪੰਗਤ ਵਿੱਚ ਬੈਠ ਕੇ ਝੂਠ ਬੋਲਣਗੇ, ਪਰ ਉਹ ਫਲੇਗਾ ਨਾ, ਕਿਉਂ ਜੋ ਅੰਤ ਠਹਿਰਾਏ ਹੋਏ ਵੇਲੇ ਸਿਰ ਤਦੋਂ ਵੱਡੇ ਧਨ ਨਾਲ ਆਪਣੇ ਦੇਸ਼ ਵਿੱਚ ਮੁੜ ਜਾਵੇਗਾ। ਤਾਂ ਸਮਾਨ ਪਵਿੱਤਰ ਨੇਮ ਦਾ ਸਾਹਮਣਾ ਕਰੇਗਾ ਤਾਂ ਉਹ ਆਪਣਾ ਕੰਮ ਕਰਕੇ ਆਪਣੇ ਦੇਸ਼ ਵਿੱਚ ਜਾ ਮੁੜੇਗਾ ਤੇ ਠਹਿਰਾਏ ਹੋਏ ਵੇਲੇ ਸਿਰ ਉਹ ਮੁੜੇਗਾ, ਦੱਖਣ ਵੱਲ ਆਵੇਗਾ। ਪਰ ਉਸ ਵੇਲੇ ਅਜਿਹਾ ਹਾਲ ਨਾ ਹੋਵੇਗਾ ਜੋ ਪਹਿਲਾਂ ਸੀ, ਕਿਉਂਕਿ ਕਿਤਿਆਂ ਦੇ ਜਹਾਜ਼ ਉਸ ਦਾ ਸਾਹਮਣਾ ਕਰਨਗੇ। ਸੋ ਉਹ ਉਦਾਸ ਹੋਵੇਗਾ ਤੇ ਮੁੜੇਗਾ ਔਰ ਪਵਿੱਤਰ ਨੇਮ ਉੱਤੇ ਉਸਦਾ ਕ੍ਰੋਧ ਜਾਗੇਗਾ। ਉਸੇ ਦੇ ਅਨੁਸਾਰ ਉਹ ਕੰਮ ਕਰੇਗਾ, ਸਗੋਂ ਉਹ ਮੁੜੇਗਾ ਅਤੇ ਉਹਨਾਂ ਜਿਨ੍ਹਾਂ ਲੋਕਾਂ ਨੇ ਪਵਿੱਤਰ ਨੇਮ ਛੱਡ ਦਿੱਤਾ ਹੈ ਉਹਨਾਂ ਲੋਕਾਂ ਨਾਲ ਮੇਲ ਕਰੇਗਾ ਤੇ ਜਿੱਥੇ ਉਸਦੇ ਵੱਲੋਂ ਉੱਠਣਗੇ ਉਸ ਪਵਿੱਤਰ ਥਾਂ ਅਰਥਾਤ ਕੋਟ ਨੂੰ ਪੁਸ਼ਟ ਕਰਨਗੇ। ਉਹ ਸਦਾ ਦੀ ਹੋਮ ਦੀ ਬਲੀ ਨੂੰ ਹਟਾਉਣਗੇ ਅਤੇ ਵਿਗਾੜਨ ਵਾਲੀ ਚੀਜ਼ ਘਿਨਾਉਣੀ ਵਸਤੂ ਨੂੰ ਉਸਦੇ ਥਾਂ ਵਿੱਚ ਰੱਖ ਦੇਣਗੇ। ਜਿਹੜੇ ਨੇਮ ਦੇ ਨਾਲ ਭੈੜੀ ਕਰਤੂਤ ਕਰਦੇ ਹਨ ਉਹ ਉਹਨਾਂ ਨੂੰ ਲੱਲੋ ਪੱਤੋ ਕਰਕੇ ਵਿਗਾੜੇਗਾ। ਪਰ ਜਿਹੜੇ ਲੋਕ ਆਪਣੇ ਪਰਮੇਸ਼ਰ ਨੂੰ ਸਿਆਣਦੇ ਹਨ ਉਹ ਬਲਵਾਨ ਹੋਣਗੇ ਤੇ ਕੰਮ ਕਰਨਗੇ, ਅਤੇ ਜੋ ਲੋਕਾਂ ਦੇ ਵਿਚਕਾਰ ਬੁੱਧਵਾਨ ਹਨ ਕਈਆਂ ਨੂੰ ਸਿਖਾਉਣਗੇ ਪਰ ਉਹ ਤਲਵਾਰ ਨਾਲ ਤੇ ਅੱਗ ਨਾਲ ਔਰ ਕੈਦ ਹੋਣ ਤੇ ਲੁੱਟੇ ਜਾਣ ਕਰਕੇ ਢੇਰ ਦਿਨਾਂ ਤੱਕ ਤਬਾਹ ਰਹਿਣਗੇ। ਤੇ ਜਦ ਉਹ ਤਬਾਹ ਹੋਣਗੇ ਤਦ ਉਹਨਾਂ ਦੀ ਥੋੜੀ ਜਿਹੀ ਜ਼ਿਆਦਾ ਹੋਵੇਗੀ, ਪਰ ਬਹੁਤ ਸਾਰੇ ਲੱਲੋ ਪੱਤੋ ਕਰਕੇ ਉਹਨਾਂ ਨਾਲ ਰਲ ਜਾਣਗੇ ਤੇ ਕਈ ਬੁੱਧਵਾਨ ਵੀ ਡਿੱਗ ਪੈਣਗੇ। ਇਸ ਕਰਕੇ ਜੋ ਉਹ ਪਰਸਾਏ ਜਾਣ ਅਤੇ ਸਫਾ ਔਰ ਚਿੱਟੇ ਹੋ ਜਾਣ ਇੱਥੋਂ ਤੀਕਰ ਜੋ ਓੜਕ ਦਾ ਸਮਾਂ ਆਵੇ, ਕਿਉਂ ਜੋ ਉਹ ਵੇਲੇ ਸਿਰ ਉੱਤੇ ਠਹਿਰਾਈ ਹੋਈ ਹੈ ਅਤੇ ਰਾਜਾ ਆਪਣੀ ਇੱਛਾ ਦੇ ਅਨੁਸਾਰ ਕੰਮ ਕਰੇਗਾ, ਆਪਣੇ ਆਪ ਨੂੰ ਉੱਚਾ ਕਰੇਗਾ ਔਰ ਆਪਣੇ ਆਪ ਨੂੰ ਸਾਰੇ ਦੇਵਤਿਆਂ ਨਾਲੋਂ ਵੱਡਾ ਜਾਣੇਗਾ ਅਤੇ ਈਸ਼ਵਰਾਂ ਦੇ ਪਰਮੇਸ਼ਰ ਦੇ ਵਿਰੁੱਧ ਢੇਰ ਸਾਰੀਆਂ ਚਰਜ ਗੱਲਾਂ ਆਖੇਗਾ, ਭਾਗਵਾਨ ਹੋਵੇਗਾ। ਇੱਥੋਂ ਤੋੜੀ ਜੋ ਕ੍ਰੋਧ ਦੇ ਦਿਨ ਪੂਰੇ ਹੋਣ ਕਿ ਜੋ ਠਹਿਰਾਇਆ ਹੋਇਆ ਹੈ ਜੋ ਉਸ ਹੋਵੇਗਾ। ਆਪਣੇ ਪਿਓ ਦਾਦਿਆਂ ਦੇ ਦੇਵਤਿਆਂ ਵੱਲ ਕੁਝ ਲੋੜ ਨਾ ਰੱਖੇਗਾ ਤੇ ਨਾ ਹੀ ਔਰਤਾਂ ਦੀ ਨਾ ਹੀ ਕਿਸੇ ਦੇਵਤੇ ਨੂੰ ਮੰਨੇਗਾ। ਆਪਣੇ ਆਪ ਨੂੰ ਸਭਨਾਂ ਨਾਲੋਂ ਵੱਡਾ ਜਾਣੇਗਾ, ਪਰ ਉਹਦੇ ਥਾਂ ਤੇ ਕੋਟਾਂ ਤੇ ਦੇਵਤੇ ਦਾ ਆਦਰ ਹੋਵੇਗਾ, ਉਸ ਦੇਵਤੇ ਦਾ ਜਿਹਨੂੰ ਉਸ ਪਿਓ ਦਾਦੇ ਨਹੀਂ ਜਾਣਦੇ। ਸੋਨੇ ਚਾਂਦੀ ਬਹੁਮੁੱਲੇ ਪੱਥਰ ਔਰ ਸਵਾਦ ਵਾਲੀਆਂ ਵਸਤਾਂ ਨਾਲ ਆਦਰ ਕਰੇਗਾ ਅਤੇ ਉਹਨਾਂ ਸਾਰਿਆਂ ਨਾਲੋਂ ਪੱਕਿਆਂ ਕੋਟਾਂ ਦੇ ਵਿਰੁੱਧ ਪਰਾਏ ਦੇਵਤੇ ਦੀ ਸਹਾਇਤਾ ਨਾਲ ਉਹ ਕੰਮ ਕਰੇਗਾ ਅਤੇ ਉਹਦੇ ਮੰਨਣ ਵਾਲਿਆਂ ਨੂੰ ਵੱਡਾ ਆਦਰ ਕਰੇਗਾ। ਕਈਆਂ ਦਾ ਸਰਦਾਰ ਕਈਆਂ ਨੂੰ ਬਣਾਵੇਗਾ ਤੇ ਮੁੱਲ ਲਈ ਧਰਤੀ ਨੂੰ ਵੀ ਵੰਡੇਗਾ। ਓੜਕ ਦੇ ਸਮੇਂ ਵਿੱਚ ਦੱਖਣ ਦਾ ਰਾਜਾ ਉਹਨੂੰ ਧੱਕ ਦੇਵੇਗਾ। ਉੱਤਰ ਦਾ ਰਾਜਾ ਰੱਥ ਤੇ ਘੋੜ ਚੜੇ ਬਹੁਤੇ ਜਹਾਜ਼ ਲੈ ਕੇ ਵਾਬਰੋਲੇ ਵਾਂਗੂ ਉਹਦੇ ਉੱਤੇ ਚੜਾਈ ਕਰੇਗਾ ਤੇ ਉਹਨਾਂ ਦੇਸ਼ਾਂ ਵਿੱਚ ਵੜੇਗਾ, ਆਫਰੇਗਾ ਔਰ ਲੰਘੇਗਾ। ਪ੍ਰਤਾਪਵਾਨ ਦੇਸ਼ ਵਿੱਚ ਵੀ ਵੜੇਗਾ ਤੇ ਬਹੁਤੇ ਢਾਏ ਜਾਣਗੇ ਔਰ ਅਦੋਮ ਅਤੇ ਮੁਆਬ ਔਰ ਅਮੋਨੀਆ ਦਾ ਵੱਡਾ ਹਿੱਸਾ ਵੀ ਉਸਦੇ ਹੱਥੋਂ ਬਚਾਏ ਜਾਣਗੇ। ਉਹ ਆਪਣਾ ਹੱਥ ਦੇਸ਼ਾਂ ਉੱਤੇ ਚਲਾਵੇਗਾ ਤੇ ਮਿਸਰ ਦੇਸ਼ ਵੀ ਛੁਟਕਾਰਾ ਨਾ ਪਾਵੇਗਾ, ਪਰ ਸੋਨੇ ਚਾਂਦੀ ਖਜ਼ਾਨਿਆਂ ਤੇ ਮਿਸਰ ਦੇਸ਼ ਦੇ ਸਾਰਿਆਂ ਪਦਾਰਥਾਂ ਉੱਤੇ ਜ਼ੋਰ ਰੱਖੇਗਾ ਤੇ ਲੂਬੀ ਔਰ ਕੁਸ਼ੀ ਉਸਦੇ ਮਗਰ ਲੱਗਣਗੇ ਔਰ ਚੜ੍ਹਦੇ ਤੇ ਉੱਤਰ ਵੱਲ ਖਬਰਾਂ ਉਹਨੂੰ ਘਬਰਾਉਣਗੀਆਂ। ਇਸ ਲਈ ਉਹ ਵੱਡੇ ਕ੍ਰੋਧ ਨਾਲ ਨਿਕਲੇਗਾ ਜੋ ਬਹੁਤਿਆਂ ਦਾ ਨਾਸ਼ ਕਰੇ ਤੇ ਉਹਨਾਂ ਨੂੰ ਮੂਲੋਂ ਹੀ ਵਟਾ ਸੁੱਟੇ ਅਤੇ ਆਪਣੇ ਸ਼ਾਹੀ ਡੇਰੇ ਸਮੁੰਦਰ ਤੇ ਪ੍ਰਤਾਪਨ ਪਵਿੱਤਰ ਪਹਾੜ ਦੇ ਵਿਚਕਾਰ ਲਾਵੇਗਾ। ਪਰ ਉਹ ਆਪਣੇ ਅੰਤ ਨੂੰ ਪੁੱਜ ਪਵੇਗਾ ਤੇ ਉਸਦਾ ਸਹਾਇਕ ਕੋਈ ਨਾ ਹੋਵੇਗਾ। ਚੈਪਟਰ 12। ਉਸ ਵੇਲੇ ਮਿਕਾਇਲ ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ ਉੱਠੇਗਾ। ਉਸ ਵੇਲੇ ਮਿਕਾਇਲ ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ ਉਹ ਉੱਠੇਗਾ। ਅਜਿਹੀ ਵਿਪਤਾ ਦਾ ਵੇਲਾ ਹੋਵੇਗਾ ਜਿਹੜਾ ਕੌਮ ਦੇ ਮੁੱਢ ਤੋਂ ਲੈ ਕੇ ਉਸ ਵੇਲੇ ਤੀਕਰ ਕਦੇ ਨਹੀਂ ਹੋਇਆ ਸੀ, ਅਤੇ ਉਸ ਵੇਲੇ ਤੇਰੇ ਲੋਕਾਂ ਵਿੱਚੋਂ ਹਰ ਕੋਈ ਜਿਹਦਾ ਨਾਮ ਪੋਥੀ ਵਿੱਚ ਲਿਖਿਆ ਹੋਇਆ ਹੋਵੇਗਾ ਸੋ ਛੁੱਟੇਗਾ।
ਅਤੇ ਉਹਨਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੀ ਮਿੱਟੀ ਵਿੱਚ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸਦੀਪਕ ਜਿਉਣ ਲਈ ਤੇ ਕਈ ਸ਼ਰਮਿੰਦਗੀ ਪਾਉਣ ਲਈ। ਤੇ ਸਦੀਪਕ ਨਰਾਦਰੀ ਲਈ, ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪ੍ਰਕਾਸ਼ ਵਾਂਗੂ ਚਮਕਣਗੇ, ਅਤੇ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗੂ ਜੁਗੋ ਜੁਗ ਤੀਕਰ। ਪਰ ਤੂੰ ਹੀ ਦਾਨੀਅਲ ਇਹਨਾਂ ਗੱਲਾਂ ਨੂੰ ਮੂੰਦ ਰੱਖ ਤੇ ਪੋਥੀ ਉੱਤੇ ਓੜਕ ਦੇ ਸਮੇਂ ਤੀਕਰ ਮੋਹਰ ਲਾ ਦੇ। ਬਥੇਰੇ ਇੱਧਰ ਉੱਧਰ ਭੱਜਣਗੇ ਤੇ ਵਿਦਿਆ ਵਧੇਗੀ, ਪਰ ਮੈਂ ਦਾਨੀਅਲ ਨੇ ਦੇਖਿਆ ਤੇ ਕੀ ਵੇਖਦਾ ਹਾਂ, ਜੋ ਦੋ ਹੋਰ ਖਲੋਤੇ ਹਨ, ਇੱਕ ਦਰਿਆ ਦੇ ਕੰਢੇ ਦੇ ਉਰਲੇ ਪਾਸੇ, ਦੂਜਾ ਦਰਿਆ ਦੇ ਕੰਢੇ ਦੇ ਪਰਲੇ ਪਾਸੇ। ਇੱਕ ਨੇ ਉਸ ਮਨੁੱਖ ਨੂੰ ਜੋ ਸੁਥਰੇ ਕੱਪੜੇ ਪਹਿਨੀ ਦਰਿਆ ਦੇ ਪਾਣੀਆਂ ਉੱਤੇ ਸੀ ਪੁੱਛਿਆ, ਇਹ ਚਰਜ ਗੱਲਾਂ ਕਿੰਨੇ ਚਿਰਾਂ ਪਿੱਛੋਂ ਹੋਣਗੀਆਂ, ਕਿੰਨੇ ਚਿਰਾਂ ਤੋੜੀ ਪੁੱਜਣਗੀਆਂ? ਅਤੇ ਮੈਂ ਸੁਣਿਆ ਜੋ ਉਸ ਮਨੁੱਖ ਨੇ ਜਿਹੜਾ ਸੁਥਰੇ ਕੱਪੜੇ ਪਹਿਨੇ ਦਰਿਆ ਦੇ ਪਾਣੀਆਂ ਉੱਤੇ ਸੀ, ਆਪਣਾ ਸੱਜਾ ਹੱਥ ਆਪਣਾ ਖੱਬਾ ਹੱਥ ਆਕਾਸ਼ ਵੱਲ ਉੱਚਾ ਕਰਕੇ ਜੋ ਜਿਉਂਦਾ ਹੈ ਉਸ ਦੀ ਸਹੁੰ ਚੁੱਕੀ ਅਤੇ ਆਖਿਆ, ਇੱਕ ਸਮਾਂ ਅਤੇ ਇੱਕ ਸਮੇਂ ਦਾ ਅੱਧਾ ਸਮਾਂ ਤੀਕ ਰਹਿਣਗੀਆਂ। ਅਤੇ ਮੈਂ ਸੁਣਿਆ ਜੋ ਉਸ ਮਨੁੱਖ ਨੇ ਜਿਹੜਾ ਸੁਥਰੇ ਕੱਪੜੇ ਪਹਿਨੀ ਦਰਿਆ ਦੇ ਪਾਣੀਆਂ ਉੱਤੇ ਸੀ, ਆਪਣਾ ਸੱਜਾ ਹੱਥ ਆਕਾਸ਼ ਵੱਲ ਉੱਚਾ ਕਰਕੇ ਜੋ ਜਿਉਂਦਾ ਹੈ ਸੋ ਉਸ ਦੀ ਸਹੁੰ ਚੁੱਕੀ ਤੇ ਆਖਿਆ, ਜੋ ਇੱਕ ਸਮਾਂ ਤੇ ਇੱਕ ਸਮੇਂ ਤੱਕ ਅੱਧਾ ਸਮਾਂ ਤੱਕ ਰਹਿਣਗੀਆਂ। ਸੋ ਜਦੋਂ ਪਵਿੱਤਰ ਲੋਕਾਂ ਨੂੰ ਦੇ ਜ਼ੋਰ ਨੂੰ ਮੂੰਹੋਂ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ, ਤਦ ਇਹ ਸਭ ਗੱਲਾਂ ਪੂਰੀਆਂ ਹੋਣਗੀਆਂ। ਤੇ ਮੈਂ ਸੁਣਿਆ ਤਾਂ ਸਹੀ, ਪਰ ਸਮਝਿਆ ਨਾ। ਤਦ ਮੈਂ ਆਖਿਆ, ਹੇ ਮੇਰੇ ਸੁਆਮੀ, ਇਹਨਾਂ ਗੱਲਾਂ ਦਾ ਹੋਣਾ ਕੀ ਹੋਵੇਗਾ? तो उन्हें आखे, दानियल तू अपने राह पर तुरिया जा, तू अपने राह ते तुरिया जा, क्यों जो ये गल्लां ओड़क वेले तिकर मुंदियां होईयां ते मोहरां लगियां होईयां हन। बथेरे अपने आप नूं पवित्र करनगे, अपने आप नूं चिट्टे बनाउणगे, ताए जाणगे, पर दुष्ट बुराई करदे रहणगे। दुष्टां विचों कोई ना समझेगा, पर बुद्धवान समझणगे। जिस वेले सी सदा दी होम दी बलि हटाई जाएगी तो उजाड़न वाली घिनौनी चीज खड़ी कर दी जाएगी। 1290 दिन होणगे। धन वो है जो उड़ीकदा है, 1335 दिनां तोड़ी आउंदा है। पर तू अपने राह तुरिया जा, जदों तिकर ओड़क दा वेला ना आवे, क्यों जो तू सुख पावेगा ते अपनी वंड उते ओड़क दे दिनां विच तू उठ खलोवेगा। आमीन।